तो देख रहे हो जस्ट टीवी मैं के पिछले टू द पॉइंट ਵਿੱਚ ਅੱਜ ਕੱਲ ਹੋਵੇਗੀ ਇਜਲਾਸ ਦੀ ਬਜਟ ਇਜਲਾਸ ਸ਼ੁਰੂ ਹੋਣ ਵਾਲਾ ਤੇ ਬਜਟ ਇਜਲਾਸ ਤੋਂ ਪਹਿਲਾਂ ਵਾਰਮ ਅਪ ਹੋਈ ਹੈ ਪੋਲੀਟੀਕਲ ਪਾਰਟੀਆਂ ਤੇ ਇਸ ਵਾਰਮ ਅਪ ਦੇ ਵਿਚਾਲੇ ਕੀ ਤਿਆਰੀ ਕੀਤੀ ਗਈ ਹੈ ਉਸ ਤੇ ਚਰਚਾ ਕਰਾਂਗੇ। ਇਜਲਾਸ ਲਈ ਅਭਿਆਸ ਜਿਹੜਾ ਕੀਤਾ ਗਿਆ ਹੈਗਾ ਉਸ ਅਭਿਆਸ ਦੇ ਵਿੱਚ ਵਾਕਈ ਕੋਈ ਤਿਆਰੀ ਕੀਤੀ ਗਈ ਹੈ ਜਾਂ ਸਿਰਫ ਹੰਗਾਮਾ ਹੀ ਕੀਤਾ ਜਾ इजलास लिए अभ्यास किया गया तो बहस अच क्यों करनी पै रही है कि चर्चा क्यों करनी पै रही है कि पहला तुहानू दस दईए। पंजाब विधानसभा का 15वां इजलास है, 14 तो 23 जून तक बजट इजलास होना है। 20 जून 2017-18 लिए बजट पेश किया जाएगा। किसान कर्जा माफी तो बेरोजगारी वड्डा मुद्दा है। रेता नशा गैंगस्टर तो सियासी बदलाखोरी तो रौला पै सकता है, इसकी संभावना हैगी है। तो बजट इजलास तो पहला सारिया पार्टियां तैयारी की है। पंजाब कैबिनेट की बैठक हुई है, आपने किसानों रेता के मुद्दे धरने दिते है। बीजेपी ने विरोधियों घेरिया है तो अकाली दल के नाल रल के अकाली दल बीजेपी ने भी धरने दिते है। बहुत सवाल है तो सवाल के विचाले वड्डा सवाल जोड़ा है उस चर्चा जो पूछा जाना तुहानू दस दईए। बजट इजलास तो पहला कीतियां बैठकों में सियासत ने की तैयारी की हैगी है। अक्सर ही जो मुकाबले होंगे है किसी स्पोर्ट्स के तो जिवें चैंपीयंस ट्रॉफी चल रही हैगी उसके ਵਿੱਚ मैदान तो उतरन तो पहला वार्म अप किया जाता, अभ्यास किया जाता, नैट प्रैक्टिस की जाती है। सियासी पार्टी ने की नैट प्रैक्टिस की हैगी है उस चर्चा करनी हैगी। खास मान साथ मौजूद है कि उन्होंने तारुफ करा दिए। सरबजीत धालीवाल सीनियर पत्रकार ने। धालीवाल साहब तुहाडा बहुत स्वागत करते हैं। रिंपल मेडा कांग्रेस की नुमाइंदगी करते हैं, कुलतार संधवा आम आदमी पार्टी नुमाइंदगी करते हैं, सुखविंदर सुखी डॉक्टर सुखविंदर सुखी श्रोमणी अकाली दल नुमाइंदगी करते हैं तो हरजीत गरेवाल भारतीय जनता पार्टी नुमाइंदगी करते हैं। कुलतार संधवा पहला सवाल तुहानू करना बनता है, तुसीं विरोधी धिर विच हैगे हो तो पहली बार तुसीं विधायक बने हो, तुसीं की तैयारी करके चल रहे हो? देखो जी, तैयारी टैक्नीकली असी सारे ही फस्ट टाइमर हैं बिना खैरा साहब तो ये ਜਿਹੜਾ बड़ा सैक्रेड ਜਿਹਾ ਇਹ ਕਾਰਵਾਈ ਹੁੰਦੀ ਹੈ ਸਦਨ ਦੀ, ਕਿਉਂਕਿ ਜਨਤਾ ਜਨਾਰਦਨ ਦੀ ਆਵਾਜ਼ ਵਿਰੋਧੀ ਧਿਰ ਨੇ ਸਦਨ ਦੇ ਵਿੱਚ ਰੱਖਣੀ ਹੁੰਦੀ ਹੈ। ਸਰਕਾਰ ਨੂੰ ਕਈ ਗੱਲਾਂ ਚੇਤੇ ਕਰਾਉਣੀਆਂ ਹੁੰਦੀਆਂ, ਸੋ ਉਹਦੇ ਲਈ ਇੰਨੀ ਬਾਅਦ ਚ ਗੱਲ ਕਰੂੰਗਾ ਮੈਨੂੰ ਤਾਂ ਸੰਧਵਾ ਸਾਹਿਬ ਉੱਥੇ ਕਿਸੇ ਨੇ ਨਹੀਂ ਸੁਣਨਾ। तो सरकार ਨੂੰ ਕਿਉਂਕਿ ਤੁਸੀਂ ਮੇਰੀ ਗੱਲ ਹੀ ਪੁੱਛੀ ਹੈ ਤੇ ਹੁਣ ਸਾਡੀ ਆਦਤ ਪਿਆਰ ਨਾਲ ਬੋਲਣਾ, ਲੇਕਿਨ ਜਦੋਂ ਚੋਭ ਲੱਗਦੀ ਉਦੋਂ ਤੇਜ਼ ਹੁੰਦੇ ਅਸੀਂ ਤੇ ਤਿਆਰੀ ਜਿਹੜੀ ਉਹਦੇ ਸਾਰੇ ਐਸਪੈਕਟਸ ਤਾਂ ਤੁਹਾਡੇ ਇਲਾਕੇ ਚ ਆਈ ਹੈ ਕੁਲਤਾਰ ਸੰਧਵਾ? ਬਿਲਕੁਲ ਸਾਡੇ ਇਲਾਕੇ ਚ ਚੋਭ ਆਈ ਹੈ ਜੀ, ਬਿਲਕੁਲ ਠੀਕ ਹੈ। ਸੋ ਤਿਆਰੀ ਅਸੀਂ ਸਾਰੇ ਗੱਲ ਹੋਵੇਗੀ ਕਿ ਨਹੀਂ ਹੋਵੇਗੀ? ਬਿਲਕੁਲ ਹੋਵੇਗੀ ਜੀ। ਹਰੇਕ ਮੇਰੀ ਡਿਊਟੀ ਲੱਗੀ ਹੈ ਜੀ ਜਿਹੜੀ ਬੇਅਦਬੀ ਔਰ ਜਿਹੜੀ ਲਾਅ ਐਂਡ ਆਰਡਰ ਦੇ ਲਈ ਅਸੀਂ ਸਾਰੇ ਵਿਧਾਇਕਾਂ ਨੂੰ ਅੱਡ-ਅੱਡ ਸਬਜੈਕਟ ਦਿੱਤੇ ਨੇ, ਉਹਨਾਂ ਨੇ ਅੱਡ-ਅੱਡ ਸਬਜੈਕਟ ਤੇ ਬੋਲਣਾ ਔਰ ਪੂਰੀ ਉਹਦੀ ਤਿਆਰੀ ਕਰਕੇ ਵਿਦ ਫੈਕਟਸ ਐਂਡ ਫਿਗਰਸ ਪ੍ਰੋਪਰ ਅਸੀਂ ਜਨਤਾ ਦੀ ਕਚਹਿਰੀ ਕੋ ਬਹੁਤ ਵੱਡਾ ਇੱਕ ਸੈਕਰੇਡ ਮੰਦਰ ਹੈ ਵਿਧਾਨ ਸਭਾ, ਉਹਦੇ ਵਿੱਚ ਅਸੀਂ ਰੱਖਣਾ। ਪੜ੍ਹਾਈ ਕੀਤੀ ਹੈ ਕਿ ਹੰਗਾਮਾ ਕਰਨਾ ਸਰ? ਬਿਲਕੁਲ ਪੜ੍ਹਾਈ ਕੀਤੀ ਹੈ ਜੀ ਅਸੀਂ 2 ਦਿਨ ਇਹਦੇ ਲਈ ਪਾਰਟਿਕੂਲਰ ਪਹਿਲਾਂ ਅਸੀਂ ਸਪੀਕਰ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ, ਸਪੀਕਰ ਸਾਹਿਬ ਨੇ ਸ਼ਾਇਦ ਔਰ ਸਾਨੂੰ ਹਾਂ ਵੀ ਕੀਤੀ ਸੀ ਲੇਕਿਨ ਉਹ ਕਰ ਨਹੀਂ ਸਕੇ, ਸ਼ਾਇਦ ਸੀਐਮ ਸਾਹਿਬ ਬਿਜ਼ੀ ਰਹੇ, ਬਾਹਰ ਰਹੇ, ਕਈ ਹੋਰ ਉਹਨਾਂ ਦੇ ਆਪਦੇ ਰਹੇ ਕਿ ਅਸੀਂ ਨਵੇਂ ਜਿਹੜੇ ਵਿਧਾਇਕ ਆ ਭਾਵੇਂ ਕਿਸੇ ਵੀ ਪਾਰਟੀ ਤੋਂ ਉਹਨਾਂ ਟ੍ਰੇਨਿੰਗ ਹੋਣੀ ਚਾਹੀਦੀ ਹੈ, ਉਹ ਸ਼ਾਇਦ ਇਸ ਸੈਸ਼ਨ ਤੋਂ ਬਾਅਦ ਕਰਨ, ਲੇਕਿਨ ਅਸੀਂ ਇੱਕ ਵਧੀਆ ਤਰੀਕੇ ਨਾਲ ਸਾਇੰਟੀਫਿਕ ਤਰੀਕੇ ਨਾਲ ਇਹਦੀ ਤਿਆਰੀ ਕੀਤੀ ਹੈ। ਠੀਕ ਹੈ ਡਾਕਟਰ ਸੁਖਵਿੰਦਰ ਸੁਖੀ, ਤੁਸੀਂ ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨੀਆਂ ਹੈਗੀਆਂ ਸਹੀ ਮਾਇਨੇ ਦੇ ਵਿੱਚ, ਕਿਉਂਕਿ ਜੋ ਮੁੱਦਿਆਂ ਦੀ ਗੱਲ ਹੋਣੀ ਹੈ ਪਹਿਲਾਂ ਤੁਸੀਂ ਸਹੁੰ ਤਾਂ ਚੱਕ ਲਈ ਹੈ, ਹੁਣ ਜਨਤਾ ਨੂੰ ਉਹ ਸਹੁੰ ਚੁੱਕੀ ਦਾ ਜਵਾਬ ਦੇਣਾ ਹੈਗਾ। ਡਾਕਟਰ ਸੁਖਵਿੰਦਰ ਸੁਖੀ ਕਿਹੜਾ ਟੀਕਾ ਹੈਗਾ ਤੁਹਾਡੇ ਕੋਲ ਜਨਤਾ ਦੀ ਆਵਾਜ਼ ਉਠਾਉਣ ਵਾਸਤੇ? देखो विधायकों को टीका नहीं होता, वो तो जनता की आवाज़ होंदा। मैं श्रोमणी अकाली दल तो अज MLA बन के आया और अज श्रोमणी अकाली दल ओपोजिशन च है और ओपोजिशन की ड्यूटी बनती है कि सरकार ने जिहड़े लोगों नाल वादे कीते आ असीं उन्हां नूं याद दवाईए और वादे पूरे कराउण च असीं अपना रोल अदा करिए, क्योंकि इस वेले जो पंजाब के हालात ने, क्योंकि मैनूं लगदा कि 70 साल की आज़ादी दे विच शायद ये पहली सरकार वा कि जिहड़ा 3 ਮਹੀਨਿਆਂ ਦੇ ਵਿੱਚ ਹੀ ਲੋਕਾਂ ਦਾ ਮੋਹ ਭੰਗ ਹੋ ਗਿਆ। ਉਹਦੇ ਬਹੁਤ ਵੱਡੇ ਕਾਰਨ ਨੇ। ਸਭ ਤੋਂ ਵੱਡਾ ਕਾਰਨ ਹੈ ਅੱਜ ਜਿਹੜਾ ਕਿਸਾਨ ਆ, ਅੱਜ ਮਜ਼ਦੂਰ ਆ, ਉਹ ਸੁਸਾਈਡ ਕਰ ਰਿਹਾ ਸਿਰਫ ਇਸ ਕਰਕੇ ਕਿ ਉਹਨਾਂ ਦੇ ਸਰਕਾਰ ਵਾਲੇ ਵੀ ਕਰ ਰਹੇ ਸੀ। ਬਿਲਕੁਲ ਕਰ ਰਹੇ, ਇਹ ਨਹੀਂ ਮੈਂ ਕਦੇ ਇਸ ਗੱਲ ਤੋਂ ਜਵਾਬ ਦਿੰਦਾ, ਪਰ ਜੋ ਨੰਬਰ ਆਫ ਇਨਸੀਡੈਂਟਸ ਜਿਹੜੇ ਹੁਣ ਬਹੁਤ ਜ਼ਿਆਦਾ ਇਨਕਰੀਜ਼ ਹੋ ਗਏ ਇਹਨਾਂ 3 ਮਹੀਨਿਆਂ ਦੇ ਵਿੱਚ ਕੋਈ 80-90 ਜਿਹੜੇ ਕਿਸਾਨ ਆ ਸੁਸਾਈਡ ਕਰ ਚੁੱਕੇ ਆ ਔਰ ਸਾਡੀ ਇਹ ਡਿਊਟੀ ਬਣਦੀ ਹੈ ਕਿ ਅਸੀਂ ਜਿਹੜਾ ਉਹਨਾਂ ਕਾਰਨ ਕੀ ਆ ਉਹ ਸਿਰਫ ਇੰਨਾ ਹੀ ਆ ਕਿ ਉਹਨਾਂ ਨੂੰ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਕਰਜ਼ੇ ਮਾਫ ਕਰਾਂਗੇ ਔਰ ਅਜੇ ਤੱਕ ਕਰਜ਼ਿਆਂ ਦੀ ਗੱਲ ਕਰੋਗੇ ਤੁਸੀਂ? ਬਿਲਕੁਲ ਕਰਾਂਗੇ, ਮਜ਼ਦੂਰਾਂ ਦੇ ਕਰਜ਼ਿਆਂ ਦੀ ਗੱਲ ਕਰਾਂਗੇ ਜਿਹੜੇ ਛੋਟੇ। ਹਰਜੀਤ ਗਰੇਵਾਲ ਤੁਹਾਡੇ 3 ਵਿਧਾਇਕਾਂ ਨੇ ਕੀ ਤਿਆਰੀ ਕੀਤੀ? ਇਸ ਤਰ੍ਹਾਂ ਜੀ ਸਰਕਾਰੀ ਧਿਰ ਦਾ ਜਿਸ ਤਰ੍ਹਾਂ ਦਾ ਇਸ ਵੇਲੇ ਉਹਨਾਂ ਨੇ ਜਿਸ ਅੰਦਾਜ਼ ਨਾਲ ਗੱਲ ਕਰ ਰਹੇ ਆ ਉਹ ਆਪਦੀ ਗਲਤੀ ਮੰਨਣ ਨੂੰ ਵੀ ਤਿਆਰ ਨਹੀਂ। ਜਿਸ ਤਰ੍ਹਾਂ ਉਹਨਾਂ ਨੇ ਰੇਤ ਦੇ ਮਾਮਲੇ 'ਚ ਘਪਲੇਬਾਜ਼ੀ ਕੀਤੀ ਹੈ ਉਹਦੇ ਲਈ ਅਸੀਂ ਈਡੀ ਨੂੰ ਵੀ ਕੰਪਲੇਂਟ ਦਿੱਤੀ, ਗਵਰਨਰ ਨੂੰ ਵੀ ਮਿਲੇ ਔਰ ਲੋਕਪਾਲ ਨੂੰ ਵੀ ਸ਼ਿਕਾਇਤ ਦਿੱਤੀ ਹੈ। ਤੇ ਮੈਨੂੰ ਇਹ ਲੱਗਦਾ ਕਿ ਜੇ ਉਹਨਾਂ ਨੇ ਇਸੇ ਤਰ੍ਹਾਂ ਦਾ ਰੱਖਿਆ ਤਾਂ ਉੱਥੇ ਜਿਹੜਾ ਹੈਗਾ
ਸ਼ੋਰ ਸ਼ਰਾਬਾ ਹੋਣਾ ਹੀ ਆ, ਤਾਂ ਜਿਹੜਾ ਕੰਮ ਆ ਵਿਧਾਨ ਸਭਾ ਦਾ ਉਹ ਚੱਲਣ 'ਚ ਦਿੱਕਤ ਆਏਗੀ। ਔਰ ਇਹ ਸਰਕਾਰੀ ਧਿਰ ਨੇ ਤੈਅ ਕਰਨਾ ਕਿ ਉਹਨੇ ਵਿਧਾਨ ਸਭਾ ਚਲਾਉਣੀ ਆ ਜਾਂ ਨਹੀਂ ਚਲਾਉਣੀ। ਤੁਸੀਂ ਕੀਤਾ ਤੁਸੀਂ ਸਿਰਫ ਇਹ ਤੈਅ ਕੀਤਾ ਸ਼ੋਰ ਸ਼ਰਾਬਾ ਕਰਨਾ? ਨਹੀਂ, ਸ਼ੋਰ ਸ਼ਰਾਬਾ ਕਰਨਾ ਅਸੀਂ ਕਦੇ ਵੀ, ਭਾਰਤੀ ਜਨਤਾ ਪਾਰਟੀ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੀ। ਸਾਡਾ ਇਹ ਤੈਅ ਆ ਕਿ ਅਸੀਂ ਮੁੱਦੇ ਉਠਾਉਣੇ ਆ। ਜੇ ਸਰਕਾਰੀ ਧਿਰ ਉਸ ਗੱਲ ਨੂੰ ਨਾ ਸੁਣੇ, ਉਸ ਦਾ ਠੀਕ ਜਵਾਬ ਨਾ ਦੇਵੇ, ਤਾਂ ਨੈਚੁਰਲੀ ਹੈ ਕਿ ਸਾਹਮਣੇ ਵਿਧਾਇਕਾਂ ਨੇ ਜ਼ਰੂਰ ਝਗੜਾ ਕਰਨਾ ਹੁੰਦਾ ਆਪਸ 'ਚ, ਤੇ ਗੱਲਬਾਤ ਹੁੰਦੀ ਹੈ ਉੱਥੇ, ਇਸ ਤਰ੍ਹਾਂ ਦੀ ਵਾਕਆਊਟ ਵੀ ਕਰਨਾ ਪੈ ਜਾਂਦਾ, ਉਹ ਗੱਲ ਅਲੱਗ ਆ। ਉਹ ਸਰਕਾਰ ਤੇ ਡਿਪੈਂਡ ਕਰਦਾ ਕਿ ਇਹ ਕੀ ਚਾਹੁੰਦੇ ਨੇ। ਹੰਗਾਮਾ ਹੋਵੇਗਾ, ਵਾਕਆਊਟ ਵੀ ਹੋਵੇਗਾ। ਠੀਕ ਬਿਲਕੁਲ ਸਾਰੀਆਂ ਚੀਜ਼ਾਂ। ਮੈਂ ਰਿੰਪਲ ਮੇਡਾ ਕੋਲ ਜਾਣਾ ਚਾਹੁੰਦਾ ਸਰਬਜੀਤ ਧਾਲੀਵਾਲ, ਪਰ ਮੈਂ ਪਹਿਲਾਂ ਤੁਹਾਡੇ ਕੋਲ ਆਉਂਗਾ। ਸਰਬਜੀਤ ਧਾਲੀਵਾਲ, ਜਿਸ ਤਰੀਕੇ ਨਾਲ ਗਰੇਵਾਲ ਸਾਹਿਬ ਨੇ ਸਿੱਧੇ ਸ਼ਬਦਾਂ 'ਚ ਇਸ਼ਾਰਾ ਕਰ ਦਿੱਤਾ ਹੈਗਾ ਕਿ ਕੈਪਟਨ ਸਰਕਾਰ ਦੇ ਲਈ ਇਹ ਮੁਸ਼ਕਲ ਦੀ ਘੜੀ ਹੈਗੀ, ਤੁਸੀਂ ਕਹਿ ਵੀ ਸਕਦੇ ਹੋ, ਪਰ ਮੈਨੂੰ ਲੱਗਦਾ ਹੈ ਕਿ ਇਜਲਾਸ ਹੈ ਇਹ ਗਰਮਾ ਗਰਮ ਰਹੇਗਾ। ਉਹਦਾ ਦੋ ਕਾਰਨ ਹੈਗੇ ਨੇ ਵੱਡੇ। ਇੱਕ ਤਾਂ ਜਿਹੜੇ ਆਮ ਆਦਮੀ ਪਾਰਟੀ ਜਿਹੜੀ ਮੁੱਖ ਵਿਰੋਧੀ ਧਿਰ ਹੈ ਇਸ ਵਾਰੀ, ਉਹਦੇ ਜਿਹੜੇ ਸਾਰੇ ਐਮਐਲਏ ਨਵੇਂ ਨੇ, ਉਹ ਯੰਗ ਬਲੱਡ ਹੈ। ਜੋ ਯੰਗ ਬਲੱਡ ਹੁੰਦਾ ਉਹ ਥੋੜ੍ਹਾ ਗਰਮ ਹੋ ਕੇ ਚੱਲਦਾ ਹਮੇਸ਼ਾ ਹੀ। ਅਕਾਲੀ ਦਲ ਵਿੱਚ ਵੀ ਕਈ ਨਵੇਂ ਵਿਧਾਇਕ ਨੇ, ਅਕਾਲੀ ਦਲ ਦੇ ਵੀ ਯੰਗ ਬਲੱਡ ਕਾਫੀ ਆ ਉਹਦੇ ਵਿੱਚ ਵੀ। ਤੋਂ ਇਸ ਕਰਕੇ ਜਿਹੜਾ ਹੈਗਾ ਸੈਸ਼ਨ ਹੈ ਬਹੁਤ ਗਰਮਾ ਗਰਮ ਰਹਿਣ ਦੀ ਸੰਭਾਵਨਾ ਹੈ। ਕੁਝ ਮੁੱਦੇ ਵੀ ਇਸ ਤਰ੍ਹਾਂ ਦੇ ਹੈਗੇ ਨੇ ਭਾਗਵੇਂ, ਜਿਨ੍ਹਾਂ ਕਰਕੇ ਗਰਮਾ ਗਰਮੀ ਹੋਣ ਦੀ ਪੂਰੀ ਸੰਭਾਵਨਾ ਹੈ। ਉਹਨਾਂ ਵਿੱਚੋਂ ਰੇਤੇ ਦਾ ਜਿਹੜਾ ਮੁੱਦਾ ਹੈਗਾ ਉਹ ਸਭ ਤੋਂ ਪਹਿਲੇ ਨੰਬਰ ਤੇ ਰਹੇਗਾ ਹੀ ਰਹੇਗਾ, ਕਿਉਂਕਿ ਪਿਛਲੇ ਦਿਨਾਂ ਵਿੱਚ ਜੋ ਅਖਬਾਰਾਂ ਵਿੱਚ ਖਬਰਾਂ ਛਪੀਆਂ ਨੇ, ਉਸ ਤੋਂ ਬਾਅਦ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਉਹ ਉਸ ਨੂੰ ਵਿਰੋਧੀ ਧਿਰ ਨਹੀਂ ਉਠਾਏਗੀ। ਉਸ ਤੋਂ ਬਾਅਦ ਜਿਹੜਾ ਵਾਅਦੇ ਕੀਤੇ ਸੀ ਸਰਕਾਰ ਨੇ, ਕਰਜ਼ਾ ਮਾਫੀ ਦਾ ਵਾਅਦਾ ਜਿਹੜਾ ਸਭ ਤੋਂ ਵੱਡਾ ਵਾਅਦਾ ਹੈਗਾ, ਹਾਲੇ ਤੱਕ ਪੂਰਾ ਨਹੀਂ ਹੋਇਆ। ਗਵਰਨਮੈਂਟ ਨੇ ਕਿਹਾ ਸੀ ਕਿ 60 ਦਿਨਾਂ ਦੇ ਅੰਦਰ ਅੰਦਰ ਅਸੀਂ ਸਾਰਾ ਕੁਝ ਕਰ ਦਿਆਂਗੇ। 60 ਦਿਨ ਲੰਘ ਗਏ ਨੇ, ਮੇਰਾ 90 ਦਿਨ ਹੋਣ ਨੂੰ ਆ ਰਹੇ ਨੇ, ਤਾਂ ਉਹ ਵੀ ਮੁੱਦਾ ਪੂਰਾ ਬਜਟ ਵਿੱਚ ਆਏਗਾ। ਇਸ ਤੋਂ ਬਾਅਦ ਨਸ਼ਿਆਂ ਦਾ ਮੁੱਦਾ ਹੈਗਾ। ਨਸ਼ਿਆਂ ਦੇ ਮੁੱਦੇ ਵਿੱਚ ਸਰਕਾਰ ਨੇ 2 ਦਿਨ ਪਹਿਲਾਂ ਕਾਰਵਾਈ ਕੀਤੀ। ਅੱਜ ਵੀ ਇੱਕ ਇੰਸਪੈਕਟਰ ਨੂੰ ਫੜਿਆ। ਉਹ ਲੱਗਦਾ ਹੈ ਕਿ ਸਰਕਾਰ ਉਸ ਨੂੰ ਸੈੱਲ ਕਰੇਗੀ ਉਹਦੇ ਵਿੱਚ ਸੈਸ਼ਨ 'ਚ, ਕਿ ਅਸੀਂ ਕਿਸੇ ਨੂੰ ਵੀ ਬਖਸ਼ ਨਹੀਂ ਰਹੇ। ਜੇ ਕੋਈ ਪੁਲਿਸ ਦਾ ਅਫਸਰ ਵੀ ਉਸ ਸਾਨੂੰ ਟਾਈਮਿੰਗ ਮਿਲਿਆ ਤੇ ਸਵਾਲ ਚੁੱਕੇ ਜਾਣੇ ਚਾਹੀਦੇ ਨਾ, ਉਹ ਸਵਾਲ ਤਾਂ ਉੱਠਣਗੇ। ਦੇਖੋ, ਨਸ਼ਿਆਂ ਦੇ ਮੁੱਦੇ ਦੇ ਸਵਾਲ ਤਾਂ ਉੱਠਣਗੇ। ਉਹਦੇ ਨਾਲ ਜਿਹੜੇ ਕੱਲ ਬੰਦਾ ਫੜਿਆ ਹੈ, ਉਹ ਤੋਂ ਸਾਫ਼ ਹੈ ਕਿ ਸਰਕਾਰ ਇਹ ਕਹੇਗੀ ਕਿ ਅਸੀਂ ਕਿਸੇ ਵੀ ਨੂੰ ਬਖਸ਼ ਨਹੀਂ ਰਹੇ। ਜਿਹੜੇ ਗੈਂਗਸਟਰ ਦਾ ਮੁੱਦਾ ਹੈਗਾ ਉਹ ਵੀ ਆਏਗਾ। ਅੱਜ ਤੁਹਾਨੂੰ ਪਤਾ ਹੀ ਹੋਣਾ ਕਿ ਸਰਸੇ ਦੇ ਨੇੜੇ ਇੱਕ ਗੈਂਗਸਟਰ ਮਾਰਿਆ ਗਿਆ, ਇੱਕ ਮੇਰਾ ਖਿਆਲ ਮਰਨ ਵਾਲਾ ਹੈ ਸ਼ਾਇਦ, ਕਿਉਂਕਿ ਉਹ ਵੀ ਕਾਫੀ ਉਹਦੀ ਕ੍ਰਿਟੀਕਲ ਹੈ। ਤਾਂ ਸਰਕਾਰ ਕਹੇਗੀ ਕਿ ਅਸੀਂ ਜੋ ਲਾਅ ਐਂਡ ਆਰਡਰ ਨੂੰ ਠੀਕ ਕਰਨ ਵਿੱਚ ਵੀ ਕੋਈ ਜਿਹੜੀਆਂ ਆਪਣੀਆਂ ਸੁਨੇਹਾ ਦੇਣ ਦੀ ਕੋਸ਼ਿਸ਼ ਕਰੇਗੀ। ਸਰਕਾਰ ਦੀਆਂ ਕੁਝ ਇਸ ਤਰ੍ਹਾਂ 2-3 ਦਿਨਾਂ ਜਿਹੜੀਆਂ ਘਟਨਾਵਾਂ ਹੋਈਆਂ ਨੇ ਕਿ ਸਰਕਾਰ ਸੈੱਲ ਕਰਨ ਦੀ ਕੋਸ਼ਿਸ਼ ਕਰੇਗੀ ਸੈਸ਼ਨ ਦੇ ਵਿੱਚ। ਪਰ ਇਸ ਵੇਲੇ ਜਿਹੜੇ ਮੁੱਦੇ ਨੇ, ਜਿਹੜੇ ਸਰਕਾਰ ਵਿਰੋਧੀ ਮੁੱਦੇ ਨੇ, ਉਹ ਜ਼ਿਆਦਾ ਭਾਰੂ ਨੇ। ਜੋ ਸਰਕਾਰ ਦੇ ਹੱਕ ਵਿੱਚ ਗੱਲਾਂ ਜਾਂਦੀਆਂ ਨੇ ਉਹ ਪਿੱਛੇ ਰਹਿ ਜਾਣੀਆਂ ਨੇ, ਕਿਉਂਕਿ ਸਰਕਾਰ ਨੇ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਇੰਨੇ ਜ਼ਿਆਦਾ ਕਰ ਲਏ ਸੀ ਕਿ ਉਹਨਾਂ ਨੂੰ ਹੁਣ ਪੂਰਾ ਕਰਨ ਵਿੱਚ ਕਾਫੀ ਦਿੱਕਤ ਆਏਗੀ। ਰਿੰਪਲ ਮੇਡਾ ਸਾਹਿਬ, ਤੁਹਾਡੇ ਲਈ ਮੁਸ਼ਕਲਾਂ ਦੀ ਸੁਗਾਤ ਜਿਹੜੀ ਤਿਆਰ ਹੈਗੀ ਹੈ। ਸਾਰੇ ਪੈਨਲਿਸਟ ਨੇ ਇੱਕੋ ਗੱਲ ਕਹੀ ਹੈ ਕਿ ਕੈਪਟਨ ਸਰਕਾਰ ਦਾ ਪਲੇਠਾ ਬਜਟ ਇਜਲਾਸ ਆ ਜਿਹੜਾ, ਉਸ ਵਿੱਚ ਜਿਹੜੇ ਤੁਹਾਡੇ ਹੱਕ ਦੀ ਗੱਲ ਕਰਨ ਵਾਲਾ ਬਹੁਤ ਘੱਟ ਨੁਮਾਇੰਦਾ ਹੈਗਾ ਤੇ ਵਿਰੋਧ 'ਚ ਗੱਲ ਕਰਨ ਵਾਲੇ ਨੁਮਾਇੰਦੇ ਬਹੁਤ ਖੜੇ। ਕੇਪੀ ਜੀ, ਵੈਸੇ ਤਾਂ ਬੁਲਾਰਿਆਂ ਨੇ ਬੜੇ ਸਪਸ਼ਟ ਰੂਪ ਦੇ ਵਿੱਚ ਹੀ ਦੱਸ ਦਿੱਤਾ ਹੈ ਕਿ ਇਹ ਜਿਹੜੀ ਹੈ, ਇਹਨਾਂ ਨੇ ਕੋਈ ਬਜਟ ਸੈਸ਼ਨ ਦੀ ਮਹੱਤਤਾ ਨਹੀਂ ਸਮਝਣੀ। ਇਹਨਾਂ ਨੇ ਕੋਈ ਚੰਗਾ ਪੰਜਾਬ ਦੇ ਜਿਹੜੇ ਵਿੰਨੇ ਹੋਏ ਪੰਜਾਬ ਦੇ ਉੱਤੇ ਜੇ ਇਸ ਬਜਟ ਸੈਸ਼ਨ 'ਚੋਂ ਕੋਈ ਮਲਮ ਲਾਉਣ ਦਾ ਯਤਨ ਵੀ ਕਰੇਗਾ ਤਾਂ ਇਹ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ। ਇਹਨਾਂ ਦੀ ਜਿਹੜੀ ਹੈ ਘੇਰਾਬੰਦੀ ਕਰਨ ਦਾ ਇਹ ਆਪਦੀ ਐਕਸਰਸਾਈਜ਼ ਉਸ ਪਾਸੇ ਕਰ ਰਹੇ ਨੇ। ਜਦੋਂ ਕਿ ਦੇਖੋ, ਮੈਂ ਇਹ ਗੱਲ ਕਹਿਣਾ ਕਿ ਹਜੇ ਜਿਹੜੇ 82-83 ਦਿਨ, ਜਿਵੇਂ ਇੱਕ ਤਸਵੀਰ ਆਪਾਂ ਕੋਈ ਪਿਕਚਰ ਹੁੰਦੀ ਆ, ਉਸ ਦਾ ਇਹ ਜਿਹੜਾ ਨੰਬਰਿੰਗ ਟਾਈਮ ਹੁੰਦਾ ਹੈ, ਇਹ ਉਸ ਦੇ ਵਿੱਚ ਹੀ ਜਿਹੜਾ 3 ਘੰਟਿਆਂ ਦਾ ਨਤੀਜਾ ਕੱਢਣਾ ਚਾਹੁੰਦੇ ਨੇ, ਇਹ ਬਹੁਤ ਗਲਤ ਪਾਸੇ ਜਾ ਰਹੇ ਨੇ। ਪੰਜਾਬ ਦੇ ਅਗੇਂਸਟ ਜਾਂਦੀ ਹੈ ਗੱਲ। ਮੈਂ ਕਹਿ ਰਿਹਾ ਇਹ ਬਜਟ ਸੈਸ਼ਨ ਹੈ, ਔਰ ਬਜਟ ਸੈਸ਼ਨ ਦੇ ਵਿੱਚ ਇਹਨਾਂ ਨੂੰ ਬਜਟ ਸੈਸ਼ਨ ਦੀ ਵੇਟ ਕਰਨੀ ਚਾਹੀਦੀ ਹੈ। ਵੇਟ ਕਰਨ ਤੋਂ ਬਾਅਦ ਜੇ ਇਹਨਾਂ ਨੂੰ ਲੱਗੇ ਕਿ ਜਿਹੜਾ ਇਸ ਦੇ ਵਿੱਚ ਪੰਜਾਬ ਦੇ ਹਿੱਤ 'ਚ ਕੋਈ ਕੰਮ ਨਹੀਂ ਹੋਇਆ, ਜੇ ਇਹਨਾਂ ਨੂੰ ਇਹ ਲੱਗੇ ਕਿ ਕੈਪਟਨ ਅਮਰਿੰਦਰ ਸਿੰਘ ਔਰ ਕਾਂਗਰਸ ਸਰਕਾਰ ਜਿਹੜੀ ਹੈ ਉਹ ਕਿਸੇ ਵੀ ਤਰੀਕੇ ਨਾਲ ਪੰਜਾਬ ਦੇ ਜਿਹੜੇ ਦੁੱਖ ਦਰਦ ਨੇ ਉਹਨਾਂ ਨੂੰ ਸੀਰੀਅਸ ਤਰੀਕੇ ਨਾਲ ਨਹੀਂ ਲੈ ਰਹੀ, ਕਈ ਮੁੱਦਿਆਂ ਤੋਂ ਬਚਣ ਦਾ ਰਾਹ ਵੀ ਹੈਗਾ ਰਿੰਪਲ ਮੇਡਾ, ਜੇ ਦੂਸਰੇ ਤਰੀਕੇ ਨਾਲ ਦੇਖਿਆ ਜਾਵੇ ਤੁਸੀਂ ਬਾਜੋਗੇ ਉਹਨਾਂ 'ਚ। ਨਹੀਂ, ਮੈਂ ਨਹੀਂ, ਦੇਖੋ ਗੱਲ ਨਹੀਂ ਹੈ, ਮੈਂ ਕਹਿੰਦਾ ਸੰਜੀਦਗੀ। ਜੇਕਰ ਸਾਨੂੰ ਕਿਸੇ ਤਰੀਕੇ ਨਾਲ ਇਸ ਬਜਟ ਸੈਸ਼ਨ ਤੋਂ ਬਾਅਦ ਜੇ ਵਿਰੋਧੀ ਪਾਰਟੀਆਂ ਨੂੰ ਲੱਗੇ ਕਿ ਇਸ ਦੇ ਪੰਜਾਬ ਦੇ ਹਿੱਤ ਦੇ ਵਿੱਚ, ਪੰਜਾਬ ਦੇ ਕਿਸਾਨਾਂ ਦੇ ਹਿੱਤ ਦੇ ਵਿੱਚ, ਪੰਜਾਬ ਦੇ ਨੌਜਵਾਨਾਂ ਦੇ ਹਿੱਤ ਦੇ ਵਿੱਚ ਲਾਅ ਐਂਡ ਆਰਡਰ ਦੇ ਉੱਤੇ ਜੇਕਰ ਅਸੀਂ ਕਾਮਯਾਬ ਨਹੀਂ ਰਹੇ, ਜੇਕਰ ਸਾਡੀ ਇਸ ਬਜਟ ਸੈਸ਼ਨ ਦੇ ਵਿੱਚ ਉਹਨਾਂ ਦੇ ਮਲਮ ਲਾਉਣ ਦਾ ਜਿਹੜਾ ਸਾਡਾ ਹੈ ਉਹ ਉਪਰਾਲਾ ਠੋਸ ਨਹੀਂ ਹੈ, ਤਾਂ ਫਿਰ ਇਹ ਰੌਲਾ ਪਾਉਣ ਦੇ ਹੱਕਦਾਰ ਹਨ। ਪਰ ਜੇ ਪਹਿਲਾਂ ਹੀ ਸਾਡੇ ਜਿਹੜੇ ਬਜਟ ਸੈਸ਼ਨ ਆ ਰਿਹਾ ਹੈ ਉਸ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੰਗਾਮਾ ਕਰਨਾ ਚਾਹੁੰਦੇ ਹਨ,
ਜੇ ਉਹ ਚਰੋੜਾ ਅੜਿੱਕਾ ਅਡਾਉਣਾ ਚਾਹੁੰਦੇ ਹਨ ਤਾਂ ਇਹਨਾਂ ਦੀ ਜਿਹੜੀ ਹੈ ਨੀਅਤ ਠੀਕ ਨਹੀਂ ਹੈ। ਕੁੱਲ ਮਿਲਾ ਕੇ ਸਰਜੀਤ ਧਾਲੀਵਾਲ ਮੈਂ ਇਹੀ ਸਮਝਾਂ ਰੇਤਾ ਹੀ ਉੱਡੇਗੀ ਵਿਧਾਨ ਸਭਾ ਦੇ ਵਿੱਚ। ਰੇਤਾ ਤਾਂ ਨਹੀਂ ਖੈਰ ਉੱਡੇਗੀ, ਮੇਰਾ ਖਿਆਲ ਹੈ ਕਿ ਮੁੱਦੇ ਉਠਾਏ ਜਾਣਗੇ ਹਰੇਕ। ਦੇਖੋ ਆਪੋਜੀਸ਼ਨ ਦੀ ਕੋਸ਼ਿਸ਼ ਹੋਏਗੀ ਕਿ ਉਹ ਵੱਧ ਤੋਂ ਵੱਧ ਮਾਈਲੇਜ ਲਵੇ ਤੇ ਸਰਕਾਰ ਦੀ ਕੋਸ਼ਿਸ਼ ਹੋਏਗੀ ਕਿ ਉਹ ਆਪੋਜੀਸ਼ਨ ਦੇ ਜਿਹੜੇ ਹਮਲੇ ਆ ਉਹਨੂੰ ਵੱਧ ਤੋਂ ਵੱਧ ਰੋਕਣ ਦੀ ਕੋਸ਼ਿਸ਼ ਕਰੇ, ਹਨਾ। ਇਹ ਅਕਸਰ ਹੁੰਦਾ ਹੈ ਸੈਸ਼ਨ ਦੇ ਵਿੱਚ, ਇਹ ਸੈਸ਼ਨ ਦਾ ਰੂਲ ਤੇ ਅਸੂਲ ਵੀ ਹੈਗਾ ਕਿ ਦੋਨੇ ਤਰ੍ਹਾਂ ਆਪਣੀ ਜ਼ੋਰ ਜਮਾਈ ਕਰਦੀਆਂ ਨੇ। ਹੁਣ ਦੇਖਣਾ ਇਹ ਬਣਦਾ ਹੈ ਕਿ ਕੀ ਆਪੋਜੀਸ਼ਨ ਨੰਬਰ ਜ਼ਿਆਦਾ ਲੈ ਕੇ ਜਾਂਦੀ ਹੈ ਜਾਂ ਸਰਕਾਰ ਆਪੋਜੀਸ਼ਨ ਦਾ ਜਿਹੜਾ ਅਟੈਕ ਹੈ ਉਸ ਨੂੰ ਖੁੱਲ੍ਹਾ ਕਰਨ 'ਚ ਸਫਲ ਰਹਿੰਦੀ ਹੈ। ਇਹ ਤਾਂ ਆਉਣ ਵਾਲੇ ਦਿਨ ਹੀ ਦੱਸਣਗੇ, ਪਰ ਇਹ ਮੈਂ ਇੱਕ ਦਾਅਵੇ ਨਾਲ ਕਹਿ ਸਕਦਾ ਕਿ ਇਹ ਸੈਸ਼ਨ ਜਿਹੜਾ ਪੂਰਾ ਗਰਮ ਰਹੇਗਾ। ਪਹਿਲਾ ਸੈਸ਼ਨ ਹੀ ਹੈ ਜਿਹੜਾ ਕਿ ਵਿਧਾਨ ਸਭਾ ਦਾ ਸ਼ੁਰੂ 'ਚ ਹੀ, ਸਰਕਾਰ ਅੱਜ ਬਣੀ ਨੂੰ 3 ਮਹੀਨੇ ਹੋਏ ਨੇ ਤੇ ਪਹਿਲਾ ਸੈਸ਼ਨ ਤੇ ਪਹਿਲੇ ਸੈਸ਼ਨ ਵਿੱਚ ਹੀ ਗਰਮਾ ਗਰਮੀ ਹੋਣ ਦੀ ਪੂਰੀ ਸੰਭਾਵਨਾ ਹੈ। ਦੂਸਰਾ ਬਜਟ ਆਉਣਾ ਹੈ, ਵਾਈਟ ਪੇਪਰ ਆਉਣਾ ਹੈ। ਸਰਕਾਰ ਵਾਈਟ ਪੇਪਰ ਰਾਹੀਂ ਕਹੇਗੀ ਕਿ ਪੁਰਾਣੀ ਸਰਕਾਰ ਨੇ ਜਿਹੜੀ ਐਸਡੀ ਬੀਜੇਪੀ ਸਰਕਾਰ ਨੇ ਸੀ ਉਹਨੇ ਪੰਜਾਬ ਦੀ ਇਕਨੋਮੀ ਨਾਲ ਕੀ ਖਿਲਵਾੜ ਕੀਤਾ, ਪੰਜਾਬ ਦੀ ਇਕਨੋਮੀ ਨੂੰ ਕਿਵੇਂ ਡੈਮੇਜ ਕੀਤਾ। ਕੁੱਲ ਮਿਲਾ ਕੇ ਵਾਰ ਪਲਟਵਾਰ ਹੀ ਹੋਊਗਾ। ਹਾਂ ਹੋਏਗਾ ਵਾਰ ਪਲਟਵਾਰ ਹੋਊਗਾ। ਇੱਕ ਛੋਟਾ ਬ੍ਰੇਕ ਲੈ ਲਈਏ, ਸ਼ੁਕਰ ਹੈ ਇੱਥੇ ਵਾਰ ਪਲਟਵਾਰ ਨਹੀਂ ਚੱਲ ਰਿਹਾ ਹਜੇ। ਇੱਕ ਬ੍ਰੇਕ ਲੈਣੀ ਹੈ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਤਾਂ ਗੱਲ ਇਹ ਕਰਾਂਗੇ ਕਿਸੇ ਰੋਲੇ ਦੇ ਵਿੱਚ ਪੰਜਾਬ ਦੇ ਅਹਿਮ ਮੁੱਦੇ ਗਵਾਚ ਤਾਂ ਨਹੀਂ ਜਾਣਗੇ। ਇਹ ਬੜਾ ਅਹਿਮ ਸਵਾਲ ਹੈਗਾ। ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਬ੍ਰੇਕ ਤੋਂ ਬਾਅਦ ਜਲਦ ਵਾਪਸ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਲ ਕਰਦੇ ਟੂ ਦਾ ਪੁਆਇੰਟ ਵਿੱਚ ਅਸੀਂ ਗੱਲ ਕਰ ਰਹੇ ਹਾਂ ਇਜਲਾਸ ਲਈ ਅਭਿਆਸ ਕੀ ਕੀਤਾ ਹੈਗਾ ਸਾਰੀਆਂ ਸਿਆਸੀ ਪਾਰਟੀਆਂ ਨੇ, ਕਿਤੇ ਅਹਿਮ ਮੁੱਦੇ ਗਵਾਚ ਤਾਂ ਨਹੀਂ ਜਾਣਗੇ। ਤੇ ਸਵਾਲ ਵੱਡਾ ਇਹ ਹੈਗਾ ਬਜਟ ਇਜਲਾਸ ਤੋਂ ਪਹਿਲਾਂ ਕੀਤੀਆਂ ਬੈਠਕਾਂ ਵਿੱਚ ਸਿਆਸਤ ਨੇ ਕੀ ਤਿਆਰੀ ਕੀਤੀ ਹੈਗੀ ਹੈ। ਸਰਬਜੀਤ ਧਾਲੀਵਾਲ ਸਾਹਿਬ, ਮੇਰਾ ਸਵਾਲ ਪਹਿਲਾਂ ਵੀ ਇਹੀ ਸੀਗਾ ਤੇ ਹੁਣ ਵੀ ਇਹੀ ਕਰ ਰਹੇ ਹਾਂ ਕਿ ਇਹ ਰੇਤੇ ਦਾ ਰੌਲਾ ਜਾਂ ਕੋਈ ਹੋਰ ਰੌਲੇ ਪੈਣਗੇ, ਉਹਨਾਂ ਵਿੱਚ ਅਹਿਮ ਮੁੱਦੇ ਆ ਜਿਹੜੇ ਉਹ ਗਵਾਚ ਤਾਂ ਨਹੀਂ ਜਾਣਗੇ। ਸਰਕਾਰ ਲਈ ਕੋਈ ਰਸਤਾ ਤਾਂ ਨਹੀਂ ਤਿਆਰ, ਵਿਰੋਧੀ ਪਾਰਟੀਆਂ ਹੀ ਕਰ ਰਹੀਆਂ। ਦੇਖੋ ਮੇਰਾ ਖਿਆਲ ਹੈ ਕਿ ਮੁੱਦੇ ਤਾਂ ਨਹੀਂ ਗਵਾਚਣਗੇ, ਪਰ ਸੈਸ਼ਨ ਬਹੁਤ ਛੋਟਾ ਹੈ। ਪਹਿਲੀ ਵਾਰੀ ਹੋਇਆ ਹੈ ਕਿ ਬਸ ਸੈਸ਼ਨ ਮੇਰੇ ਖਿਆਲ ਜਿੰਨਾ ਚਿਰ ਮੈਨੂੰ ਤਾਂ 30 ਸਾਲ ਹੋਏ ਕਵਰ ਕਰਦੇ ਨੇ ਵਿਧਾਨ ਸਭਾ ਕਾਫੀ ਹੋ ਗਿਆ ਕਿ ਐਡਾ ਵੱਡਾ ਜਿਹੜਾ ਐਡਾ ਛੋਟਾ ਸੈਸ਼ਨ ਰੱਖਿਆ ਗਿਆ ਹੈ। 6 ਸ਼ਾਇਦ ਵਰਕਿੰਗ ਡੇ ਨੇ ਆਉਣ ਲਈ, ਕਦੇ ਵੀ ਨਹੀਂ ਇਸ ਤਰ੍ਹਾਂ ਹੋਇਆ। ਘੱਟੋ ਘੱਟ ਬਸ ਸੈਸ਼ਨ 15-20 ਦਿਨ ਦਾ ਜ਼ਰੂਰ ਚਾਹੀਦਾ ਹੈ ਤੇ ਉਹਦੇ ਵਿੱਚ ਹੁਣ ਕਿੰਨਾ ਕੁ ਟਾਈਮ ਆਪੋਜੀਸ਼ਨ ਨੂੰ ਅਟੈਕ ਕਰਨਾ ਮਿਲੇਗਾ ਇਹ ਵੀ ਦੇਖਣ ਵਾਲੀ ਗੱਲ ਹੈਗੀ, ਕਿਉਂਕਿ ਪਹਿਲਾ ਦਿਨ ਤਾਂ ਜਿਹੜਾ ਹੈਗਾ ਉਹ ਅਫਸਰੀ 'ਚ ਲੰਘ ਜਾਣਾ ਹੈ, ਦੂਜਾ ਨਾਨ ਆਫੀਸ਼ੀਅਲ ਡੇ ਹੈ, ਉਹਦੇ 'ਚ ਵੈਸੇ ਹੀ ਗੱਲਾਂ ਬਾਤਾਂ ਹੁੰਦੀਆਂ ਨੇ। ਉਸ ਤੋਂ ਬਾਅਦ ਫਿਰ 20 ਨੂੰ ਬਜਟ ਹੈ ਤੇ ਬਸ ਤੇ 2 ਦਿਨ ਬਹਿਸ ਹੋਣੀ ਹੈ, ਗਵਰਨਰ ਦੇ ਭਾਸ਼ਣ ਤੇ 2 ਦਿਨ ਬਹਿਸ ਹੋਣੀ ਹੈ। ਤਾਂ ਬਹੁਤਾ ਆਪੋਜੀਸ਼ਨ ਕੋਲ ਸਮਾਂ ਵੀ ਨਹੀਂ ਹੋਣਾ ਅਟੈਕ ਕਰਨ ਦਾ। ਸਰਕਾਰ ਨੇ ਆਪਣੇ ਢੰਗ ਨਾਲ ਇਸ ਤਰ੍ਹਾਂ ਜਿਹੜੀ ਬਜਟ ਦੀ ਬਿਆਨਬੰਦੀ ਕੀਤੀ ਹੈ ਕਿ ਆਪੋਜੀਸ਼ਨ ਨੂੰ ਬਹੁਤਾ ਸਮੇਂ ਨਾ ਮਿਲ ਜਾਏ ਤੇ ਕੁਝ ਵਾਕਆਊਟ ਵਿੱਚ ਲੰਘ ਜਾਏਗਾ ਸਮਾਂ ਆਪੋਜੀਸ਼ਨ ਦਾ, 1-2 ਵਾਕਆਊਟਸ ਵੀ ਹੋ ਜਾਂਦੀਆਂ ਨੇ ਤੇ ਉਹਨਾਂ ਵੀ ਲੱਗੇਗਾ। ਤਾਂ ਦੇਖਣਾ ਬਣਦਾ ਕਿ ਹੁਣ ਆਪੋਜੀਸ਼ਨ ਕਿੰਨੀ ਕੁ ਸਿਆਣਪ ਨਾਲ ਚੱਲਦੀ ਹੈ ਨਾ, ਤੇ ਕਿੰਨਾ ਕੁ ਉਹ ਸਰਕਾਰ ਨੂੰ ਕਿੰਨਾ ਕੁ ਅਟੈਕ ਕਰ ਸਕਦੇ, ਕਿੰਨਾ ਕੁ ਹਮਲਾ। ਗਰੇਵਾਲ ਸਾਹਿਬ, ਹੁਣ ਤੁਹਾਡੀ ਸਿਆਣਪ ਦਾ ਟੈਸਟ ਹੈ ਸਾਰਿਆਂ ਦਾ। ਇਸ ਤਰ੍ਹਾਂ ਜੋ ਮੁੱਦਾ ਸਰਬਜੀਤ ਧਾਲੀਵਾਲ ਜੀ ਨੇ ਉਠਾਇਆ ਉਹਦੇ 'ਚ ਮੈਂ ਹੋਰ ਥੋੜਾ ਇਜ਼ਾਫਾ ਕਰ ਦਿੰਦਾ ਕਿ ਪਿਛਲੇ 12 ਸਾਲ ਦੇ ਅੰਦਰ ਦੇਸ਼ ਦੀਆਂ ਵਿਧਾਨ ਸਭਾਵਾਂ ਜੋ ਪਹਿਲਾਂ ਹੈਲਦੀ ਡਿਸਕਸ਼ਨ ਹੁੰਦੀ ਸੀ ਤਾਂ ਉਹਨਾਂ ਦਾ ਪੀਰੀਅਡ ਬਹੁਤ ਘਟ ਗਿਆ ਔਰ ਉੱਥੇ ਡਿਸਕਸ਼ਨ ਨਹੀਂ ਹੋ ਪਾਉਂਦੀ ਔਰ ਪੰਜਾਬ 'ਚ ਤਾਂ ਇਹ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਘਟਿਆ ਔਰ ਅੱਜ ਵੀ 3-4 ਵਿਧਾਨ ਸਭਾ ਅਲੱਗ-ਅਲੱਗ ਸਟੇਟਸ ਦੀਆਂ ਇੱਦਾਂ ਨੇ ਜਿੱਥੇ ਜ਼ਿਆਦਾ ਸਮਾਂ ਈਵਨ ਸਾਡੇ ਪੜੋਸ 'ਚ ਹਿਮਾਚਲ ਆ ਉੱਥੇ ਜ਼ਿਆਦਾ ਡਿਬੇਟ ਹੁੰਦੀ ਹੈ ਔਰ ਜ਼ਿਆਦਾ ਸਮੇਂ ਦਾ ਟੈਨੂਰ ਹੁੰਦਾ ਉਸ ਸੈਸ਼ਨ ਦਾ ਔਰ ਬੜੀ ਹੈਲਦੀ ਡਿਸਕਸ਼ਨਸ ਵੀ ਹੁੰਦੀਆਂ ਨੇ ਜਿੱਥੇ ਇੱਥੇ ਇਹ ਪਰੰਪਰਾ ਹੈਗੀ। ਕਿਉਂ ਨਹੀਂ ਹੁੰਦੀ ਪੰਜਾਬ 'ਚ ਇਹ ਪਰੰਪਰਾ ਹੌਲੀ-ਹੌਲੀ ਅਸੀਂ ਸਾਰੇ ਲੋਕਾਂ ਨੇ ਮਿਲ ਕੇ ਜਿਹੜੇ ਵਿਧਾਇਕ ਬਣਦੇ ਨੇ ਜਾਂ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਉਹਨਾਂ ਨੇ ਖਤਮ ਕੀਤੀ ਹੈ। ਇਹ ਨਹੀਂ ਹੋਣੀ ਚਾਹੀਦੀ। ਕਿਸੇ ਵੀ ਸਰਕਾਰ ਦੀ ਮੈਂ ਗੱਲ ਨਹੀਂ ਕਰ ਰਿਹਾ, ਕਿਸੇ ਪਾਰਟੀ ਦੀ ਵੀ ਨਿੰਦਾ ਨਹੀਂ ਕਰ ਰਿਹਾ, ਪਰ ਇਹਦੇ 'ਚ ਸਾਨੂੰ ਸਾਰਿਆਂ ਨੂੰ ਇਹ ਕਰਕੇ ਆਮ ਸਹਿਮਤੀ ਬਣਾ ਕੇ ਇਹਦਾ ਟੈਨੂਰ ਵਧਾਉਣਾ ਚਾਹੀਦਾ। ਬੜੀ ਹੈਲਦੀ ਡਿਸਕਸ਼ਨ ਹੋਵੇ ਜਿਹਦੇ 'ਚੋਂ ਇੱਕ ਬਿੱਲ ਦੇ ਉੱਪਰ ਡਿਬੇਟ ਹੋਵੇ, ਬਹਿਸ ਹੋਵੇ, ਉਹਦੇ ਨਾਲ ਜਿਹੜੇ ਸਾਡੇ ਵਿਧਾਨ ਸਭਾ 'ਚ ਵਿਧਾਇਕ ਹੁੰਦੇ ਆ ਉਹ ਵੀ ਐਜੂਕੇਟ ਹੁੰਦੇ ਆ ਔਰ ਡੈਮੋਕ੍ਰੇਸੀ ਲਈ ਪਰਿਪੱਕ ਵੀ ਹੁੰਦੇ ਆ। ਇਹ ਕਰਨਾ ਚਾਹੀਦਾ। ਇਹ ਦੇਸ਼ ਦੇ ਅੰਦਰ ਇੱਕ ਗਲਤ ਟ੍ਰੈਂਡ ਚੱਲ ਪਿਆ। ਮੈਂ ਠੀਕ ਇਹ ਸਰਬਜੀਤ ਧਾਲੀਵਾਲ ਉਹਨਾਂ ਨੇ ਬਹੁਤ ਵਧੀਆ ਮੁੱਦਾ ਠੀਕ ਹੈ। ਰਿੰਪਲ ਮਿੱਟਾ ਸਾਹਿਬ, ਇਹ ਬਜਟ ਇਜਲਾਸ ਦਾ ਵਕਤ ਹੈ ਜਿਹੜਾ ਤੁਸੀਂ ਸੋਚਿਆ ਸਮਝਿਆ ਤਿਆਰ ਕੀਤਾ ਖਾਕਾ ਵੀ ਸਾਨੂੰ ਘੱਟ ਤੋਂ ਘੱਟ ਵਿਰੋਧ ਦਾ ਸਾਹਮਣਾ ਕਰਨਾ ਪਵੇ, ਆਰਾਮ ਨਾਲ ਬਜਟ ਇਜਲਾਸ ਨਿਕਲੇ ਤੇ ਚਲੋ ਸੁੱਖ ਦਾ ਸਾਹ ਲਈਏ। ਕੇਪੀ ਜੀ ਬਿਲਕੁਲ ਇਹ ਗੱਲ ਕਲੀਅਰ ਹੈ ਕਿ ਜਿਹੜਾ ਪੰਜਾਬ ਹੈ ਔਰ ਉਹ ਜਿਸ ਸਥਿਤੀ ਦੇ ਵਿੱਚ ਸਾਨੂੰ ਮਿਲਿਆ ਉਸ ਦੇ ਵਿੱਚ ਇਹ ਪਹਿਲਾ ਬਜਟ ਸੈਸ਼ਨ ਹੈ ਔਰ ਬਜਟ ਸੈਸ਼ਨ ਦੇ ਵਿੱਚ ਵੀ ਤੁਸੀਂ ਦੇਖ ਲਓ 14 ਤੋਂ ਲੈ ਕੇ 23 ਤਰੀਕ ਦਾ ਬਜਟ ਸੈਸ਼ਨ ਹੈ ਔਰ ਇਸ ਬਜਟ ਸੈਸ਼ਨ ਨੂੰ ਇਸ ਗੱਲ ਦੇ ਉੱਤੇ ਪਹਿਲਾਂ ਵਿਰੋਧੀ ਪਾਰਟੀਆਂ ਨੂੰ ਮੈਂ ਪਹਿਲੇ ਵੀ ਕਿਹਾ ਹੈ ਕਿ ਇਹਨਾਂ ਨੂੰ ਵੇਖਣਾ ਚਾਹੀਦਾ ਹੈ ਔਰ ਇਹਨਾਂ ਨੂੰ ਫਿਰ ਤੁਲਨਾ ਕਰਨੀ ਚਾਹੀਦੀ ਹੈ ਕਿ ਪੰਜਾਬ ਦੀ ਜੋ ਸਥਿਤੀ ਸੀ ਔਰ ਜਿਹੜਾ ਇਹ ਬਜਟ ਆਇਆ ਹੈ
ਔਰ ਉਸ ਦੇ ਵਿੱਚ ਜਦੋਂ ਇਹ ਤੁਲਨਾ ਕਰਨਗੇ ਤਾਂ ਮੈਨੂੰ ਲੱਗਦਾ ਕਿ ਇਹਨਾਂ ਬੇਟਾ ਨੂੰ ਤੁਸੀਂ ਬੋਲਣ ਦੇ ਇਹਨਾਂ ਦਿਨਾਂ ਵਿੱਚ ਤੁਸੀਂ ਕੀ ਬਦਲਤਾ ਮੇਰੇ ਇਹ ਸਵਾਲ ਦਾ ਜਵਾਬ ਦਿਓ ਨਾ ਤੁਸੀਂ ਮੈਂ ਦੱਸ ਰਿਹਾ ਕੀ ਬਦਲਤਾ ਤੁਸੀਂ? ਮੈਂ ਦੱਸ ਰਿਹਾ ਨਾ ਜੀ, ਅਸੀਂ ਬਦਲਣ ਦੀ ਕੋਸ਼ਿਸ਼ ਹੀ ਤਾਂ ਕਰ ਰਹੇ ਹਾਂ ਔਰ ਜੇ ਤੁਸੀਂ ਸਾਨੂੰ ਕੁਝ ਕਰਨ ਤਾਂ ਦਿਓ, ਕੀ ਅੱਗੇ ਕੋਸ਼ਿਸ਼ ਤਾਂ ਕਰ ਰਹੇ ਹੋ ਤੁਰਨ ਬੇਟਾ ਦਿਓ, ਸਾਹਿਬ? ਕਿਸਾਨ ਇੰਨੇ ਅੱਗੇ ਮਰ ਤਾਂ ਰਹੇ ਆ, ਤੁਰਨ ਕਿਸਾਨ ਦਿਓ। ਖੁਦਕੁਸ਼ੀਆਂ ਕਰ ਰਹੇ ਆ, ਗੈਂਗਸਟਰਾਂ ਦਾ ਉਵੇਂ ਰੋਲਾ ਪੈ ਰਿਹਾ, ਰੇਤੇ ਦਾ ਉਵੇਂ ਰੋਲਾ ਪੈ ਰਿਹਾ, ਕੀ ਬਦਲਿਆ ਤੁਸੀਂ? ਮੈਂ ਕਿਹਾ ਵੀ ਵੇਟ ਤਾਂ ਕਰੋ, ਆ ਬਜਟ ਸੈਸ਼ਨ ਦੀ ਵੇਟ ਤਾਂ ਕਰ ਲਓ। ਅਸੀਂ ਬਜਟ ਸੈਸ਼ਨ ਦੇ ਵਿੱਚ ਮੈਂ ਕਿਹਾ ਇਸ ਵਿੰਨੇ ਪੰਜਾਬ ਦੇ ਮਲ ਮਿਲਾਉਣ ਦਾ ਪੂਰਾ ਯਤਨ ਕਰ ਰਹੇ ਹਾਂ। ਡਾਕਟਰ ਸੁਖਵਿੰਦਰ ਸੁਖੀ ਇਹ ਮਲਣ ਦੀ ਤਿਆਰੀ ਕਰਦੇ ਪਏ ਆ, ਤੁਸੀਂ ਮੇਰਾ ਵੇਟ ਕਰੋ। ਸਾਹਿਬ ਨੇ ਪਹਿਲਾਂ ਗੱਲ ਕੀਤੀ ਕਿ ਜਿਹੜੀ ਆਪੋਜੀਸ਼ਨ ਆ ਉਹ ਹੈਲਦੀ ਕੰਮ ਨਹੀਂ ਕਰਨਾ ਚਾਹੁੰਦੀ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਆਪੋਜੀਸ਼ਨ ਨਹੀਂ ਕੀਤੇ, ਇਹ ਕਾਂਗਰਸ ਨੇ ਆਪ ਕੀਤੇ ਸੀ। ਇਹਨਾਂ ਨੇ ਕਿਹਾ ਸੀ ਅਸੀਂ 1 ਮਹੀਨੇ 'ਚ ਨਸ਼ਾ ਬੰਦ ਖਤਮ ਕਰ ਦਿਆਂਗੇ, ਅਸੀਂ ਕਿਸਾਨ ਦੇ ਪਹਿਲੇ ਬਜਟ ਦੇ ਵਿੱਚ ਕਿਸਾਨਾਂ ਦੇ ਕਰਜ਼ੇ ਮਾਫ ਕਰ ਦਾਂਗੇ। ਅੱਜ ਉਹਨਾਂ ਗੱਲਾਂ ਤੋਂ ਭੱਜ ਰਹੀ ਆ ਆਪੋਜੀਸ਼ਨ, ਚਾਹੁੰਦੀ ਆ ਕਿ ਇਹਨਾਂ ਨੂੰ ਇਹਨਾਂ ਦੀ ਗੱਲ ਯਾਦ ਕਰਵਾਈ ਜਾਵੇ। ਪਹਿਲੀ ਗੱਲ ਤਾਂ ਇਹ। ਅਸੀਂ ਭੁੱਲੇ ਹੀ ਨਹੀਂ। ਦੂਸਰਾ ਦੇਖੋ, ਜੇ ਨਹੀਂ ਭੁੱਲੇ ਹੁੰਦੇ ਅੱਜ ਤੱਕ ਕਰਜ਼ੇ ਮਾਫ ਹੋ ਜਾਂਦੇ। ਅੱਜ ਤੁਸੀਂ ਕਹਿੰਦੇ ਆਪਣੀ ਆਪੋਜੀਸ਼ਨ ਸਿਰ ਨਾ ਥੋਪੋ, ਆਪਣੀ ਗੱਲ ਨੂੰ ਕਰੋ। ਇਹ ਕਹਿੰਦੇ ਸਾਡੇ ਕੋਲ ਬਜਟ ਦੀ ਪਿਛਲੀ ਪੋਜੀਸ਼ਨ ਕੀ ਸੀ, ਸਾਡੇ ਫਾਈਨੈਂਸ਼ੀਅਲ ਕੰਡੀਸ਼ਨ ਕੀ ਸੀ। ਦੇਖੋ ਜਦੋਂ ਇਹਨੇ ਵਾਅਦੇ ਕੀਤੇ ਆ, ਇਹਨਾਂ ਨੂੰ ਸਾਰਾ ਕੁਝ ਪੰਜਾਬ ਦੀ ਫਾਈਨੈਂਸ਼ੀਅਲ ਕੰਡੀਸ਼ਨ ਦਾ ਪਤਾ ਸੀ। ਇਹਨਾਂ ਦੇ ਜਿਹੜੇ ਫਾਈਨੈਂਸ ਮਿਨਿਸਟਰ ਸਾਹਿਬ ਆ ਉਹ ਐਨੇ ਬਜਟ ਨੂੰ ਨੇੜਿਓਂ ਦੇਖਦੇ ਸੀ। ਉਹ ਕਹਿੰਦਾ ਮੈਨੂੰ ਸਮਝ ਨਹੀਂ ਲੱਗਦੀ ਇਹ ਵਾਅਦੇ ਕਿਸ ਬੇਸ ਤੇ ਕਰਦੇ, ਜਿਨ੍ਹਾਂ ਦਾ ਖਜ਼ਾਨਾ ਖਾਲੀ ਸੀ ਤੇ ਇਹਨਾਂ ਨੂੰ ਵਾਅਦੇ ਕਿਉਂ ਕਰਨੇ ਸੀ, ਕਿਉਂ ਲੋਕਾਂ ਨੂੰ ਝੂਠੇ ਲਾਰੇ ਲਾਣੇ ਸੀ। ਕਿਤੇ ਨਾ ਕਿਤੇ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ। ਅੱਜ ਇੱਕ ਗੁੰਮਰਾਹ ਕੀਤਾ ਤੇ ਅੱਜ ਉਹ ਤੋਂ ਭੱਜਣ ਦੇ ਲਈ ਇਹ ਸਾਰੀ ਥੋਪਣਗੇ ਆਪੋਜੀਸ਼ਨ ਵੀ ਸਾਨੂੰ ਕੰਮ ਨਹੀਂ ਕਰਨ ਦਿੰਦੀ। ਦੇਖੋ ਰੇਤਾ ਬਿਜਲੀ ਦਾ ਕੋਈ ਕੇਸ ਜੇ ਅੱਜ ਗੱਲ ਚੱਲਣੀ ਆ ਤਾਂ ਇਹ ਬੜਾ ਸਿੰਪਲ ਸੀ ਵੀ ਜਿਹੜਾ ਬੰਦਾ ਇਹਦੇ ਵਿੱਚ ਇਨਵੋਲਵ ਹੋਇਆ, ਰਾਣਾ ਜੀ ਇਨਵੋਲਵ ਹੋਏ, ਉਹਨਾਂ ਨੂੰ ਕਹਿੰਦਾ ਵੀ ਉਹਨਾਂ ਤੋਂ ਰੈਜ਼ੀਗਨੇਸ਼ਨ ਲਓ ਤੇ ਉਹ ਤਾਂ ਜਿਹੜੀ ਤੁਸੀਂ ਇਨਕੁਆਇਰੀ ਕਰਾਈ ਹੈ ਉਸ ਤੋਂ ਪਹਿਲਾਂ ਹੀ ਕੈਪਟਨ ਸਾਹਿਬ ਨੇ ਉਹਨੂੰ ਕਲੀਨ ਚਿੱਟ ਦੇ ਦਿੱਤੀ। ਅਸੀਂ ਕਿੱਦਾਂ ਇਹ ਸੋਚ ਸਕਦੇ ਹਾਂ ਕਿ ਇੱਕ ਫੇਅਰ ਕੰਮ ਹੋਏਗਾ? ਦੇਖੋ ਇਹ ਸਿਰਫ ਤੇ ਸਿਰਫ ਜਨਤਾ ਨੂੰ ਕਿਸੇ ਨਾ ਕਿਸੇ ਲੈਵਲ ਤੇ, ਜਿੱਦਾਂ ਇਹਨਾਂ ਨੇ ਜਨਤਾ ਨੂੰ ਗੁੰਮਰਾਹ ਕਰਕੇ ਕਿ ਵੋਟਾਂ ਲੈ ਲਈਆਂ, ਹੁਣ ਲੋਕਾਂ ਨੂੰ ਇਹ ਗੁੰਮਰਾਹ ਕਰਨਾ ਚਾਹੁੰਦੇ ਕਿ ਅਸੀਂ ਵਾਅਦਾ ਕੋਈ ਨਹੀਂ ਪੂਰਾ ਕਰਨਾ, ਸਿਰਫ ਆਪੋਜੀਸ਼ਨ ਮੱਥੇ ਹੀ ਜਾਣਾ। ਤੁਸੀਂ ਕਹਿ ਰਹੇ ਹੋ ਗੁੰਮਰਾਹ ਕੀਤਾ ਜਾ ਰਿਹਾ, ਕੁਲਤਾਰ ਸਿੰਘ ਸੰਧਵਾ ਗੁੰਮਰਾਹ ਕਰ ਰਹੀ ਹੈ ਸਰਕਾਰ। ਦੇਖੋ ਜੀ, ਸਰਕਾਰ ਦਾ ਹੁਣ ਤੱਕ ਦਾ ਜਿਹੜਾ 3 ਮਹੀਨਿਆਂ ਦਾ ਲੇਖਾ ਜੋਖਾ ਇਹ ਸੈਸ਼ਨ ਦੇ ਵਿੱਚ ਵੀ ਹੋਏਗਾ, ਲੇਕਿਨ ਹੁਣ ਤੱਕ ਤਾਂ ਇਹੀ ਲੱਗਿਆ ਵੀ ਡੰਗ ਟਪਾਊ ਜਾਂ ਕੰਮ ਕਰ ਰਹੇ ਆ, ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਔਰ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਕਿ ਆਪੋਜੀਸ਼ਨ ਉੱਥੇ ਮਤਲਬ ਰੌਲਾ ਪਾਏਗੀ, ਸਰ ਜੀ ਸਾਨੂੰ ਰੌਲਾ ਪਾਉਣ ਦਾ ਕੋਈ ਸ਼ੌਕ ਨਹੀਂ ਹੈ। ਵਿਧਾਨ ਸਭਾ ਦੀ ਬੈਠਕ ਦਾ ਮਤਲਬ ਇਹ ਹੁੰਦਾ, ਸੱਤਰ ਦਾ ਮਤਲਬ ਇਹ ਹੁੰਦਾ ਕਿ ਉੱਥੇ ਡਿਸਕਸ਼ਨ ਹੋਣੀ। ਡਿਸਕਸ਼ਨ ਤਾਂ ਹੋਏਗੀ ਜੇ ਆਪੋਜੀਸ਼ਨ ਨੂੰ ਲੋਕਾਂ ਦੇ ਮੁੱਦੇ ਚੱਕਣ ਦਾ ਟਾਈਮ ਦਿੱਤਾ ਜਾਏਗਾ। ਅਗਰ ਟਾਈਮ ਨਹੀਂ ਦਿੱਤਾ ਜਾਏਗਾ ਤੇ ਫਿਰ ਤੇ ਪ੍ਰੋਟੈਸਟ ਕਰਨਾ ਹੀ ਹੈ ਜੀ। ਸੋ ਬਾਕੀ ਹੁਣ ਤੱਕ ਇਹਨਾਂ ਦੀ ਸਰਕਾਰ ਨੇ, ਜਿਹੜੀ ਪੰਜਾਬ ਦੀ ਸਾਡੀ ਸਰਕਾਰ ਬਣੀ ਹੈ, ਉਹਨੇ ਇੱਕ ਵੀ ਕੰਮ ਲੋਕ ਦੇ ਹਿੱਤ ਦੇ ਵਿੱਚ ਕੀਤਾ ਹੋਵੇ ਤਾਂ ਇਹ ਇੱਥੇ ਗਿਣਾ ਦੇਣ। ਕਿ ਜਿਹੜਾ ਰੇਤਾ ਉਹ ਆਮ ਬੰਦੇ ਦੀ ਪਹੁੰਚ ਦੇ ਵਿੱਚ ਆ ਗਿਆ? ਕਿ 60 ਲੱਖ ਨੌਕਰੀਆਂ ਦਾ ਵਾਅਦਾ ਕਰਨ ਵਾਲੇ ਬੰਦੇ ਨੇ ਬਿਨਾਂ ਇੱਕ ਪਰਿਵਾਰ ਨੂੰ ਨੌਕਰੀ ਦਿੱਤਿਆਂ, ਜਿਹਦੇ ਕਿ ਬਹੁਤ ਵੈਲ ਆਫ ਨੇ, ਸਾਰੇ ਹੀ ਬੜੇ ਵੈਲ ਆਫ ਨੇ, ਹੋਰ ਕਿਸੇ ਗਰੀਬ ਨੂੰ ਨੌਕਰੀ ਦੇਤੀ? ਕਿ ਇਹਨਾਂ ਦੇ ਹਸਪਤਾਲਾਂ ਦੇ ਵਿੱਚ ਇਲਾਜ ਦੀਆਂ ਸਹੂਲਤਾਂ ਮਿਲ ਗਈਆਂ? ਸੋ ਕੀ ਇਹਨਾਂ ਨੇ ਜਿਹੜੀਆਂ ਬਦਲੀਆਂ ਸੀ, ਜਿਹੜੀਆਂ ਟੀਚਰਾਂ ਦੀ ਬਦਲੀਆਂ ਕਹਿੰਦੇ ਸੀ ਅਸੀਂ ਪਾਲਿਸੀ ਲੈ ਕੇ ਆਵਾਂਗੇ, ਕਿ ਉਹ ਬਿਨਾਂ ਪਾਲਿਸੀ ਤੋਂ ਬਦਲੀਆਂ ਨਹੀਂ ਹੋਈਆਂ? ਉਹ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ, ਉਹਨਾਂ ਦੇ ਉੱਤੇ ਰਿਸ਼ਵਤ ਦੇ ਇਲਜ਼ਾਮ ਲੱਗ ਰਹੇ ਆ। ਸੋ ਇਹ ਚੀਜ਼ਾਂ ਸਾਰੀਆਂ ਵਿਧਾਨ ਸਭਾ ਦੇ ਵਿੱਚ ਪੁੱਛਣੀਆਂ, ਔਰ ਜੇ ਸਾਨੂੰ ਪੁੱਛਣ ਨਾ ਦੇਣਗੇ ਫਿਰ ਤੇ ਉੱਥੇ ਰੌਲਾ ਪੈਣਾ ਹੀ ਹੈ। ਰਿਪਨ ਬੇਟਾ ਸਾਹਿਬ ਤੁਸੀਂ ਮੈਨੂੰ ਲੱਗਦਾ ਸ਼ਾਇਦ ਫਸ ਗਏ ਹੋ ਮੈਨੀਫੈਸਟੋ ਵਿੱਚ ਏਡੇ ਵੱਡੇ ਵਾਅਦੇ ਕਰਕੇ। ਨਹੀਂ ਦੇਖੋ, ਮੈਂ ਗੱਲ ਪਹਿਲਾਂ ਤਾਂ ਇਹ ਗੱਲ ਕਹਿ ਰਿਹਾ ਹਾਂ, ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਸਾਡੇ ਤੋਂ ਪੂਰੇ ਨਹੀਂ ਹੋ ਸਕਦੇ? ਕਹਿ ਸਕਦੇ ਹੋ? ਨਹੀਂ, ਮੇਰੀ ਗੱਲ ਸੁਣੋ। ਮੈਂ ਪਹਿਲਾਂ ਤਾਂ ਜਿਹੜਾ ਕੁਲਤਾਰ ਸਿੰਘ ਦੀ ਗੱਲ ਦਾ ਜਵਾਬ ਦੇ ਰਿਹਾ। ਮੈਂ ਇਹਨਾਂ ਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜਿਹੜਾ ਇਹ ਸੈਸ਼ਨ ਹੈ, ਇਹ ਬਜਟ ਸੈਸ਼ਨ ਹੈ, ਔਰ ਇਸ ਨੂੰ ਇੱਕ ਵਾਰ ਇਹਨਾਂ ਨੂੰ ਵਾਚ ਕਰਨਾ ਚਾਹੀਦਾ ਹੈ, ਇਸ ਨੂੰ ਸਮਝਣਾ ਚਾਹੀਦਾ। ਉਸ ਤੋਂ ਬਾਅਦ ਜੇ ਇਹਨਾਂ ਨੂੰ ਲੱਗਦਾ ਹੈ ਕਿ ਕਿਤੇ ਲੋਕਾਂ ਦੇ ਮੁੱਦੇ ਜਿਹੜੇ ਅਸੀਂ ਭੁੱਲੇ ਨੇ, ਇਹਨਾਂ ਦਾ ਪੂਰਾ ਹੱਕ ਬਣਦਾ ਹੈ ਇਹ ਉਸ ਗੱਲ ਦਾ ਵਿਰੋਧ ਕਰ। ਮੈਂ ਪਹਿਲਾਂ ਹੀ ਕਹਿ ਰਿਹਾ ਵੀ ਇੱਕ ਤਾਂ ਇਹ ਪਹਿਲਾ ਸੈਸ਼ਨ ਹੈ, ਫਿਰ ਦੂਜਾ ਇਹ ਬਜਟ ਸੈਸ਼ਨ ਹੈ। ਇਸ ਲਈ ਇਹਨਾਂ ਨੂੰ ਇੰਤਜ਼ਾਰ ਜ਼ਰੂਰ ਕਰਨਾ ਬਣਦਾ ਹੈ। ਨਾਲ ਦੀ ਨਾਲ ਜਿਹੜੀ ਤੁਸੀਂ ਗੱਲ ਕਹੀ ਹੈ ਮੈਨੀਫੈਸਟੋ ਦੀ, ਦੇਖੋ ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਅਸੀਂ ਇਹ ਜਿਸ ਤਰੀਕੇ ਨਾਲ ਘੇਰਾਬੰਦੀ ਕਰੇ ਬੈਠੇ ਨੇ, ਉਸ ਦੇ ਬਾਵਜੂਦ ਵੀ ਸਾਡੀ ਪੰਜਾਬ ਦੇ ਲੋਕਾਂ ਲਈ ਵਚਨਬੱਧ ਹਾਂ, ਔਰ ਜਿੰਨੇ ਵਾਅਦੇ ਕੀਤੇ ਨੇ ਉਹ ਜਿਹੜੇ ਵਾਅਦੇ ਪੂਰੇ ਕਰਨ ਦਾ ਪੂਰਾ ਯਤਨ ਕਰਾਂਗੇ। ਅਸੀਂ ਸਾਨੂੰ ਪਤਾ ਹੈ ਪੰਜਾਬ ਦੇ ਲੋਕਾਂ ਨੂੰ ਸਾਡੇ ਤੋਂ ਉਮੀਦ ਹੈ, ਔਰ ਉਹਨਾਂ ਨੇ ਸਾਨੂੰ ਐਡਾ ਮੈਂਡੇਟ ਦਿੱਤਾ ਸੀ ਕਰਜ਼ਾਈਆਂ ਲੋਕਾਂ ਦੇ। ਅਸੀਂ ਇਸ ਲਈ ਉਹਨਾਂ ਦੇ ਜਵਾਬ ਦੇ ਵੀ ਹਾਂ, ਔਰ ਆਪਦਾ ਇੱਕ ਵਾਅਦਾ ਪੂਰਾ ਕਰਾਂਗੇ, ਹਰ ਹਾਲਤ ਵਿੱਚ ਕਰਾਂਗੇ। ਅਸੀਂ ਘੇਰਾਬੰਦੀ ਰੇਤੇ ਦੀਆਂ ਖੱਦਾਂ ਲੈਣ ਵਾਸਤੇ ਨਹੀਂ ਕੀਤੀ, ਅਸੀਂ ਘੇਰਾਬੰਦੀ ਸ਼ਰਾਬ ਦੇ ਠੇਕਿਆਂ ਤੇ ਕਬਜ਼ਾ ਕਰਨ ਵਾਸਤੇ ਨਹੀਂ ਕੀਤੀ,
ਅਸੀਂ ਘੇਰਾਬੰਦੀ ਜਿਹੜੇ ਤੁਹਾਡੇ ਜਿਹੜੀ ਗੈਂਗਸਟਰਾਂ ਨਾਲ ਸਾਂਝ ਪਾਉਣ ਵਾਸਤੇ ਨਹੀਂ ਕੀਤੀ, ਅਸੀਂ ਬੇਅਦਬੀ ਦੇ ਲੋਕਾਂ ਨੂੰ ਬਚਾਉਣ ਵਾਸਤੇ ਨਹੀਂ ਕੀਤੀ, ਅਸੀਂ ਤਾਂ ਘੇਰਾਬੰਦੀ ਬਿਲਕੁਲ ਕੀਤੀ ਹੈ ਜਿਹੜੀ ਸਾਡੀ ਸਰਕਾਰ ਨੇ ਸਾਡੀ ਲੋਕਾਂ ਨੇ ਡਿਊਟੀ ਲਾਈ ਹੈ। ਬਿਲਕੁਲ ਅਸੀਂ ਸਾਰੇ ਬਿਲਕੁਲ ਨਹੀਂ ਕੀਤੀ ਹੋਈ ਹੈ, ਇਹ ਸਾਡੀ ਡਿਊਟੀ ਲਾਈ ਹੈ। ਸਾਡੀ ਪੰਜਾਬ ਦੀ ਜਨਤਾ ਨੇ ਸਾਡੀ ਡਿਊਟੀ ਲਾਈ। ਘੇਰਾਬੰਦੀ ਕਰਕੇ ਘੇਰਨਾ ਅਸੀਂ ਤੁਹਾਡਾ ਹੱਥ ਨਹੀਂ ਜੋੜਿਆ, ਲੋਕਾਂ ਨਾਲ ਅਨਿਆਏ ਹੈ। ਅਸੀਂ ਤੁਹਾਡਾ ਹੱਥ ਨਹੀਂ ਫੜਿਆ, ਤੁਸੀਂ ਕੰਮ ਕਰੋ। ਅਸੀਂ ਕਦੋਂ ਕਹਿੰਦੇ ਨੌਕਰੀਆਂ ਨਾ ਦਿਓ, ਅਸੀਂ ਕਦੋਂ ਕਹਿੰਦੇ 2-2000 ਰੁਪਏ ਪੈਨਸ਼ਨ ਨਾ ਦਿਓ, ਅਸੀਂ ਕਦੋਂ ਕਿ ਸ਼ਾਸਨ ਚ ਵਿਗੜ ਪਾਉਣਾ ਚਾਹੁੰਦੇ ਹੋ, ਅਸੀਂ ਲੋਕਾਂ ਨੇ ਸਾਨੂੰ ਕੰਮ ਨਹੀਂ ਕਰਨ ਦੇਣਾ ਚਾਹੁੰਦੇ। ਇੱਕ ਮਿੰਟ ਰਿੰਪਲ ਬੇਟਾ, ਸਰਬਜੀਤ ਧਾਲੀਵਾਲ, ਕੁਲਤਾਰ ਸੰਧਵਾ ਤਾਂ ਮੈਨੂੰ ਲੱਗਦਾ ਇਹੀ ਤਿਆਰੀ ਕੀਤੀ ਹੈ ਇਹਨਾਂ ਨੇ, ਕਿਉਂਕਿ ਇਹਨਾਂ ਦੇ ਖੂਨ ਦੇ ਵਿੱਚ ਵੀ ਸਿਆਸਤ ਹੈਗੀ ਹੈ। ਮੇਰਾ ਸਵਾਲ ਇਹ ਹੈਗਾ ਕਿ ਬਜਟ ਇਜਲਾਸ ਦੇ ਵਿੱਚ ਅਸਲ ਵਿੱਚ ਚਰਚਾ ਕਿਹੜੇ ਮੁੱਦਿਆਂ ਤੇ ਹੋਣੀ ਚਾਹੀਦੀ? ਦੇਖੋ, ਸਰਕਾਰ ਦੀ ਕੋਸ਼ਿਸ਼ ਜਿਹੜੀ ਹੁੰਦੀ ਹੈ ਕਿ ਉਹ ਅਸਲੀ ਮੁੱਦੇ ਤੇ ਆਉਣ ਹੀ ਨਾ ਦੇਵੇ। ਉਹਨਾਂ ਦੀ ਕੋਸ਼ਿਸ਼ ਤਾਂ ਇਹ ਹੁੰਦੀ ਹੈ ਕਿ ਰੇਤ ਦਾ ਮਸਲਾ, ਜਿਵੇਂ ਮਿੱਟਾ ਸਾਹਿਬ ਨੇ ਹੁਣ ਕੀਤਾ, ਹਾਂ, ਰੇਤ ਦਾ ਮਸਲਾ ਨਾ ਉੱਠੇ, ਨੌਕਰੀਆਂ ਦਾ ਮਸਲਾ ਨਾ ਉੱਠੇ, ਜੋ ਸਰਕਾਰ ਨੇ ਵਾਅਦੇ ਕੀਤੇ ਉਹ ਮਸਲੇ ਨਾ ਉੱਠਣ। ਸਰਕਾਰ ਆਪਣੀ ਜੋ ਕਾਰਵਾਈ ਕੀਤੀ ਹੈ ਵੀ ਅਸੀਂ ਬਜਟ ਵਧੀਆ ਪੇਸ਼ ਕਰ ਰਹੇ ਹਾਂ, ਅਸੀਂ ਆਹ ਵਾਅਦਾ ਕੀਤਾ ਸੀ ਉਹ ਪੂਰਾ ਕਰ ਰਹੇ ਹਾਂ, ਉਹ ਹੋਵੇਗਾ। ਪਰ ਆਪੋਜੀਸ਼ਨ ਫਿਰ ਕੀ ਹੋਈ, ਵਿਰੋਧੀ ਪਾਰਟੀ ਕੀ ਹੋਈ ਫਿਰ ਜੇ ਵਿਰੋਧੀ ਪਾਰਟੀ ਨੇ ਸਰਕਾਰ ਦੀ ਖਿਚਾਈ ਨਾ ਕੀਤੀ, ਹੈ ਨਾ। ਵਿਰੋਧੀ ਪਾਰਟੀ ਦਾ ਮਕਸਦ ਹੀ ਹੁੰਦਾ, ਮਤਲਬ ਇਹ ਹੁੰਦਾ ਹੈ ਕਿ ਜਿਹੜੀਆਂ ਗੱਲਾਂ ਨੂੰ ਲੱਗਦਾ ਕਿ ਸਰਕਾਰ ਇਹ ਪੂਰੀਆਂ ਨਹੀਂ ਕਰ ਸਕਦੀਆਂ, ਉਹਨੇ ਆਪਣਾ ਰੋਲ ਨਿਭਾਉਣਾ। ਨਹੀਂ, ਰਿੰਪਲ ਬੇਟਾ ਜਿਸ ਤਰੀਕੇ ਨਾਲ ਕਹਿ ਰਹੇ ਕਿ ਇਹਨਾਂ ਨੇ ਘੇਰਾਬੰਦੀ ਕੀਤੀ ਹੈ, ਸਰਕਾਰ ਨੂੰ ਕੰਮ ਨਹੀਂ ਕਰਨ ਦਿੰਦੇ। ਘੇਰਾਬੰਦੀ ਪੂਰੀ ਹੁੰਦੀ ਹੈ ਜੀ, ਸਰਕਾਰ ਦੀ ਆਪਣੀ ਪੂਰੀ ਸਟ੍ਰੈਟਜੀ ਹੋਏਗੀ। ਸਰਕਾਰ ਪਹਿਲੇ 5 ਦਿਨਾਂ ਤੋਂ 7 ਦਿਨਾਂ ਤੋਂ ਮੀਟਿੰਗਾਂ ਕਰ ਰਹੀ ਹੋਣੀ ਕਿ ਆਪਾਂ ਕਿਹੜੇ ਮੁੱਦਿਆਂ ਤੇ ਕੀ ਸਟੈਂਡ ਲੈਣਾ ਹੈ, ਕਿਵੇਂ ਇਹਨਾਂ ਮੁੱਦਿਆਂ ਨੂੰ ਡੱਕ ਕਰਨਾ ਹੈ, ਕਿਵੇਂ ਇਹਨਾਂ ਤੋਂ ਬਚਾਓ ਕਰਨਾ ਹੈ, ਕਿਵੇਂ ਕਾਊਂਟਰ ਅਟੈਕ ਕਰਨਾ ਹੈ ਆਪੋਜੀਸ਼ਨ ਤੇ। ਆਪੋਜੀਸ਼ਨ ਦੀ ਪੂਰੀ ਸਟ੍ਰੈਟਜੀ ਹੁੰਦੀ ਹੈ ਕਿ ਉਹਨੇ ਆਪਣੀ ਸਟ੍ਰੈਟਜੀ ਬਣਾਈ ਹੁੰਦੀ ਹੈ ਵੀ ਕਿਵੇਂ ਆਪਾਂ ਸਰਕਾਰ ਨੂੰ ਘੇਰਨਾ ਹੈ। ਕਈ ਵਾਰੀ ਇਹ ਹੁੰਦਾ ਹੈ ਕਿ ਸਰਕਾਰ ਕਿਸੇ ਹੋਰ ਮੁੱਦੇ ਦੀ ਤਿਆਰੀ ਕਰ ਰਹੀ ਹੁੰਦੀ ਹੈ, ਆਪੋਜੀਸ਼ਨ ਕੋਈ ਹੋਰ ਹੀ ਮੁੱਦਾ ਇਹੋ ਜਿਹਾ ਲਿਆਉਂਦੀ ਹੈ ਕਿ ਸਰਕਾਰ ਦੇ ਪੈਰ ਨਿਕਲ ਜਾਂਦੇ ਨੇ। ਜਿਹੜੇ ਆਪਾਂ ਮੁੱਦੇ ਇੱਥੇ ਡਿਸਕਸ ਕਰ ਰਹੇ ਇਹਨਾਂ ਤੋਂ ਇਲਾਵਾ ਹੁੰਦਾ ਕੋਈ ਵਾਰੀ ਇਹੋ ਜਿਹਾ ਬਿਲਕੁਲ ਹੁੰਦਾ ਹੈ। ਕਈ ਵਾਰੀ ਕੋਈ ਵਿਰੋਧੀ ਧਿਰ ਦਾ ਬੰਦਾ ਇੰਨਾ ਤੇਜ਼ ਹੁੰਦਾ ਹੈ ਕਿ ਕੋਈ ਇਹੋ ਜਿਹਾ ਇਸ਼ੂ ਚੱਕ ਲਿਆਉਂਦਾ ਹੈ ਜਿਹਦੇ ਸਰਕਾਰ ਨੇ ਤਿਆਰੀ ਨਹੀਂ ਕੀਤੀ। ਸਾਜ਼ਿਸ਼ ਹੁੰਦੀ ਹੈ, ਦੇਖੋ ਉਹਨਾਂ ਦਾ ਇੱਕ ਆਪਣੀ ਇਹ ਸਾਜ਼ਿਸ਼ ਹੁੰਦੀ ਹੈ। ਲੋਕਾਂ ਦੀ ਗੱਲ ਕਰਨ ਨੂੰ ਸਾਜ਼ਿਸ਼ ਦੱਸਦੇ ਨੇ। ਕਿਸ ਤਰ੍ਹਾਂ ਦਾ ਮਾਈਂਡਸੈਟ ਹੈ, ਕਿਸ ਤਰ੍ਹਾਂ ਦਾ? ਦੇਖੋ ਨਹੀਂ ਠੀਕ ਹੈ, ਸਭ ਉਹਨਾਂ ਨੇ ਕਿਹਾ ਕਿ ਤਿਆਰੀ ਕੀਤੀ ਹੈ। ਮੈਂ ਉਹਦੀ ਰਾਜ ਨਹੀਂ, ਮੈਨੂੰ ਕੋਈ ਰਾਜ ਨਹੀਂ। ਇਹ ਸਿਆਸੀ ਸਾਜ਼ਿਸ਼ ਹੈ। ਬੇਟਾ ਸਾਹਿਬ, ਤੁਹਾਨੂੰ ਕਿਹੜੀ ਤਿਆਰੀ ਕਰਾਈ? ਜਿਹੜੇ ਪੈਨਲਿਸਟ ਹੈਗੇ ਉਹਨਾਂ ਨੇ ਕੀ ਤਿਆਰੀ ਕਰਾਈ? ਤੁਸੀਂ ਆਪ ਦਾ ਵੀ ਦੱਸੋ। ਮੈਂ ਇਹ ਗੱਲ ਕਹਿ ਰਿਹਾ, ਤਿਆਰੀ ਨਹੀਂ ਕਰਾਈ ਗਈ। ਮੈਂ ਤਾਂ ਇਹ ਗੱਲ ਕਹਿਣੀ ਨਹੀਂ, ਸਾਜ਼ਿਸ਼ ਵਾਲਾ ਸ਼ਬਦ ਤੁਸੀਂ ਆਪ ਦਾ ਵਰਤਿਆ। ਬਿਲਕੁਲ ਨਹੀਂ, ਸਾਜ਼ਿਸ਼ ਹੀ ਹੈ। ਇਹਨਾਂ ਨੇ ਘੇਰਾਬੰਦੀ ਕਹਿ ਦਿੱਤਾ ਹੈ। ਔਰ ਉਹ ਅਕਾਲੀ ਦਲ ਵਾਲੇ ਔਰ ਬੀਜੇਪੀ ਵਾਲੇ ਲੋਕ ਜਿਨ੍ਹਾਂ ਨੇ 10 ਸਾਲ ਪੰਜਾਬ ਨੂੰ ਇੰਨੀ ਬੁਰੀ ਤਰ੍ਹਾਂ ਲੁੱਟਿਆ, ਗਲੀ ਗਲੀ ਚ ਆਵਾਜ਼ ਸੀ, ਮੈਂ ਨਹੀਂ ਬੋਲਦਾ। ਅਰੇ ਵੀ ਲੁੱਟਿਆ ਤੁਹਾਡੇ ਕੋਲ ਸਬੂਤ ਆ, ਤੁਹਾਡੀ ਸਰਕਾਰ ਆ, ਸਾਡੇ ਤੇ ਮੁਕੱਦਮੇ ਦਰਜ ਕਰੋ। ਔਰ ਚੀਕਾਂ ਪੈਂਦੀਆਂ ਸੀ ਸੜਕਾਂ ਦੇ ਉੱਤੇ, ਬੱਸਾਂ ਇਹਨਾਂ ਦੀ ਰੋਜ਼ੀਆਂ ਫਿਰਦੀਆਂ ਸੀਗੀਆਂ। ਅਸੀਂ ਬੱਸਾਂ ਤੇ ਕੰਟਰੋਲ ਕੀਤਾ, ਅਸੀਂ ਜਿਹੜੀ ਹੈ ਨਸ਼ੇ ਤੇ ਕੰਟਰੋਲ ਕੀਤਾ। ਕਿਰਪਾ ਕਰਕੇ ਸਰ ਇੱਕ ਮਿੰਟ ਅੱਜ ਬੋਲੇ ਛੰਨ ਨਹੀਂ ਬੋਲੇ। ਕੁਲਤਾਰ ਸੰਧਵਾ, ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਆਪੋਜੀਸ਼ਨ ਨੂੰ ਹੀ ਬਲੇਮ ਕਰੀ ਜਾਂਦੇ ਆ। ਅੱਜ ਕਿਹੜਾ ਮੁੱਦਾ, ਬੇਸ਼ੱਕ ਦਲਿਤਾਂ ਤੇ ਅਤਿਆਚਾਰ ਹੋਵੇ, ਬੇਸ਼ੱਕ ਦੂਜੀਆਂ ਪਾਰਟੀਆਂ ਤੇ ਬਦਲਾਖੋਰੀ ਹੋਵੇ, ਬੇਸ਼ੱਕ ਕਿਸਾਨਾਂ ਦੇ ਕਰਜ਼ੇ ਦੀ ਗੱਲ ਹੋਵੇ, ਗਰੀਬਾਂ ਦੇ ਕਰਜ਼ੇ ਦੀ, ਕਿਹੜਾ ਮਸਲਾ ਇਹਨਾਂ ਨੇ ਹੱਲ ਕੀਤਾ? ਇਹ ਤਾਂ ਆਪੋਜੀਸ਼ਨ ਨੂੰ ਆਪ ਮੌਕਾ ਦਿੱਤਾ ਹੀ ਨਹੀਂ। ਇਹਨਾਂ ਨੇ ਟਾਈਮ ਬਾਉਂਡ ਸਾਰੀ ਗੱਲ ਕੀਤੀ ਸੀ, ਅੱਜ ਉਸ ਗੱਲ ਤੋਂ ਭੱਜ ਰਹੇ ਆ ਇਹ, ਔਰ ਕਹਿੰਦਾ ਮਤਲਬ ਅੱਜ ਇਹ ਪਿਛਲੀ ਸਰਕਾਰ ਦੀ ਗੱਲ ਕਰਦੇ ਆ। ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਮਿੱਡਾ ਸਾਹਿਬ ਨੂੰ, ਇਹ ਬੰਬੇ ਗਏ ਸੀ, ਉੱਥੇ ਕਹਿੰਦਾ ਮੈਂ ਇੰਡਸਟਰੀਅਲਿਸਟ ਨੂੰ ਇਨਵਾਈਟ ਕਰਨ ਗਏ ਸੀ ਸਾਡੇ ਪੰਜਾਬ ਚ ਆਓ, ਕੀ ਇਹਨਾਂ ਨੇ ਉੱਥੇ ਜਾ ਕੇ ਨਹੀਂ ਕਿਹਾ ਇੱਥੇ ਜਿਹੜੀ ਸਾਡੀ ਬਿਜਲੀ ਉਹ ਸਰਪਲਸ ਆ, ਇਹਨੇ ਉੱਥੇ ਜਾ ਕੇ ਨਹੀਂ ਕਿਹਾ ਸਾਡਾ ਇਨਫਰਾਸਟ੍ਰਕਚਰ ਬਹੁਤ ਵਧੀਆ ਆ, ਉੱਥੇ ਸੜਕਾਂ ਬਹੁਤ ਵਧੀਆ ਆ? ਉਸ ਵੇਲੇ ਨਾ ਸਰਕਾਰ ਝੱਗਾ ਚੱਕ ਕੇ ਖਾ ਦਿੰਦੇ, ਝੱਗਾ ਚੱਕ ਕੇ ਖਾ ਦਿੰਦੇ। ਨਾ ਝੂਠ, ਬਾਹਰ ਜਾ ਕੇ ਤੁਸੀਂ ਲੋਕਾਂ ਦੇ ਵਿੱਚ ਇਹ ਅੱਜ ਜੋ ਕਹਿ ਰਹੇ ਆ ਇਹਨਾਂ ਵਿੱਚ ਝੂਠ ਬੋਲ ਕੇ ਆਏ ਹੋਤੇ। ਇੱਕ ਮਿੰਟ, ਮਾਹੌਲ ਦੇ ਕੇ ਆਉਂਦਾ, ਇਹ ਸਿਰਫ ਡਾਕੂਮੈਂਟਡ ਹੁੰਦਾ ਸਾਰਾ ਕੁਝ। ਸੱਦਾ ਦੇ ਕੇ ਆਉਂਦਾ। ਇਹ ਗੱਲ ਕਹਿਣੀ ਕਿਸ ਨੇ ਲੁੱਟ ਲਿਆ? ਤੇ ਕਹਿ ਕੇ ਆਏ ਨਾ ਡਾਕੂਮੈਂਟਡ ਹੈ ਸਾਰੀ ਚੀਜ਼ਾਂ, ਪੰਜਾਬ ਪਾਵਰ ਸਰਪਲਸ ਹੈ। ਇਹ 70 ਸਾਲ ਤੋਂ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਾਂਗਰਸ। 에어ਪੋਰਟ ਹੈਗਾ 70 ਸਾਲ ਦੇ ਵਿੱਚ ਗੱਲ ਕਰੀਏ ਨਾ, ਅਸੀਂ ਇਹ ਏਪੀ ਸਿੰਘ ਜੀ, ਪ੍ਰੋਵਾਈਡ 70 ਸਾਲ ਦੇ ਵਿੱਚ ਕਾਂਗਰਸ ਨੇ ਲੋਕਾਂ ਨੂੰ ਥੋੜਾ ਬ੍ਰੇਕ ਲੈਣਾ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਤੇ ਸਵਾਲ ਇਹੀ ਹੈ, ਜਿਹੜੇ ਸਵਾਲ ਬਾਕੀ ਹੈ ਕਿ ਹੈ ਉਹ ਅਗਲੀ ਚਰਚਾ ਦੇ ਵਿੱਚ ਕੋਸ਼ਿਸ਼ ਕਰਾਂਗੇ ਪੁੱਛੇ ਜਾਣ।
ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਟੂ ਦਾ ਪੁਆਇੰਟ ਵਿੱਚ ਇਜਲਾਸ ਲਈ ਜਿਹੜਾ ਅਭਿਆਸ ਕੀਤਾ ਗਿਆ ਵਾਰਮ ਅਪ ਹੋਈਆਂ ਨੇ ਪੋਲੀਟੀਕਲ ਪਾਰਟੀਆਂ ਉਹਨਾਂ ਤੇ ਚਰਚਾ ਕਰ ਰਹੇ ਹਾਂ। ਇਜਲਾਸ ਤੋਂ ਪਹਿਲਾਂ ਕੀਤੀਆਂ ਬੈਠਕਾਂ ਵਿੱਚ ਸਿਆਸਤ ਨੇ ਕੀ ਤਿਆਰੀ ਕੀਤੀ ਹੈ? ਇਹ ਤਿਆਰੀ ਵਾਲਾ ਸਵਾਲ ਇਸ ਕਰਕੇ ਹੈ ਕਿਉਂਕਿ ਸਿਆਸਤ ਸਿਰਫ ਤਿਆਰੀ ਕਰਦੀ ਹੈ ਕਿ ਅਸੀਂ ਕਰਨਾ ਕਿਵੇਂ ਹੈਗਾ। ਸਵਾਲ ਇਹ ਪੁੱਛਿਆ ਜਾਵੇਗਾ ਕਿ ਜਨਤਾ ਲਈ ਘੇਰਾਬੰਦੀ ਹੈ ਜਿਹੜੀ ਉਹ ਕੋਈ ਫਾਇਦੇਮੰਦ ਹੋਵੇਗੀ ਕਿ ਨਹੀਂ ਹੋਵੇਗੀ। ਸਵਾਲ ਉਸ ਪੰਜਾਬ ਦੀ ਜਨਤਾ ਦਾ, ਪੰਜਾਬ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਦਾ ਸਵਾਲ ਹੈਗਾ। ਸਰ ਜੀ ਧਾਲੀਵਾਲ, ਜਿਹੜਾ ਵਾਈਟ ਪੇਪਰ ਦੀ ਗੱਲ ਕੀਤੀ ਜਾ ਰਹੀ ਹੈ ਵਾਰ-ਵਾਰ, ਇਹ ਵਾਈਟ ਪੇਪਰ ਦੇ ਵਿੱਚ ਕਿਤੇ ਪੰਜਾਬ ਦੀ ਜਨਤਾ ਉਲਝ ਕੇ ਤਾਂ ਨਹੀਂ ਰਹਿ ਜਾਵੇਗੀ? ਨਹੀਂ, ਮੇਰਾ ਖਿਆਲ ਹੈ ਵਾਈਟ ਪੇਪਰ ਦੀ ਨਾ ਮੈਨੂੰ ਲੱਗਦਾ ਹੈ ਕਿ ਹੁਣ ਬਹੁਤ ਹੀ ਇਸ਼ੂ ਆ, ਉਹਦਾ ਪਖਣਾ ਨਹੀਂ। ਠੀਕ ਹੈ ਕਿ ਵਾਈਟ ਲੇਟ ਹੋ ਗਏ ਨਹੀਂ, ਵਾਈਟ ਪੇਪਰ ਕੀ ਹੁੰਦਾ? ਹਾਂ, ਵਾਈਟ ਪੇਪਰ ਦਾ ਅੰਕੜਾ ਸਾ ਅੰਕੜਿਆਂ ਚ ਉਲਝਾ ਕੇ ਹੁੰਦਾ ਵੀ ਇੰਨਾ ਘਾਟਾ ਪੈ ਗਿਆ, ਜੇ ਇੰਨਾ ਵਾਧਾ ਹੋ ਗਿਆ, ਜੇ ਇੰਨੇ ਪੈਸੇ ਇੱਥੇ ਖਰਚ ਹੋ ਗਏ ਜੀ। ਜਿਆਦਾ ਕੋਈ ਸਕੈਮ, ਜੇ ਵਾਈਟ ਪੇਪਰ ਕੋਈ ਸਕੈਮ ਲੈ ਕੇ ਆਉਂਦਾ ਸਾਹਮਣੇ ਜਾਂ ਕੋਈ ਸਕੈਂਡਲ ਨੂੰ ਸੁਭਾਰਦਾ, ਫਿਰ ਤਾਂ ਉਹ ਵਾਈਟ ਪੇਪਰ ਦੀ ਕਦਰ ਪੈਂਦੀ ਹੈ। ਅਦਰਵਾਈਜ਼ ਅੰਕੜਿਆਂ ਨੂੰ ਬਾਹਲਾ ਕੋਈ ਬੰਦੇ ਆਪਣੇ ਸਾਡੇ ਪੋਲੀਟੀਕਲ ਲੀਡਰ ਵੀ ਲਾਈਕ ਨਹੀਂ ਕਰਦੇ, ਸਾਡੀ ਆਮ ਪਬਲਿਕ ਵੀ ਇਹਨਾਂ ਨੂੰ ਬਾਹਲਾ ਕੋਈ ਦੇਖਦੀ ਨਹੀਂ ਹੈਗੀ। ਤਾਂ ਇਸ ਕਰਕੇ ਵਾਈਟ ਪੇਪਰ ਦੀ ਗੱਲ ਤਾਂ ਰਹਿ ਜਾਣੀ ਪਿੱਛੇ। ਮੁੱਦੇ ਹੋਰ ਹੀ ਬੜੇ ਹੈਗੇ ਨੇ ਜਿਨ੍ਹਾਂ ਨੇ ਓਵਰਟੇਕ ਕਰ ਲੈਣਾ ਹੈ। ਉਹਦੇ ਵਿੱਚ ਸਰਕਾਰ ਨੂੰ ਬਹੁਤ ਸਾਰੀਆਂ ਗੱਲਾਂ 'ਤੇ ਜਵਾਬਦੇਹ ਵੀ ਹੋਣਾ ਪਏਗਾ। ਉਹਦੇ ਵਿੱਚ ਲੋਕਪਾਲ ਦਾ ਮੁੱਦਾ ਵੀ ਆਉਣਾ। ਲੋਕਪਾਲ ਦੇ ਮੁੱਦੇ ਵਿੱਚ ਕਿਹਨੂੰ ਤੁਸੀਂ ਉਹਨੂੰ ਪਾਵਰਾਂ ਕਿੰਨੀਆਂ ਦਿੰਦੇ ਹੋ? ਉਹਨੂੰ ਰੇਡ ਕਰਨ ਦੀ ਪਾਵਰ ਦਿਓਗੇ? ਉਹਨੂੰ ਇਨਵੈਸਟੀਗੇਟ ਕਰਨ ਦੀ ਪਾਵਰ ਦਿਓਗੇ? ਉਹਨੂੰ ਕਹਿੰਦੇ ਪੁਲਿਸਾਂ ਰਾਹੀਂ ਕਹਿੰਦੇ ਆਪਣਾ ਛਾਣਬੀਨ ਕਰਨ ਦੀ ਪਾਵਰ ਦਿਓਗੇ ਕਿ ਨਹੀਂ ਦਿਓਗੇ? ਤਾਂ ਲੋਕਪਾਲ ਦਾ ਇੱਕ ਇਹੋ ਜਿਹਾ ਮੁੱਦਾ ਹੈ ਜਿਹੜਾ ਕਿ ਉਹਨੂੰ ਬੜੇ ਦਿਨਾਂ ਵਿੱਚ ਬੜਾ ਭਖੇਗਾ ਲੱਗਦਾ ਮੈਨੂੰ। ਇਸ ਤੋਂ ਬਿਨਾਂ ਰੇਤਾਬੰਦੀ ਦੀ ਤਾਂ ਆਪਾਂ ਗੱਲਾਂ ਕਰ ਹੀ ਚੁੱਕੇ ਹਾਂ। ਇਸ ਤੋਂ ਬਾਅਦ ਆਪਣਾ ਰੁਜ਼ਗਾਰ ਦਾ ਹੈਗਾ। ਨੌਜਵਾਨ ਜਿਹੜੇ ਬੇਰੁਜ਼ਗਾਰ ਆ ਉਹਨਾਂ ਨੂੰ ਸਰਕਾਰ ਨੇ ਭੱਤਾ ਸ਼ੁਰੂ ਕਰਨਾ ਸੀਗਾ, ਉਹ ਭੱਤਾ ਸ਼ੁਰੂ ਕਰਨ ਦਾ ਵਿਸ਼ਾ ਹੈਗਾ ਬਹੁਤ ਵੱਡਾ। ਹਰਿਆਣਾ ਸਰਕਾਰ ਆਲਰੇਡੀ ਭੱਤਾ ਦੇ ਰਹੀ ਹੈ 2500 1000 ਰੁਪਏ 600 ਰੁਪਏ ਇਸ ਤਰ੍ਹਾਂ ਕੋਈ ਦੇ ਰਹੀ ਆ ਉਹ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦੇ ਹੈਗੇ ਜਿਨ੍ਹਾਂ ਕਰਕੇ ਸਰਕਾਰ ਨੂੰ ਬਹੁਤ ਸਾਰੀ ਜਵਾਬਦੇਹੀ ਉੱਥੇ ਦੇਣੀ ਪਏਗੀ। ਨਾ ਕਿਸੇ ਨੇ ਨਾ ਦੇਖੋ, ਮੈਂ ਜੋ ਮੇਰੀ ਰੀਡਿੰਗ ਇਹ ਹੈਗੀ ਕਿ ਨਾ ਤਾਂ ਆਪੋਜੀਸ਼ਨ ਨੇ ਬਜਟ ਵਿੱਚ ਕੋਈ ਇੰਟਰਸਟ ਲੈਣਾ ਤੇ ਨਾ ਹੀ ਵਾਈਟ ਪੇਪਰ 'ਚ ਕੋਈ ਇੰਟਰਸਟ ਲੈਣਾ। ਆਪੋਜੀਸ਼ਨ ਨੇ ਇੰਟਰਸਟ ਲੈਣਾ ਹੈ ਜਿਹੜੇ ਮੁੱਦੇ ਇਲੀਗਲ ਬੱਸਾਂ ਚੱਲਦੀਆਂ ਸੀਗੀਆਂ। ਇਲੀਗਲ ਬੱਸਾਂ ਚੱਲਦੀਆਂ ਸੀ ਜਿਹੜੀਆਂ, ਉਹਨਾਂ ਦੇ ਕਾਰਨ ਜਿਹੜਾ ਰੋਜ਼ ਸਰਕਾਰ ਨੂੰ ਘਾਟਾ ਪੈ ਰਿਹਾ ਸੀ, 30 ਲੱਖ ਰੁਪਏ ਦਾ ਘਾਟਾ ਸੀ ਡੇਲੀ। ਦੈਟ ਮੀਨਸ ਕਿ 9 ਕਰੋੜ ਰੁਪਏ ਦਾ ਪਰ ਮੰਥ ਘਾਟਾ ਹੈ। ਜੇ ਅਸੀਂ ਮੋਟੇ ਦੇ ਹਿਸਾਬ ਨਾਲ ਲਾ ਕੇ ਚੱਲੀ ਤਾਂ 108 ਕਰੋੜ ਦਾ ਸਰਕਾਰ ਨੂੰ ਚੂਨਾ ਲੱਗ ਰਿਹਾ ਸੀ ਡੇਲੀ। ਹੁਣ ਤਾਂ ਖੈਰ ਉਹ ਕਹਿੰਦਾ ਸਰਕਾਰ ਨੇ ਪਿਛਲੇ ਦਿਨਾਂ 'ਚ ਰੇਡ ਕਰਕੇ ਉਹਨਾਂ ਨੂੰ ਇਹ ਇੰਨੀ ਦੇਰ ਕਿਉਂ ਰੋਕੇ ਰੱਖਿਆ? ਵੀ ਸਰਕਾਰ ਨੇ ਕਿਉਂ ਨਾ ਪਹਿਲਾਂ ਅਗਲੇ ਦਿਨ ਹੀ ਜਦੋਂ ਸਰਕਾਰ ਆਈ ਸੀ ਉਦੋਂ ਦੂਜੇ ਤੀਜੇ ਦਿਨ ਹੀ ਰੇਡ ਕਰਵਾਉਣੇ ਚਾਹੀਦੇ ਸੀ। ਉਦੋਂ ਦੂਜੇ ਦਿਨ ਵਿਜੀਲੈਂਸ ਨੂੰ ਕਹਿਣਾ ਚਾਹੀਦਾ ਸੀਗਾ ਕਿ ਜਿਹੜੀਆਂ ਵੀ ਇਲੀਗਲ ਬੱਸ ਚੱਲਦੀ ਹੈ, ਭਾਵੇਂ ਦੀ ਕਿਸੇ ਦੀ ਵੀ ਚੱਲਦੀ ਹੈ, ਕੋਈ ਵੀ ਸਾਵਧਾਨ ਉਹ ਬੱਸ ਨੂੰ ਫੜੋ, ਉਹਨੂੰ ਅੰਦਰ ਕਰੋ। ਜਿਹਦੇ ਕੋਲ ਵੈਲਿਡ ਪਰਮਿਟ ਨਹੀਂ ਹੈਗਾ, ਲੀਗਲ ਪਰਮਿਟ ਨਹੀਂ ਹੈਗਾ, ਉਹ ਬੱਸ ਸੜਕ 'ਤੇ ਚੜ੍ਹਨੀ ਨਹੀਂ ਚਾਹੀਦੀ। ਸਮਝੇ ਨਾ? ਪਰ ਹੁਣ ਇੰਨੇ ਦਿਨਾਂ ਬਾਅਦ ਕੀਤਾ, ਇਹ ਵੀ ਸਵਾਲ ਉੱਠੇਗਾ। ਤੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਹੈਗੀਆਂ ਕਿ ਜਿਹੜੀਆਂ ਰਿਪਲਮੈਂਟ ਸਾਹਿਬ ਬਹੁਤ ਮੁੱਦਿਆਂ ਤੇ ਜਿਹੜੇ ਧਾਲੀਵਾਲ ਸਾਹਿਬ ਜਿਹੜੀ ਗੱਲ ਕੀਤੀ ਇਹਨਾਂ ਨਾਲ ਤੁਹਾਡੀ ਬੱਸ ਹੈ ਜਿਹੜੀ ਨਾ ਕੰਮ ਕਰਨ ਵਾਲੀ ਲੇਟ ਹੋ ਗਈ। ਧਾਲੀਵਾਲ ਸਾਹਿਬ ਨੇ ਮੈਂ ਸਭ ਤੋਂ ਪਹਿਲਾਂ ਤਾਂ ਜਿਹੜੀ ਵਾਈਟ ਪੇਪਰ ਤੇ ਗੱਲ ਕਰਨੀ ਚਾਹੁੰਦਾ। ਵਾਈਟ ਪੇਪਰ ਦੀ ਗੱਲ ਇਸ ਤਰ੍ਹਾਂ ਹੈ ਕਿ ਕਿਉਂਕਿ ਜਿਹੜੀ ਲਾਸਟ ਕੈਗ ਦੀ ਰਿਪੋਰਟ ਆਈ ਔਰ ਕੈਗ ਦੀ ਰਿਪੋਰਟ ਦੇ ਵਿੱਚ ਜਦੋਂ ਤੁਸੀਂ ਉਹਨਾਂ ਇਹ ਜਿਹੜੀ ਵਾਈਟ ਪੇਪਰ ਆਏਗਾ ਕੈਗ ਦੀ ਰਿਪੋਰਟ ਬੇਸਡ ਹੈ ਔਰ ਤੁਸੀਂ ਦੇਖੋ ਕਿ ਉਸ ਕੈਗ ਦੀ ਰਿਪੋਰਟ ਨੂੰ ਸਭ ਤੋਂ ਅਥੈਂਟੀਕੇਟਡ ਰਿਪੋਰਟ ਮੰਨਿਆ ਜਾਂਦਾ। ਉਸ ਦੇ ਵਿੱਚ ਇੰਨੇ ਸਕੈਮ ਔਰ ਇੰਨੀਆਂ ਇਰੈਗੂਲਰਿਟੀ ਔਰ ਜੋ ਕੁਝ ਹੈ ਉਹ ਅਸੀਂ ਜਨਤਾ ਦੇ ਸਾਹਮਣੇ ਲਿਆਉਣਾ ਚਾਹੁੰਦੇ ਹਾਂ। ਨੰਬਰ 1। ਨੰਬਰ 2, ਤੁਸੀਂ ਜਿਹੜੀ ਬੱਸਾਂ ਦੀ ਗੱਲ ਕੀਤੀ ਹੈ, ਦੇਖੋ ਜਿਹੜੇ ਬੱਸਾਂ ਵਾਲੇ ਮਸਲੇ ਦੇ ਉੱਤੇ ਵੀ ਅਸੀਂ ਆਪਦੇ ਵੱਲੋਂ ਜਿਹੜਾ ਹੈ ਕੰਮ ਸ਼ੁਰੂ ਕੀਤਾ ਔਰ ਕਈ ਕੰਮ ਹੁੰਦੇ ਆ ਇੱਕ ਜਿਸ ਦੀ ਪ੍ਰਕਿਰਿਆ ਹੁੰਦੀ ਹੈ ਔਰ ਪ੍ਰਕਿਰਿਆ ਦੇ ਵਿੱਚ ਜੇ 50-60 ਦਿਨ ਲੱਗ ਜਾਣ ਤਾਂ ਇਹ ਕੋਈ ਜ਼ਿਆਦਾ ਨਹੀਂ ਹੈ। ਪਰ ਜਿਹੜਾ ਅਸੀਂ ਬਚਾ ਰਹੇ ਹਾਂ, ਜੋ ਅਸੀਂ ਇਹਨਾਂ 609 ਦੇ ਕਰੀਬ ਜਿਹੜੀਆਂ ਬੱਸਾਂ ਜਿਹੜੀਆਂ ਲੁੱਟ ਰਹੀਆਂ ਸੀਗੀਆਂ ਪੰਜਾਬ ਨੂੰ ਔਰ ਉਹ ਅਸੀਂ ਸੜਕਾਂ ਤੋਂ ਪਾਸੇ ਕੀਤੀਆਂ, ਉਸ ਦਾ ਜਿਹੜਾ ਸਰਕਾਰ ਦੇ ਵਿੱਚ ਜਿਹੜਾ ਫਾਇਦਾ ਦਿੱਤਾ ਉਸ ਦੀ ਵੀ ਕਿਤੇ ਨਾ ਕਿਤੇ ਇਹਨਾਂ ਵਿਰੋਧੀ ਪਾਰਟੀਆਂ ਨੂੰ ਅੰਤਰ ਆਤਮਾ ਔਰ ਜ਼ਮੀਨ ਨਾਲ ਸ਼ਲਾਘਾ ਕਰਨੀ ਚਾਹੀਦੀ ਹੈ। ਸਾਹਿਬ ਤੁਹਾਨੂੰ ਸ਼ਲਾਘਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਜੀ, ਪਹਿਲੀ ਗੱਲ ਤਾਂ ਮੈਂ ਕਾਂਗਰਸ ਨੂੰ ਇੱਕ ਚੀਜ਼ ਕਹਿਣੀ ਚਾਹੁੰਦਾ, ਉਹਨਾਂ ਦੇ ਪ੍ਰਵਕਤਾ ਬੈਠੇ ਆ ਕਿ ਜੇ ਸਾਡੀ ਸਰਕਾਰ ਨੇ ਕਹਿੰਦੇ ਰਹਿੰਦੇ ਅਕਾਲੀ ਭਾਜਪਾ ਲੁੱਟ ਕੇ ਖਾ ਗਈ, ਇਹਨਾਂ ਕੋਲ ਕੋਈ ਪ੍ਰੂਫ ਹੋਵੇ ਤਾਂ ਸਾਡੇ ਤੇ ਮੁਕੱਦਮੇ ਦਰਜ ਕਰਨ। ਇਹਨਾਂ ਕੋਲ ਕੁਝ ਨਹੀਂ ਹੈ, ਇਹ ਝੂਠੇ ਆਰੋਪ ਲਾਉਂਦੇ ਨੇ। ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਸਾਡੀ ਸਰਕਾਰ ਤੋਂ ਵੀ, ਸਾਡੇ ਲੋਕਾਂ ਤੋਂ ਵੀ, ਕਿਉਂਕਿ ਇਹਨਾਂ ਨੇ ਤਾਂ ਸਰਕਾਰ ਲੈਣ ਦੇ ਲਈ ਇੱਕ ਬਿਜ਼ਨਸ ਕੰਪਨੀ ਨੇ ਜੋ ਇਹਨਾਂ ਨੂੰ ਕਿਹਾ, ਪ੍ਰਸ਼ਾਂਤ ਕਿਸ਼ੋਰ ਦੀ ਨੇ, ਔਰ ਮੈਨੇਜਮੈਂਟ ਕੰਪਨੀ ਸੀ ਉਹ ਕੰਮ ਇਹਨਾਂ ਨੇ ਕਰਤੇ। ਲੋਕਾਂ ਨਾਲ ਵੀ ਝੂਠੇ ਵਾਅਦੇ ਕੀਤੇ, ਪੰਜਾਬ ਦੇ ਲੋਕਾਂ ਤੋਂ ਵੀ ਮਾਫੀ ਮੰਗਣ ਔਰ ਅਕਾਲੀ ਭਾਜਪਾ ਤੋਂ ਵੀ ਮਾਫੀ ਮੰਗਣ। ਸਾਡੇ ਖਿਲਾਫ ਕੋਈ ਪ੍ਰੂਫ ਨਹੀਂ ਹੈ ਇਹਨਾਂ ਕੋਲ, ਲੈ ਕੇ ਆਉਣਾ ਸਾਹਮਣੇ। ਰਿੰਪਲ ਮੈਟਾ ਸਾਹਿਬ, ਤੁਹਾਨੂੰ ਪਹਿਲਾਂ ਹੀ ਪਤਾ ਸੀ ਪੰਜਾਬ ਦੇ ਖਜ਼ਾਨੇ ਦੀ ਸਥਿਤੀ ਪਤਾ ਸੀ, ਵਾਅਦੇ ਕੀਤੇ
ਹੁਣ ਰਸਤਾ ਕਿਉਂ ਲੱਭਦੇ? ਦੇਖੋ ਬਿਲਕੁਲ ਅਸੀਂ ਵਾਅਦੇ ਕੀਤੇ ਹੈ, ਅਸੀਂ ਵਾਅਦੇ ਇਸ ਕਰਕੇ ਨਹੀਂ ਕੀਤੇ ਕਿ ਅਸੀਂ ਕੋਈ ਝੂਠ ਬੋਲਣਾ ਹੈ। ਇਹ ਵਾਅਦੇ ਜਿਹੜੇ ਹੈ ਇਹ ਪੰਜਾਬ ਦੇ ਲੋਕਾਂ ਨਾਲ ਕਰਨਾ ਬਹੁਤ ਲਾਜ਼ਮੀ ਹੋ ਗਿਆ ਸੀ, ਇਹ ਮਜਬੂਰੀ ਵਾਅਦੇ ਸੀ। ਪੂਰੇ ਕਰਨਾ ਲਾਜ਼ਮੀ ਕਿਉਂਕਿ- ਕਿਉਂਕਿ ਝੂਠ ਬੋਲ ਕੇ ਸਰਕਾਰ ਲਿਆਉਣੀ ਸੀ। ਮੈਂ ਦੱਸਦਾ ਦੇਖੋ ਗੱਲ ਇਸ ਤਰ੍ਹਾਂ ਆ ਰਹੇ ਹੈ, ਡਾਕਟਰ ਜੇਕਰ ਅਸੀਂ ਕਿਸਾਨ ਦੀ ਜੇ ਅਸੀਂ ਬਾਹ ਨਾ ਫੜਦੇ, ਜੇ ਅਸੀਂ ਕਿਸਾਨ ਨਾਲ ਉਸਦੇ ਜਿਹੜਾ ਉਹਦੇ ਸਿਰ ਦੇ ਉੱਤੇ ਜਿਹੜਾ ਕਰਜ਼ੇ ਦਾ ਬੋਝ ਸੀ, ਜੇ ਅਸੀਂ ਉਸ ਨੂੰ ਇਹ ਨਾ ਕਹਿੰਦੇ ਕਿ ਇਹ ਜਿਹੜਾ ਬੋਝ ਹੈ ਕਰਜ਼ੇ ਦਾ ਉਹ ਸਰਕਾਰ ਹੁਣ ਕਿਹੜੇ ਕਿਸਾਨ ਦੀ ਬਾਹ ਫੜ ਰਹੇ ਹੋ? ਰਿੰਪਲ ਮੇਟਾ ਬਿਲਕੁਲ ਫੜ ਰਹੇ ਆ। ਕਿਹੜੇ ਤੁਸੀਂ ਕਿਸਾਨ ਦੀ ਬਾਹ ਫੜ ਰਹੇ ਹੋ? ਬਜਟ ਸੈਸ਼ਨ ਆਉਣ ਦਿਓ। ਕਿਹੜੇ ਕਿਸਾਨ ਦੀ ਬਾਹ ਫੜ ਰਹੇ ਹੋ? ਮੇਰਾ ਸਵਾਲ ਇਹ ਹੈ ਰਿੰਪਲ ਮੇਟਾ ਸਾਹਿਬ, ਮੈਂ ਕੀ ਕਿਹੜੇ ਦੇਖੋ ਕਿਸਾਨ ਦੀ ਬਾਹ? ਡਾਕਟਰ ਟੀ ਹਾਕ ਕਮੇਟੀ ਬਣਾ ਕੇ ਅਸੀਂ ਬਾਹ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਡਾਕਟਰ ਟੀ ਹਾਕ ਕਮੇਟੀ ਬਣਾ ਕੇ ਅਸੀਂ ਕਿਸਾਨ ਦੇ ਨੂੰ ਲਾਹੇਵੰਦ ਧੰਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਕਿਸਾਨ ਦੇ ਜਿਹੜਾ ਕਰਜ਼ੇ ਮਾਫ ਕਰਨ ਦੀ ਅਸੀਂ ਗੱਲ ਕਰ ਰਹੇ ਹਾਂ। ਅਸੀਂ ਇਹ ਜਿਹੜਾ ਡਾਇਵਰਸਿਫਿਕੇਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ। ਅਸੀਂ ਇਹ ਗੱਲ ਕਰ ਰਹੇ ਹਾਂ ਕਿ ਪੰਜਾਬ ਦੇ ਕਿਸਾਨ ਨੂੰ ਅਸੀਂ ਖੁਸ਼ਹਾਲ ਕਿਵੇਂ ਬਣਾਉਣਾ, ਅਸੀਂ ਗੱਲ ਕਰ ਰਹੇ ਹਾਂ। ਜਿਹੜੇ ਨਤੀਜੇ ਹੈ ਤੁਸੀਂ ਉਸ ਦੀ ਸਾਨੂੰ ਸਮਾਂ ਤਾਂ ਦਿਓ, ਸੁਖਵਿੰਦਰ ਸੁਖੀ ਇੰਤਜ਼ਾਰ ਤਾਂ ਕਰੋ ਥੋੜਾ ਜਿਹਾ। ਵਕਤ ਦਿਓ ਸੁਖਵਿੰਦਰ ਸੁਖੀ, ਵਕਤ ਦੇਖੋ ਦਿਓ। ਜਿਹੜਾ 70 ਸਾਲ ਦੇ ਵਿੱਚ ਜੋ ਕਾਂਗਰਸ ਨੇ ਲੋਕਾਂ ਨੂੰ ਲੁੱਟਿਆ ਪੁੱਟਿਆ, ਉਹ ਤਾਂ ਕਹ ਰਹੇ 10 ਸਾਲ ਤੁਸੀਂ ਲੁੱਟ ਕੇ ਲੈ ਗਏ। ਦੇਖੋ ਇਹਨਾਂ ਦੀ ਆਦਤ ਬਣ ਗਈ ਵੀ ਝੂਠ ਬੋਲੀ ਜਾਓ, ਜੇਕਰ ਲੋਕ ਫੜਨਗੇ ਠੀਕ ਹੈ ਨਾ ਤਾਂ ਨਹੀਂ। ਦੇਖੋ ਇਹਨਾਂ ਨੇ ਜਿੰਨੇ ਵੀ ਗੱਲਾਂ ਕੀਤੀਆਂ, ਇਹਨਾਂ ਨੇ ਪਹਿਲਾਂ ਕਿਹਾ ਸੀ ਵੀ ਜੇ ਸਾਡੀ ਸਰਕਾਰ ਆਈ ਇਹ ਅਕਾਲੀ ਬੀਜੇਪੀ ਵਾਲਿਆਂ ਨੂੰ ਅਸੀਂ ਮਹੀਨੇ ਦੇ ਅੰਦਰ ਅੰਦਰ ਸਾਰਿਆਂ ਨੂੰ ਜੇਲ੍ਹਾਂ 'ਚ ਭੇਜ ਦਾਂਗੇ। ਅੱਜ ਇਹਨਾਂ ਪੁੱਛਦੇ ਅਸੀਂ ਬਾਹਰ ਕਿਉਂ ਘੁੰਮਦੇ ਆ, ਅੱਜ ਤੱਕ ਸਾਨੂੰ ਕਿਉਂ ਨਹੀਂ ਅੰਦਰ ਕੀਤਾ ਗਿਆ, ਜੇ ਅਸੀਂ ਮਾੜੇ ਸਾਨੂੰ ਅੰਦਰ ਕਿਉਂ ਨਹੀਂ ਕੀਤਾ ਗਿਆ। ਦੇਖੋ ਇਹਨਾਂ ਕੋਲ ਕੋਈ ਸਬੂਤ ਨਹੀਂ, ਇਹਨਾਂ ਨੂੰ ਆਦਤ ਹੀ ਆ ਝੂਠ ਬੋਲਣ ਦੀ, ਇਹ ਇਸ ਤੋਂ ਸਿਵਾ ਕਰੇ ਹੀ ਕੁਝ ਨਹੀਂ ਸਕਦੇ। ਤੁਸੀਂ 70 ਸਾਲ ਦੇ ਵਿੱਚ ਇਹ ਕਹਿੰਦੇ ਅਸੀਂ 10 ਸਾਲਾਂ ਪਿਛਲੇ 'ਚ ਕੀ ਕੀਤਾ। ਮੈਂ ਇਹਨਾਂ ਨੂੰ ਪੁੱਛਣਾ ਚਾਹਨਾ, ਜਦੋਂ ਇਹਨਾਂ ਦੀਆਂ ਸਰਕਾਰਾਂ ਸੀ ਕੀ ਪੰਜਾਬ ਦੇ ਅੰਦਰ ਕੋਈ ਸੜਕ ਬਣੀ? ਇਹਨਾਂ ਦਾ ਮੰਤਰੀ ਕਹਿੰਦਾ, ਇਹਨਾਂ ਦਾ ਪੁੱਛਣਾ ਲੀਡਰ ਕਹਿ ਰਿਹਾ ਸੀ, ਕਹਿੰਦਾ ਜੇ ਅਸੀਂ ਕੋਈ ਕੰਮ ਕਰਾਇਆ, ਇਹਨੂੰ ਪੁੱਛਿਆ ਵਿਧਾਨ ਸਭਾ ਦੇ ਵਿੱਚ, ਸਾਰੀ ਦੁਨੀਆ ਜਾਣਦੀ ਆ, ਕਹਿੰਦਾ ਅਸੀਂ ਪੈਚ ਵਰਕ ਕਰਾਇਆ। ਅੱਜ ਜੇਕਰ ਇੰਨੀਆਂ ਸੜਕਾਂ ਬਣੀਆਂ, ਇੰਨਾ ਇਨਫਰਾਸਟ੍ਰਕਚਰ ਡਿਵੈਲਪ ਹੋਇਆ, ਅੱਜ ਇਹ ਹਸਪਤਾਲ ਬਣੇ ਆ, ਜੇ ਅੱਜ ਮਜ਼ਦੂਰਾਂ ਨੂੰ 1000 ਬੱਸਾਂ ਵੀ ਬਣੀਆਂ, ਸੁਖੀ ਜੀ 1000 ਬੱਸਾਂ ਵੀ ਬਣੀਆਂ, ਤੁਸੀਂ ਦੇਖੋ ਸੁਖ ਵਿਲਾ ਵੀ ਬਣਿਆ, ਆਰਬਿਟ ਰਿਜ਼ੋਰਟ ਵੀ ਬਣਿਆ, ਭਾਈ ਗਲਤ ਬਣਿਆ ਕਿਉਂ ਨਹੀਂ ਮਾਨਸਾ ਪੜਦੇ? ਫਾਰਮ ਵੀ ਬਣਿਆ। ਗੱਲਾਂ ਕਰਦੇ ਹੋ ਤੁਸੀਂ ਕੇ ਅੰਦਰ ਕਰੋ, ਕਰਾਂਗੇ ਕਿਉਂ ਬੋਲਦੇ ਹੋ? ਤੁਸੀਂ ਕਾਬਲੀ ਅੰਦਰ ਕਰਾਂਗੇ, ਅਸੀਂ ਇੰਤਜ਼ਾਰ ਚੈਲੰਜ ਕਰੋ, ਕਰਦੇ ਤੁਹਾਡੇ ਕੋਲ time ਹੀ ਨਹੀਂ। ਇੰਤਜ਼ਾਰ ਕਰੋ, ਅੰਦਰ ਵੀ ਕਰਾਂਗੇ। ਜਿਹੜੀ ਤੁਸੀਂ ਗਿਣਾ ਰਹੇ ਹੋ ਜਾਂਚ ਕਰਾਓ ਨਾ ਉਹਨਾਂ ਦੀ। ਇੰਤਜ਼ਾਰ ਕਰੋ, ਮੈਂ ਕਿਹਾ ਅੰਦਰ ਵੀ ਕਰਾਂਗੇ। ਪੰਜਾਬ ਦੀ ਜਨਤਾ ਜਾਨਣਾ ਦੇਖੋ ਗੱਲ ਇਸ ਤਰ੍ਹਾਂ ਹੈ, ਮੇਰੀ ਗੱਲ ਸੁਣੋ, ਇਹਨਾਂ ਦਾ ਅਸੀਂ ਆ 3 ਦਿਨ ਪਹਿਲਾਂ ਹੀ ਇਹਨਾਂ ਦਾ ਇੱਕ ਬਹੁਤ ਕਮਾਊ ਪੁੱਤ ਸਰਿੰਦਰਪਾਲ ਸਿੰਘ ਪਹਿਲਵਾਨ ਸੀ ਉਹਦਾ ਨਾਮ, ਸੁਖਬੀਰ ਬਾਦਲ ਦਾ ਚਹੇਤਾ ਸੀ, 9 ਚਾਰਜ ਸੀ ਉਸਦੇ ਕੋਲੇ, ਔਰ ਉਹ ਉਸਨੇ ਜਿੰਨਾ ਲੁੱਟਿਆ ਪੰਜਾਬ ਨੂੰ, ਵਿਜੀਲੈਂਸ ਨੇ ਉਸ ਨੂੰ ਕਾਬੂ ਕਰ ਲਿਆ, ਔਰ ਉਹ ਇਸ਼ਾਰੇ ਸਿੱਧੇ ਦੇ ਸਿੱਧੇ ਉਹ ਬਈ ਸਾਰਾ ਕਰਦਾ ਜਾ ਕਹਿੰਦੇ ਰਿਹਾ ਸਾਨੂੰ ਹੈ। ਅੰਦਰ ਕਰੋ, ਇਸ ਲਈ ਇਹਨਾਂ ਨੂੰ ਅਸੀਂ ਅੰਦਰ ਕਰਾਂਗੇ। ਦੇਖੋ ਝੂਠ ਕਿਉਂ ਬੋਲਦੇ ਆ, ਅੱਜ ਤੱਕ ਝੂਠ ਦੀ ਰਾਜਨੀਤੀ ਛੱਡ ਦਿਓ, ਹੁਣ ਲੋਕ ਜਾਣ ਗਏ ਆ, ਲੋਕ ਤੁਹਾਡੇ ਗੱਲਾਂ 'ਚ ਨਹੀਂ ਆਣਗੇ। ਤੁਹਾਡੀ ਪਾਰਟੀ ਨਵੀਂ ਆਈ ਹੈ ਇਸ ਪੰਜਾਬ ਦੀ ਸਿਆਸਤ ਦੇ ਵਿੱਚ। ਮੇਰਾ ਸਵਾਲ ਹੈ ਕੁਲਤਾਰ ਸੰਧਵਾ, ਜਿਹੜੀਆਂ ਦੋਨੋਂ ਪਾਰਟੀਆਂ ਦਾਅਵੇ ਕਰ ਰਹੀਆਂ ਹੈਗੀਆਂ, ਤੁਸੀਂ ਇਹਨਾਂ ਪਾਰਟੀਆਂ ਤੋਂ ਵੱਖਰਾ ਕੀ ਪੰਜਾਬ ਦੀ ਜਨਤਾ ਦੀ ਗੱਲ ਕਰੋਗੇ? ਬੇਅਦਬੀ ਦੇ ਮੁੱਦੇ ਨੂੰ ਛੱਡ ਕੇ ਅਸੀਂ ਵੱਖਰਾ ਤਾਂ ਕੁਝ ਨਹੀਂ ਕਰਨਾ ਜੀ। ਅਸੀਂ ਤਾਂ ਜਿਹੜੇ ਲੋਕ ਗੱਲ ਕਹਿ ਰਹੇ ਉਹ ਅਸੀਂ ਵਿਧਾਨ ਸਭਾ 'ਚ ਇਹਨਾਂ ਦੇ ਸਾਹਮਣੇ ਲਿਆਉਣੀ ਹੈ ਕਿ ਲੋਕ ਇਹ ਕਹਿ ਰਹੇ ਆ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਇਹ ਸਰਕਾਰ ਅਕਾਲੀ ਦਲ ਦੀ ਹੈ ਕਿ ਕਾਂਗਰਸ ਦੀ ਬਣ ਗਈ। ਉਹੀ ਇਹ ਸਰਕਾਰ ਇਹ ਨਹੀਂ ਪਤਾ ਲੱਗ ਰਿਹਾ ਯਾਰ, ਤੁਸੀਂ ਇਹ ਮੈਨੂੰ ਨਹੀਂ ਪਤਾ ਲੱਗ ਡਾਕਟਰ ਰਿਹਾ। ਸਾਹਿਬ ਤੁਸੀਂ ਅਨਪੜ੍ਹ ਨਹੀਂ ਹੋ, ਤੁਸੀਂ ਸਿਆਣੇ ਹੋ। ਕਾਈਂਡਲੀ ਲੈਟ ਮੀ ਸਪੀਕ, ਲੈਟ ਮੀ ਸਪੀਕ, ਲੈਟ ਮੀ ਸਪੀਕ। ਇਹ ਹੁਣ ਅਕਾਲੀ ਦਲ ਦੀ ਸਰਕਾਰ ਨਹੀਂ ਕਿ ਕਬਜ਼ੇ ਚੱਲਣਗੇ, ਧੱਕੇਸ਼ਾਹੀ ਚੱਲੂਗੀ। ਪਲੀਜ਼ 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 ਬਾਈਂਡ ਇਟ, ਪਲੀਜ਼ ਬਾਈਂਡ ਇਟ, ਟੈਲ ਹਿਮ ਟੂ ਪਲੀਜ਼। नहीं, I'll answer. सर जी मैं बिल्कुल जवाब दूं, मैं बिल्कुल जवाब दूंगा। सर जी मैं ਤੁਹਾਨੂੰ ਇੱਕ ਗੱਲ ਦੱਸਦਾ, ਪਹਿਲਾਂ ਪੰਜਾਬ ਦੀ ਗੱਲ ਕਰ ਲਓ, ਦਿੱਲੀ ਦੀ ਗੱਲ ਵੀ ਤੁਹਾਨੂੰ ਦੱਸ ਦਿਆਂਗੇ। ਗੱਲ ਇਹ ਆ ਵੀ ਸਾਰਿਆਂ ਨੂੰ ਪਤਾ ਵੀ ਸ਼ਰਾਬ ਦੇ ਠੇਕੇਦਾਰ ਇਹਨਾਂ ਦੇ ਐਮਐਲਏ ਕਰਦੇ ਸੀ, ਠੇਕੇਦਾਰੀ ਕਰਦੇ ਸੀ। ਸਾਰਿਆਂ ਨੂੰ ਪਤਾ ਜਿਹੜੀਆਂ ਰੇਤੇ ਦੀਆਂ ਖੱਡਾਂ ਇਹਨਾਂ ਦੇ ਐਮਐਲਏਆਂ ਦੇ ਕੋਲੇ ਸੀ। ਸਾਰਿਆਂ ਨੂੰ ਪਤਾ ਪੰਜਾਬ ਨੂੰ ਲੁੱਟਿਆ ਗਿਆ, ਪਰ 3 ਮਹੀਨੇ ਬੀਤ ਜਾਣ ਤੋਂ ਬਾਅਦ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋਈ? ਇਸ ਕਰਕੇ ਨਹੀਂ ਹੋਈ ਕਿ ਜਿਹੜੀ ਗੱਲ ਅਸੀਂ ਕਹਿੰਦੇ ਸੀ ਲੋਕਾਂ ਨੂੰ ਕਿ ਰਲੇ ਹੋਏ ਆ, ਇਹ ਸਰ ਰਲੇ ਹੋਏ ਆ। ਲੋਕਾਂ ਨੂੰ ਐਂ ਲੱਗਦਾ ਕਿ ਹੋਮ ਮਿਨਿਸਟਰ ਅੱਜ ਸੁਖਬੀਰ ਬਾਦਲ ਹੈ, ਕਿਉਂਕਿ ਡੀਜੀਪੀ ਵੀ ਉਹਨਾਂ ਲਾਇਆ ਹੋਇਆ, ਸਾਰੀ ਐਡਮਿਨਿਸਟ੍ਰੇਸ਼ਨ ਉਹਦੀ। ਇਹ ਨੂਰਾ ਕੁਸ਼ਤੀ ਕਰ ਰਹੀ ਹੈ, ਨੂਰਾ ਕੁਸ਼ਤੀ ਰਲੇ ਹੋਏ ਆ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ,
ਇਹਨਾਂ ਦਾ ਇਹ ਹਰ ਰਲੇ ਲੀਡਰ ਹੋਏ ਝੂਠਾ ਸੀਗੇ, ਹੈ। ਤੁਹਾਡੇ ਵਰਗੇ ਐਮਐਲਏ ਕਿਉਂ ਬਣ ਗਏ ਦੇਖੋ, ਫਿਰ? ਬਿਲਕੁਲ ਇਸੇ ਕਰਕੇ ਬਣੇ ਅਸੀਂ ਕਿ ਲੋਕਾਂ ਨੇ ਇਹ ਗੱਲ ਜਾਣ ਲਈ ਸੀ, ਜਿੱਥੇ ਜਿੱਥੇ ਅਸੀਂ ਦੱਸਣ 'ਚ ਕਾਮਯਾਬ ਹੋ ਗਏ ਥੱਲੇ ਵੀ ਭਾਈ ਪੈਸੇ ਦੋਨੇ ਪਾਸੇ ਲੈ ਲਿਓ, ਇਹ ਤੁਹਾਨੂੰ 70 ਸਾਲ ਲੁੱਟਦੇ ਰਹੇ ਆ, ਹੁਣ ਤੁਸੀਂ ਇਹਨਾਂ ਨਾਲ ਠੱਗੀ ਮਾਰ ਲਓ। ਜਿੱਥੇ ਜਿੱਥੇ ਲੋਕਾਂ ਨੇ ਇਹਨਾਂ ਦੋਵਾਂ ਦੇ ਲੋਕਾਂ ਨਾਲ ਠੱਗੀ ਮਾਰੀ, ਉੱਥੇ ਅਸੀਂ ਜਿੱਤ ਕੇ ਆਏ ਆ, ਉੱਥੇ ਅਸੀਂ ਜਿੱਤ ਗਏ। ਸਾਨੂੰ ਲੋਕਾਂ ਨੇ ਬਿਨਾਂ ਪੈਸਿਆਂ ਤੋਂ ਅਸੀਂ ਨਹੀਂ ਸਿਖਾਇਆ, ਅਸੀਂ ਨਹੀਂ ਸਿਖਾਇਆ, ਅਸੀਂ ਨਹੀਂ ਸਿਖਾਇਆ। ਯਾਰ ਗੱਲ ਆ ਤੁਸੀਂ ਰੌਲਾ ਪਾਈ ਜਾਂਦੇ ਤੁਸੀਂ। ਮੈਂ ਤੁਹਾਨੂੰ ਗੱਲ ਦੱਸਦਾ, ਤੁਸੀਂ ਝੂਠ ਬੋਲੋ। ਮੈਂ 1 ਰੁਪਈਆ ਅਸੀਂ ਬੋਲਿਆ ਕਰਨਾ 1 ਰੁਪਈਆ ਕੁਲਤਾਰ ਸਿੰਘ ਸੰਧਵਾ ਨੇ ਵੋਟਾਂ 'ਚ ਨਹੀਂ ਵੰਡਿਆ। ਤੁਹਾਡਾ ਬੰਦਾ ਸੌ ਪਾ ਕੇ ਕਵੇ ਇੱਕ ਬੋਤਲ ਸ਼ਰਾਬ ਦੀ ਨਹੀਂ ਦਿੱਤੀ, ਕਿਸੇ ਨੂੰ ਪੈਸੇ ਨਹੀਂ ਪੋਏ। ਅਸੀਂ ਸਾਨੂੰ ਲੋਕਾਂ ਨੇ ਜਿਤਾਇਆ, ਸਾਨੂੰ ਲੋਕਾਂ ਨੇ ਜਿਤਾਇਆ, ਕੰਬਲ ਦੇ ਬੰਦੇ ਸਾਨੂੰ ਲੋਕਾਂ ਨੇ ਜਿਤਾਇਆ, ਬੰਦਾ ਹਟ ਕੇ ਸਾਨੂੰ ਲੋਕਾਂ ਨੇ ਜਿਤਾਇਆ, ਡਾਕਟਰ ਸੁਖਿਆਰ ਸਾਨੂੰ ਲੋਕਾਂ ਨੇ ਜਿਤਾਇਆ, ਸਾਨੂੰ ਲੋਕਾਂ ਨੇ ਜਿਤਾਇਆ। ਇੱਕ ਮਿੰਟ ਕੁਲਤਾਰ ਸਿੰਘ ਜੀ। ਸਰ ਜੀ ਧਾਲੀਵਾਲ, ਅਸੀਂ ਡਿਬੇਟ ਦੇ ਤੀਜੇ ਹਿੱਸੇ ਵਿੱਚ ਆ। ਪਹਿਲੇ ਦਿਨ ਉੱਥੇ ਕੁਝ ਨਹੀਂ ਹੋਣਾ ਵਿਧਾਨ ਸਭਾ ਦੇ ਵਿੱਚ, ਦੂਜੇ ਦਿਨ ਵੀ ਤੁਸੀਂ ਕਹਿ ਰਹੇ ਹੋ ਵੀ ਕੁਝ ਨਹੀਂ ਹੋਣਾ, Non-official day ਹੈ। ਤੀਜੇ ਦਿਨ ਆ ਕੁਝ ਹੋਊਗਾ ਜੋ ਕੁਝ ਇੱਥੇ ਹੋ ਰਿਹਾ। ਹਾਂ ਹੋਏਗਾ, ਪੱਕਾ ਹੋਏਗਾ। ਇਹ ਤਾਂ ਦੇਖੋ ਨੂਰਾ ਕੁਸ਼ਤੀ ਕਰਨੀ ਹੈ ਜੀ, ਇਹਨਾਂ ਨੇ ਰਲੇ ਹੋਏ ਆ, ਇਹਨਾਂ ਨੇ ਰੌਲਾ ਹੀ ਪਾਉਣਾ ਉੱਥੇ, ਕਿਸੇ ਗੱਲ ਦਾ ਜਵਾਬ ਨਹੀਂ ਦੇਣਾ। ਮੈਂ ਗੱਲ ਕਹਿਣੀ ਚਾਹਨਾ ਸਾਨੂੰ ਪੁੱਛਣਾ ਚਾਹਨਾ ਇਹਨਾਂ ਦੀ ਗੱਲ ਵੀ ਸੁਣ ਲਈਏ। ਇਹ ਸਪੀਕਰ ਹੈ ਆਪਣੇ ਚਾਲੇ। ਹਾਂਜੀ ਬੋਲੋ ਜੀ। ਇਹ ਤਾਂ ਦੇਖੋ ਹੋਏਗਾ ਹੀ ਹੋਏਗਾ। ਹਾਂ। ਗਰਮਾ ਗਰਮੀ ਤਾਂ ਹੋਏਗੀ ਹੋਏਗੀ ਸੈਸ਼ਨ ਵਿੱਚ। ਇਸ ਤਰ੍ਹਾਂ ਸਧਾਰਨ ਸੈਸ਼ਨ ਦੇ ਰੂਪ ਦੇ ਵਿੱਚ ਨਹੀਂ ਚੱਲੇਗਾ ਜਿਸ ਤਰ੍ਹਾਂ ਸਾਨੂੰ ਲੱਗ ਹੀ ਰਿਹਾ। ਤੇ ਉੱਥੇ ਗਰਮਾ ਗਰਮੀ ਪੂਰੀ ਹੋਏਗੀ, ਕਿਉਂਕਿ ਮੁੱਦੇ ਇਹੋ ਜਿਹੇ ਗਰਮ ਨੇ, ਇੰਨੇ ਗਰਮ ਨੇ ਮੁੱਦੇ, ਜਿਨ੍ਹਾਂ ਤੇ ਯਕੀਨ ਹੈ ਕੋਈ ਵੀ ਪਾਰਟੀ ਜਿਹੜੀ ਹੈਗੀ ਨਾ ਤਾਂ ਆਪੋਜੀਸ਼ਨ ਚੁੱਪ ਕਰਕੇ ਬੈਠਣੀ ਹੈ ਤੇ ਨਾ ਹੀ ਸਰਕਾਰੀ ਧਿਰ ਚੁੱਪ ਕਰਕੇ ਬੈਠਣੀ। ਨਹੀਂ ਉਹ ਠੀਕ ਹੈ ਗੱਲ ਤੁਹਾਡੀ। ਮੇਰਾ ਸਵਾਲ ਇਸ ਕਰਕੇ ਸੀਗਾ ਕਿ ਤੇ ਮੁੱਦੇ ਸਿਆਸੀ ਤਾਂ ਨਹੀਂ ਰਹਿ ਜਾਣਗੇ, ਪੰਜਾਬ ਦੀ ਜਨਤਾ ਲਈ ਉਹਨਾਂ ਮੁੱਦਿਆਂ ਵਿੱਚੋਂ ਕੁਝ ਨਿਕਲੇਗਾ ਨਹੀਂ, ਉਹਦੇ ਜੇ ਇਹੋ ਤੇ- ਜਿਹਾ ਰੌਲਾ ਪਊਗਾ ਤਾਂ। ਇਹ ਹੁੰਦਾ ਇਸ ਤਰ੍ਹਾਂ ਹੀ ਹੈ ਜੀ। ਹਾਂ। ਸੈਸ਼ਨ ਵਿੱਚ ਗਰਮਾ ਗਰਮੀ ਕੌਣ ਪਾਰਟੀ, ਕਿਹੜੀ ਪਾਰਟੀ ਕਿਹੜਾ ਮੁੱਦਾ ਕਿੰਨੇ ਜ਼ੋਰ ਨਾਲ ਉਠਾਉਂਦੀ ਹੈ, ਉਹੀ ਪਾਰਟੀ ਨੰਬਰ ਲੈ ਕੇ ਜਾਂਦੀ ਹੈ। ਉੱਥੇ ਜਿਹੜੀ ਸਿਆਣੀ ਜੀ ਗੱਲ ਹੁੰਦੀ ਹੈ ਉਹਨੂੰ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ। ਸਿਆਣੀ ਜੀ ਗੱਲ ਫਿਰ ਆਪਾਂ ਨਾ ਕਰੀਏ ਸਿਆਣੀ ਗੱਲ ਐਵੇਂ ਲੱਗਦਾ। ਉਹਦੇ ਇੱਕ ਬਹੁਤ ਛੋਟਾ ਬ੍ਰੇਕ ਦਿੱਕਤ ਲੈਣੀ, ਚਲੋ ਫਿਰ ਆਪਾਂ ਇਹਨਾਂ ਦੀ ਗੱਲ ਕਰਦੇ ਆ। ਹਾਂਜੀ। ਇੱਕ ਛੋਟਾ ਬ੍ਰੇਕ ਲੈਣੇ ਆ। ਸਿਆਣੀ ਗੱਲ ਹੈ ਕਹਿੰਦੇ ਜ਼ਿਆਦਾ ਉੱਤੇ ਹੁੰਦੀ ਨਹੀਂ, ਕੋਸ਼ਿਸ਼ ਕਰਾਂਗੇ ਜੇ ਕੋਈ ਗੱਲ ਨਿਕਲਦੀ ਹੈ। ਬਿਲਕੁਲ ਵਾਪਸ ਇਜਲਾਸ ਲਈ ਅਭਿਆਸ ਦੀ ਗੱਲ ਹੋ ਰਹੀ ਹੈ ਤੇ ਅਭਿਆਸ ਦੀ ਅਸਲ ਤਸਵੀਰ ਹੈ ਜਿਹੜੀ ਅਸੀਂ ਪਿਛਲੇ ਹਿੱਸੇ ਵਿੱਚ ਦੇਖ ਚੁੱਕੇ ਹਾਂ। ਹੁਣ ਆਖਰੀ ਹਿੱਸੇ ਦੇ ਵਿੱਚ ਆ ਅਸੀਂ, ਜਦੋਂ ਇਜਲਾਸ ਖਤਮ ਹੋਵੇਗਾ ਕਿਹੋ ਜਿਹਾ ਹੋਵੇਗਾ ਉਹ ਅਸੀਂ ਇਸ ਦੇ ਵਿੱਚ ਦੇਖ ਸਕਦੇ ਹਾਂ। ਸਵਾਲ ਇਹੀ ਹੈ, ਬਜਟ ਇਜਲਾਸ ਤੋਂ ਪਹਿਲਾਂ ਕੀਤੀਆਂ ਬੈਠਕਾਂ ਵਿੱਚ ਸਿਆਸਤ ਨੇ ਕੀ ਤਿਆਰੀ ਕੀਤੀ ਹੈ, ਉਸ ਤਿਆਰੀ ਦਾ ਟ੍ਰੇਲਰ ਜਿਹੜਾ ਤੁਸੀਂ ਇੱਥੇ ਦੇਖ ਚੁੱਕੇ ਹੋ। ਸਰਬਜੀਤ ਧਾਲੀਵਾਲ, ਮੈਂ ਤੁਹਾਡੇ ਨਾਲ ਹੀ ਇਹ ਡਿਬੇਟ ਦਾ ਜਿਹੜਾ ਆਖਰੀ ਹਿੱਸਾ ਉਹ ਸ਼ੁਰੂ ਕਰਾਂਗਾ। ਸਿਆਸਤ ਨੇ ਜਿਹੜੀ ਤਿਆਰੀ ਕੀਤੀ, ਤੁਸੀਂ ਕਹਿ ਰਹੇ ਸਿਆਣੀਆਂ ਗੱਲਾਂ ਉੱਥੇ ਨਹੀਂ ਹੋਣਗੀਆਂ। ਇਹਨਾਂ ਮਤਲਬ ਅਸੀਂ ਉੱਥੇ ਜੇ ਜਾਵਾਂਗੇ, ਅਸੀਂ ਇਹ ਚਰਚਾ ਦੇਖਾਂਗੇ, ਸਿਆਣੀ ਗੱਲ ਉੱਥੇ ਸੁਣਨ ਨੂੰ ਦੇਖਣ ਨੂੰ ਨਹੀਂ ਮਿਲੇਗੀ, ਸਿਰਫ ਹੰਗਾਮਾ ਹੀ ਦੇਖਣ ਨੂੰ ਮਿਲੇਗਾ। ਤੁਸੀਂ ਕਹਿ ਰਹੇ ਹੋ ਹੰਗਾਮੇ ਵਿੱਚੋਂ ਬਹੁਤ ਕੁਝ ਨਿਕਲਦਾ ਹੈਗਾ। ਤੁਹਾਨੂੰ ਲੱਗਦਾ ਹੈ ਕਿ ਕਿਸਾਨੀ ਕਰਜ਼ੇ ਦਾ ਹੱਲ ਉੱਥੋਂ ਨਿਕਲ ਆਵੇਗਾ? ਕਿਉਂਕਿ ਇਹਨਾਂ ਵਿੱਚ ਕਈ ਸਪੋਕਸਪਰਸਨ ਇਹਨਾਂ ਦੇ ਵਿੱਚ ਉਹ ਕਹਿ ਰਹੇ ਆ ਕਿ 2.5 ਏਕੜ ਦੇ ਕਿਸਾਨਾਂ ਦੀ ਗੱਲ ਸੁਣੀ ਜਾਵੇਗੀ, ਬਾਕੀ ਕਿਸਾਨਾਂ ਲਈ ਫਿਲਹਾਲ ਸਾਡੇ ਕੋਲ ਕੁਝ ਨਹੀਂ ਨਿਕਲੇਗਾ। ਹਾਂ, ਉਹ ਨਿਕਲੇਗਾ। ਕਿਉਂ ਨਿਕਲੇਗਾ? ਠੀਕ ਹੈ। ਕਿਉਂਕਿ ਇਸ ਵੇਲੇ ਦੇਸ਼ ਭਰ ਵਿੱਚ ਜਿਹੜੀਆਂ ਸਟੇਟ ਸਰਕਾਰਾਂ ਉਹ ਬਹੁਤ ਦਬਾਅ ਹਨ। ਮਹਾਰਾਸ਼ਟਰ ਦੀ ਸਰਕਾਰ ਤੇ ਦਬਾਅ ਪਿਆ, ਉਹਨਾਂ ਨੂੰ ਕਰਜ਼ਾ ਮਾਫ ਕਰਨਾ ਪਿਆ। ਕੱਲ 37,000 ਕਰੋੜ ਰੁਪਏ ਉਹਨੇ ਮਾਫ ਕੀਤਾ। ਮੱਧ ਪ੍ਰਦੇਸ਼ ਦੀ ਸਰਕਾਰ ਤੇ ਬਹੁਤ ਦਬਾਅ ਪਿਆ ਹੋਇਆ, ਉੱਥੇ ਵੀ ਕਰਜ਼ਾ ਮਾਫੀ ਦੀ ਗੱਲ ਚੱਲ ਪਈ ਹੈ। ਇਸ ਤੋਂ ਬਿਨਾਂ ਯੂਪੀ 'ਚ ਪਹਿਲਾਂ ਸ਼ੁਰੂ 'ਚ ਹੀ ਹੋ ਗਿਆ ਸੀਗਾ। ਕੱਲ ਦੇ ਪਰਸੋਂ ਦੇ ਤੁਸੀਂ ਦੇਖਿਆ ਵੀ ਹਰਿਆਣਾ ਦੇ ਜਿਹੜੇ ਜਾਟ ਹੈਗੇ ਨੇ ਉਹਨਾਂ ਨੇ ਵੀ ਇੱਕ ਆਪਣਾ ਚੁਣੌਤੀ ਦਿੱਤੀ ਹੈ ਸਰਕਾਰ ਨੂੰ ਕਿ ਸਾਡਾ ਜੇ ਕਰਜ਼ਾ ਨਹੀਂ ਮਾਫ ਕਰੋਗੇ ਤਾਂ ਅਸੀਂ ਵੀ ਅੰਦੋਲਨ ਦੇ ਰਾਹ ਤੇ ਪੈ ਜਾਵਾਂਗੇ। ਤੋਂ ਜਦੋਂ ਆਪੋਜੀਸ਼ਨ ਪ੍ਰੈਸ਼ਰ ਬਿਲਡ ਕਰੇਗੀ ਤੇ ਲੋਕ ਤਾਂ ਜਿਹੜੇ ਜ਼ਿਮੀਂਦਾਰ ਉਹ ਤਾਂ ਪਹਿਲੇ ਹੀ ਵਾਲੇ ਆਏ ਹੋਏ ਨੇ, ਉਹਨਾਂ ਦਾ ਤਾਂ ਵੈਸੇ ਇਸ ਵੇਲੇ ਇੰਨੀ ਹਾਲਤ ਗੰਭੀਰ ਹੈਗੀ ਕਿ ਹਰ ਰੋਜ਼ ਅਸੀਂ ਖਬਰਾਂ ਪੜ੍ਹਦੇ ਹਾਂ, ਕਦੇ 2 ਕਿਸਾਨ ਸੁਸਾਈਡ ਕਰ ਰਹੇ ਆ, ਕਦੇ 3 ਕਰ ਰਹੇ ਨੇ। ਅੱਜ ਹੀ ਤੁਸੀਂ ਦੇਖਿਆ ਹੋਣਾ ਪੰਜਾਬੀ ਟਾਊਨ ਦੇ ਫਰੰਟ ਪੇਜ ਤੇ 2 ਕਿਸਾਨਾਂ ਨੇ ਧਾਲੀਵਾਲ ਸੁਸਾਈਡ ਸਾਹਿਬ, ਕੀਤਾ। ਖਬਰ ਪੁਖਤਾ ਨਹੀਂ ਹੈਗੀ ਪਰ ਚਰਚਾ ਚੱਲ ਰਹੀ ਹੈਗੀ ਕਿ ਵਿਧਾਨ ਸਭਾ ਦੇ ਬਾਹਰ ਵੀ ਕਿਸਾਨ ਆ ਜਿਹੜੇ ਉਹ ਇਕੱਠੇ ਕੀਤੇ ਜਾ ਸਕਦੇ। ਹੋ ਸਕਦਾ ਹਾਂ। ਇਹ ਹੋ ਸਕਦਾ ਕਿ ਪਹਿਲੇ ਕਈ ਦਿਨਾਂ ਤੋਂ ਕਿਸਾਨ ਨੇ ਮੀਟਿੰਗਾਂ ਚੱਲ ਰਹੀਆਂ। ਕੱਲ ਵੀ ਕਿਸਾਨਾਂ ਨੇ 8-10 ਥਾਵਾਂ ਤੇ ਧਰਨੇ ਮਾਰੇ ਨੇ, ਸਾਰੇ ਮਾਲਵੇ 'ਚ ਮਾਰੇ ਨੇ। ਉਸ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੀ ਧਰਨੇ ਵੱਜੇ ਨੇ। ਉਹ ਲੱਗਦਾ ਕਿ ਪੰਜਾਬ ਦੇ ਕਿਸਾਨਾਂ 'ਚ ਵੀ ਥੋੜੀ ਹੌਲੀ ਹਲਚਲ ਚੱਲ ਰਹੀ ਹੈ, ਜਿਸ ਤਰ੍ਹਾਂ ਕਿ ਦੂਸਰੇ ਦੇਸ਼ ਦੇ ਹਿੱਸਿਆਂ ਵਿੱਚ ਚੱਲ ਰਹੀ ਹੈ। ਇਨਫੈਕਟ ਨਾ ਸਾਰੇ ਦੇਸ਼ ਵਿੱਚ ਹੀ ਕਿਸਾਨੀ ਬਹੁਤ ਤੰਗ ਹੈ, ਪਰੇਸ਼ਾਨ ਹੈ ਬਹੁਤ ਜ਼ਿਆਦਾ, ਖਾਸ ਕਰਕੇ ਉਹਨਾਂ ਸਟੇਟਾਂ ਵਿੱਚ ਜਿੱਥੇ ਉਹਨਾਂ ਦਾ ਕੋਈ ਮਸਲਾ ਹੱਲ ਹੋਊਗਾ ਜਿੱਥੇ ਕਿਸਾਨ ਨੇ ਮੰਨ ਕੇ ਚੱਲੀਏ, ਜਿੱਥੇ ਕਿਸਾਨ ਨੇ ਵੱਡਾ ਕੀਤਾ ਹੈ, ਮਤਲਬ ਜਿਵੇਂ ਯੂਪੀ ਹੋ ਗਿਆ, ਪੰਜਾਬ ਹੋ ਗਿਆ, ਹਰਿਆਣਾ ਹੋ ਗਿਆ, ਮੱਧ ਪ੍ਰਦੇਸ਼ ਹੋ ਗਿਆ, ਆਂਧਰਾ ਪ੍ਰਦੇਸ਼ ਹੋ ਗਿਆ, ਕਰਨਾਟਕਾ ਹੋ ਗਿਆ। ਇਹਨਾਂ ਦੇ ਤੁਸੀਂ ਆਸਮਾਨ ਦੋ ਕਿਸਾਨਾਂ ਲਈ ਕੁਝ ਹੋਏਗਾ, ਨਹੀਂ ਤਾਂ ਦੇਸ਼ ਵਿੱਚ ਵੈਸੀ ਤਸੱਲੀ ਮਚ ਜਾਏਗੀ, ਕਰਨਾ ਪਏਗਾ। ਰਿੰਪਲ ਮੇੜਾ ਸਾਹਿਬ, ਧਾਲੀਵਾਲ ਸਾਹਿਬ ਆਸਮੰਦ ਹੈਗੇ ਆ ਪਰ ਬਾਕੀ ਜਿਹੜੇ ਪੋਲੀਟੀਕਲ ਪਾਰਟੀਆਂ ਹੈਗੀਆਂ ਉਹ ਆਸਮੰਦ ਨਹੀਂ ਹੈਗੀਆਂ। ਦੇਖੋ, ਕਿਉਂਕਿ 2.5 ਏਕੜ ਵਾਲਾ ਮਸਲਾ ਧਾਲੀਵਾਲ ਸਾਹਿਬ ਵੀ ਆਸਵੰਦ ਨੇ ਔਰ ਪੰਜਾਬ ਦੇ ਲੋਕ ਵੀ ਆਸਵੰਦ ਨੇ ਔਰ ਸਾਡੀ ਜਿਹੜੀ ਵੀ ਸੰਜੀਦਗੀ, ਬਿਲਕੁਲ ਅਸੀਂ ਜਿਹੜਾ ਇਸ ਬਜਟ ਸੈਸ਼ਨ ਨੂੰ ਤਿਆਰ ਕੀਤਾ ਹੈ ਬੜੀ ਸੰਜੀਦਗੀ ਹੈ।
ਜੇਕਰ ਆਸਵੰਦ ਨਹੀਂ ਹਨ ਤਾਂ ਇਹ ਰੌਲਾ ਰੱਪਾ ਪਾਉਣ ਵਾਲੀਆਂ ਵਿਰੋਧੀ ਪਾਰਟੀਆਂ ਹੀ ਆਸਵੰਦ ਨਹੀਂ ਹਨ। ਔਰ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਕੁਝ ਚੰਗਾ ਵੀ ਕਰਾਂਗੇ ਔਰ ਉਸ ਦੇ ਵਿੱਚੋਂ ਵੀ ਇਹਨਾਂ ਨੇ ਜਿਹੜੇ ਆ ਨੁਕਤਾਚੀਨੀ ਔਰ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਆਪਦੇ ਆਪ ਨੂੰ ਜਸਟੀਫਾਈ ਕਰਨ ਵਾਸਤੇ, ਆਪਦੀਆਂ ਗੁਨਾਹਾਂ ਨੂੰ ਲੁਕਾਉਣ ਵਾਸਤੇ ਇਹ ਰੌਲਾ ਪਾਉਣਗੇ। ਮੈਂ ਲੋਕਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਬੇਨਤੀ ਕਰਦਾ ਕਿ ਸਾਡੀ ਕਾਰਗੁਜ਼ਾਰੀ ਵੇਖੋ, ਇਹਨਾਂ ਦੇ ਡਰਾਮਿਆਂ ਤੋਂ ਗੁਰੇਜ਼ ਕਰੋ। ਸੁਖਵਿੰਦਰ ਸੁੱਖੀ ਤੁਸੀਂ ਡਰਾਮੇ ਕਰਦੇ ਹੋ ਸਾਰੇ। ਦੇਖੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਅੱਜ ਜਿਹੜਾ ਦੇਸ਼ ਦਾ ਵੋਟਰ ਉਹ ਇੰਨਾ ਸਿਆਣਾ ਹੋ ਜਾਣਾ ਚਾਹੀਦਾ। ਸਾਨੂੰ ਪ੍ਰੈਸ਼ਰ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਕਿਉਂ ਪ੍ਰੈਸ਼ਰ ਬਣਾਉਣਾ ਪਵੇ? ਜੇ ਮੈਂ ਤੁਹਾਡੇ ਨਾਲ ਕੋਈ ਕਮਿਟਮੈਂਟ ਕੀਤੀ ਹੈ, ਮੇਰੀ ਡਿਊਟੀ ਬਣਦੀ ਹੈ ਕਿ ਮੈਂ ਕਮਿਟਮੈਂਟ ਪੂਰੀ ਕਰਾਂ। ਅੱਜ ਕਹਿੰਦਾ ਹਰ ਇੱਕ ਨੂੰ ਸੰਘਰਸ਼ ਕਰਨਾ ਪੈ ਰਿਹਾ। ਅੱਜ ਤੁਸੀਂ ਗੱਲ ਕਰਦੇ ਹੋ ਵੀ ਕਿਸਾਨ ਕਹਿੰਦਾ ਇਕੱਠੇ ਹੋ ਕੇ ਵਿਧਾਨ ਸਭਾ ਦਾ ਘਿਰਾਓ ਕਰ ਸਕਦੇ, ਕਿਉਂ ਕਰਨਾ ਪਵੇ? ਕਿਹਨੇ ਵਾਅਦਾ ਕੀਤਾ? ਇਹ ਕਹਿੰਦਾ ਸਾਨੂੰ ਲੋਕਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਪਏਗਾ। ਸਾਨੂੰ ਵੋਟ ਪਾਉਣ ਲੱਗੇ ਸੋਚਣਾ ਪਏਗਾ ਕਿ ਜਿਹੜਾ ਇਹ ਵਾਅਦਾ ਕਰ ਰਿਹਾ ਕਿ ਇਹ ਪੂਰਾ ਕਰਨਗੇ ਕਿ ਨਹੀਂ ਕਰਨਗੇ। ਕਿਉਂਕਿ ਜਿੰਨਾ ਚਿਰ ਇਸ ਤਰ੍ਹਾਂ ਸਿਆਸਤ ਨਹੀਂ ਜਾਏਗੀ, ਫਿਰ ਇਹ ਕਾਂਗਰਸ ਦੇ ਵਿੱਚ ਇਹ ਇੱਕ ਰੀਤ ਇਹਨਾਂ ਨੇ ਪੈਦਾ ਕਰਤੀ। ਇਹਨਾਂ ਨੇ 70 ਸਾਲ ਦੇ ਵਿੱਚ ਇਹੀ ਕੁਝ ਕੀਤਾ। ਇਹਨਾਂ ਲੋਕਾਂ ਨਾਲ ਵਾਅਦੇ ਕਰਦੇ ਰਹੇ ਪਰ ਪੂਰਾ ਕਦੇ ਨਹੀਂ ਕੀਤਾ। ਪਰ ਹੁਣ ਲੋਕ ਜਾਗਰੂਕ ਹੁੰਦੇ ਜਾ ਰਹੇ ਹਨ। ਹਰਜੀਤ ਗਰੇਵਾਲ ਵੈਸੇ ਮੈਂ ਤੁਹਾਨੂੰ ਸਵਾਲ ਕੀਤਾ ਨਹੀਂ ਸੀਗਾ, ਪਰ ਮੈਨੂੰ ਕਰਨਾ ਪਊਗਾ। ਜੇ ਤੁਹਾਡੇ ਸਹਿਯੋਗੀ ਦਿੱਲੀ ਤੱਕ ਗੱਲ ਲੈ ਕੇ ਜਾਂਦੇ ਤੇ ਮੈਨੂੰ ਵੀ ਦਿੱਲੀ ਤੱਕ ਗੱਲ ਜਾਣੀ ਪਊਗੀ। ਜੋ ਮੋਦੀ ਸਰਕਾਰ ਨੇ ਕਿਸਾਨਾਂ ਲਈ ਕਿਹਾ ਸੀਗਾ ਉਹ ਕਿਉਂ ਨਹੀਂ ਕੀਤਾ? ਇਸ ਤਰ੍ਹਾਂ ਜੀ ਮੋਦੀ ਸਰਕਾਰ ਜੋ ਕਿਸਾਨਾਂ ਲਈ ਕਰ ਰਹੀ ਹੈ ਉਹ ਮੇਰਾ ਖਿਆਲ ਹੈ ਕਿਸੇ ਸਰਕਾਰ ਨੇ ਨਹੀਂ ਕੀਤਾ। ਔਰ ਮੱਧ ਪ੍ਰਦੇਸ਼ ਦੇ ਅੰਦਰ ਵੀ ਸਾਡੀ ਸਰਕਾਰ ਹੈ, ਭਾਰਤੀ ਜਨਤਾ ਪਾਰਟੀ ਦੀ। ਉੱਤਰ ਪ੍ਰਦੇਸ਼ ਤੁਹਾਡੇ ਵੀ ਤਾਂ ਸਾਡੀ ਆਪਦੀ ਮੁੱਖ ਮੰਤਰੀ ਉਥੇ ਧਰਨਾ ਕਰ ਲੈਂਦੇ ਮੈਂ ਨੇ। ਦੱਸ ਰਿਹਾ ਧਰਨਾ ਨਹੀਂ ਕਰ ਲੈਂਦੇ। 1000 ਕਰੋੜ ਦਾ ਕਰਜ਼ਾ ਮਾਫ ਕੀਤਾ, ਜੋ ਉਹਨੇ ਕੀਤਾ ਉਹ ਦੱਸ ਰਿਹਾ ਮੈਂ। ਜਿਨ੍ਹਾਂ ਚੋਂ 104 ਕਰੋੜ ਦਾ ਕਰਜ਼ਾ ਪੰਜਾਬ ਦਾ ਸੀ। ਅੱਜ ਤੱਕ ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਕਰਦਾ ਕਿ ਜਿਹੜੀ ਡਿਸਟ੍ਰੈਸ ਸੇਲ ਆ, ਕਿਸਾਨ ਨੂੰ ਘੱਟ ਕੀਮਤ ਤੇ ਐਮਐਸਪੀ ਦੀ ਸੇਲ ਖਰੀਦ ਜਿਹੜੀ ਆ ਬਾਅਦ ਸ਼ੁਰੂ ਹੁੰਦੀ ਆ, 300 400 500 ਰੁਪਏ ਕੁਇੰਟਲ ਤੇ ਇਹ ਜਿਹੜੇ ਵਪਾਰੀ ਨੇ ਔਰ ਸਰਕਾਰੀ ਅਧਿਕਾਰੀ ਨੇ ਔਰ ਪੋਲੀਟੀਸ਼ੀਅਨ ਨੇ ਇਹ ਉਹਨਾਂ ਦੀ ਲੁੱਟ ਕਰਦੇ ਆ ਮਿਲ ਕੇ। ਤੁਹਾਡੀ ਤਾਂ ਪਾਰਟੀ ਵਿੱਚੋਂ ਹੁਣ ਇਹ ਗੱਲ ਕਹਿਣ ਲੱਗ ਪਈ ਕਾਨੂੰਨਾਂ ਨਾਲ ਅਪਰਾਧ ਬਣਾਤਾ ਉੱਥੇ। ਲੋੜ ਨਹੀਂ ਹੈਗੀ। ਕਾਨੂੰਨਾਂ ਨਾਲ ਅਪਰਾਧ ਬਣਾਤਾ। ਕਹਿਣ ਨਹੀਂ ਲੱਗੀ। ਕਹਿ ਰਹੇ ਹੋ ਕਿ ਸਵਾਮੀ ਨਹੀਂ ਕਹਿਣ ਨਹੀਂ ਲੱਗੀ ਸਰ ਜੀ। ਐਫੀਡੇਵਿਟ ਦਿੱਤਾ ਸੁਪਰੀਮ ਕੋਰਟ ਦੇ ਵਿੱਚ ਕਿ ਅਸੀਂ ਨਹੀਂ ਲਾਗੂ ਕਰਨੀ ਸਵਾਮੀਨਾਥਨ ਰਿਪੋਰਟ। ਔਰ ਜਿਹੜੀਆਂ ਅੱਛੀਆਂ ਗੱਲਾਂ ਨੇ ਉਹ ਵੀ ਸੁਣ ਲਓ। ਕਰੋੜ ਰੁਪਇਆ ਸੈਂਟਰ ਤੋਂ ਆਉਂਦਾ ਸੀਸੀ ਲਿਮਟ ਚ ਖਾ ਗਏ। ਬੋਲਣ ਨਹੀਂ ਦੇ ਰਹੇ ਮੇਡਾ ਸਾਹਿਬ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਆ ਕੇਂਦਰ ਨੂੰ ਚਿੱਠੀਆਂ ਲਿਖਦੀ ਆ। ਜੋਗੀ ਆਦਿੱਤਿਆਨਾਥ ਨੇ ਕੇਂਦਰ ਨੂੰ ਨਹੀਂ ਚਿੱਠੀ ਲਿਖੀ। 36000 ਕਰੋੜ ਖੁਦ ਦੇ ਕੋਲੋਂ ਦਿੱਤਾ ਸਟੇਟ ਗਵਰਨਮੈਂਟ ਨੇ। ਇਸੇ ਤਰ੍ਹਾਂ ਮਹਾਰਾਸ਼ਟਰ ਸਰਕਾਰ ਨੇ ਵੀ ਕੇਂਦਰ ਨੂੰ ਨਹੀਂ ਚਿੱਠੀ ਲਿਖੀ। ਕੈਪਟਨ ਅਮਰਿੰਦਰ ਸਿੰਘ ਕਿਉਂ ਚਿੱਠੀਆਂ ਲਿਖਦਾ? ਜੋ ਕਿਹਾ ਹੈਗਾ ਉਹ ਕਰਨਾ ਚਾਹੀਦਾ ਇਹਨਾਂ ਨੂੰ। ਔਰ ਸਾਡੀ ਸਰਕਾਰ, ਅਸੀਂ ਆਪਣਾ ਰਿਪੋਰਟ ਕਾਰਡ ਲੈ ਕੇ ਹਰ ਸਾਲ ਆਉਨੇ ਆ ਔਰ 5 ਸਾਲ ਬਾਅਦ ਜਦੋਂ ਅਸੀਂ ਆਵਾਂਗੇ ਅਸੀਂ ਕਿਸਾਨਾਂ ਲਈ ਜੋ ਕਰਕੇ ਆਵਾਂਗੇ ਉਹ ਸਾਰਿਆਂ ਦੇ ਸਾਹਮਣੇ ਦਿਖਾਈ ਦੇਊਗਾ। ਮਨਮੋਹਨ ਸਿੰਘ ਨੇ 71000 ਕਰੋੜ ਕੀਤਾ ਔਰ ਕੈਪਟਨ ਅਮਰਿੰਦਰ ਸਿੰਘ ਵੀ ਕਰਨਗੇ। ਇਹਨਾਂ ਨੂੰ 5 ਸਾਲ ਦੇ ਦਿਓ, ਫਿਰ ਬਰਾਬਰ ਦੀ ਗੱਲ ਕਰੋ ਨਾ। ਇਹਨਾਂ ਨੇ ਸ਼ੁਰੂ ਚ ਹੀ ਕਰਨ ਨੂੰ ਕਿਹਾ। ਅਸੀਂ ਜੋ ਬਾਕੀ ਚੀਜ਼ਾਂ ਕਰ ਰਹੇ ਆ, ਇਹਨਾਂ ਦੇ ਜਿਹੜੇ ਕਰੋੜਾਂ ਦੇ ਘਪਲੇ ਆਉਂਦੇ ਸੀ ਹਰ ਮਹੀਨੇ ਹਰ 15 ਦਿਨ ਬਾਅਦ, ਉਹ 3 ਸਾਲਾਂ ਚ ਕੋਈ ਆਇਆ? ਕੁਲਤਾਰ ਸਿੰਘ ਅਸੀਂ ਤਾਂ ਇਹੀ ਮੰਗਦੇ ਆ ਕਿ ਆਪਣੇ ਵਾਅਦੇ ਪੂਰੇ ਕਰਨ, ਲੋਕਾਂ ਨੂੰ ਸਹੂਲਤ ਦੇਣ। ਸਾਡੇ ਹੋਰ ਲੜਾਈ ਕੋਈ ਨਹੀਂ। ਕੁਲਤਾਰ ਸਿੰਘ ਦਾ ਬੜਾ ਅਜੀਬ ਜਿਹਾ ਲੱਗਦਾ ਸਿਆਸਤ ਦੇ ਵਿੱਚ। ਵੈਸੇ ਮੈਨੂੰ ਮੁੱਦਾ ਛੇੜਨਾ ਨਹੀਂ ਚਾਹੀਦਾ ਸੀ ਕਿ ਜੇ ਕਿਸਾਨਾਂ ਦੀ ਗੱਲ ਹੁੰਦੀ ਹੈ ਤੇ ਗੱਲ ਇਹ ਵੀ ਕਰਨੀ ਚਾਹੀਦੀ ਹੈ ਕਿ ਮੁੱਖ ਮੰਤਰੀ ਆਪ ਧਰਨੇ ਤੇ ਪਏ। ਮੈਨੂੰ ਬੜਾ ਅਜੀਬ ਜਿਹਾ ਲੱਗਦਾ। ਦੇਖੋ ਜੀ, ਜਦੋਂ ਕੁਛ ਨਾ ਹੁੰਦਾ ਹੋਵੇ ਤੇ ਸਾਡੇ ਕੋਲੇ ਹੁਣ ਹਥਿਆਰ ਚੱਕਣਾ ਤਾਂ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਅਲਾਉਡ ਨਹੀਂ ਹੈ। ਧਰਨਾ ਤਾਂ ਅਲਾਉਡ ਹੈ, ਲੋਕਾਂ ਦੀ ਗੱਲ ਤਾਂ ਪਹੁੰਚਾਉਣੀ ਚਾਹੀਦੀ ਹੈ। ਹੁਣ ਕਿਉਂ ਨਹੀਂ ਧਰਨਾ ਦੇ ਰਹੇ ਤੁਸੀਂ ਲੋਕ? ਬਿਲਕੁਲ ਅਸੀਂ ਧਰਨਾ ਦੇਵਾਂਗੇ ਜੀ। ਅਸੀਂ ਦੇਵਾਂਗੇ ਜੇ ਇਹ ਨਾ ਕਰਨਗੇ, ਔਰ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਜੇ ਆਉਂਦੇ ਇਹ ਸਾਡਾ ਕਰਜ਼ਾ ਮਾਫ ਕਰ ਦੇਣ। ਸਾਡੇ ਗਰੀਬਾਂ ਨੂੰ ਜਿਹੜੀ 2-2000 ਰੁਪਏ ਪੈਨਸ਼ਨ ਕਹੀ ਸੀ ਉਹ ਦੇ ਦੇਣ। ਮੈਂ ਸੁਣਿਆ 700 ਦੇ ਰਹੇ ਆ ਔਰ ਉਹ ਵੀ 6 ਮਹੀਨੇ ਹੋ ਗਏ ਦਿੱਤੀ ਨਹੀਂ। ਜੇ 51-51000 ਰੁਪਏ ਸ਼ਗਨ ਸਕੀਮ ਦੇ ਦੇਣ, ਅਸੀਂ ਇਹਨਾਂ ਨੂੰ ਕਹਾਂਗੇ। ਅਸੀਂ ਇਹਨਾਂ ਨੂੰ ਸਰ ਜੀ ਪਿਛਲੇ 6 ਮਹੀਨੇ ਤੋਂ ਵੀ ਨਹੀਂ ਆਈ ਜੀ। ਇਹ ਤੁਹਾਡੇ ਨਾਲ ਦੇ ਹੀ ਆ ਨਾ, ਉਹ ਵੀ ਨਾਲ ਦੇ ਹੀ ਆ। ਤੇ ਅਸੀਂ ਜੇ ਤੁਸੀਂ ਸਰ ਜੀ ਮੈਨੂੰ ਗੱਲ ਕਰ ਲੈਂਦਿਆ ਕਰੋ ਜੀ। ਤੁਸੀਂ ਨਾ ਇਹ ਕੰਮ ਤੁਹਾਡਾ ਬਿਲਕੁਲ ਗਲਤ ਹੈ। ਇਹ ਦਿਸ ਇਜ਼ ਨਾਟ ਡੈਮੋਕ੍ਰੇਸੀ। ਇਹ ਤੁਸੀਂ ਨਾ ਜਿੰਨੀ ਦੇਰ ਤੱਕ ਆਪਦੀ ਮਾਨਸਿਕਤਾ ਨਹੀਂ ਨਾ ਬਦਲਦੇ ਕਬਜ਼ੇ ਵਾਲੀ, ਤੁਸੀਂ ਯਾਰ ਮੈਨੂੰ ਟਾਈਮ ਤੇ ਨਹੀਂ ਬੋਲਣ ਦਿੰਦੇ। ਤੁਸੀਂ ਲੋਕਾਂ ਨੂੰ ਕਿਵੇਂ ਬੋਲਣ ਦਿੰਦੇ ਹੋਵੋਗੇ? ਝੂਠੇ ਪਰਚਿਆਂ ਵਾਲਾ ਕੰਮ, ਉਹੀ ਕੰਮ ਇੱਥੇ ਕਰੀ ਜਾਂਦੇ ਤੁਸੀਂ ਯਾਰ। ਕੀ ਗੱਲਾਂ ਕਰਦੇ ਹੋ ਡਾਕਟਰ ਸਾਹਿਬ? ਇਹ ਗਲਤ ਕਰ ਰਹੇ। ਲੋਕ ਦੇਖ ਰਹੇ ਆ, ਲੋਕ ਸਾਰੀ ਦੁਨੀਆ ਦੇ ਵਿੱਚ ਜਾਏਗਾ। ਮੈਂ ਤੁਹਾਡੀ ਗੱਲ ਦੇ ਵਿੱਚ ਨਹੀਂ ਬੋਲਿਆ। ਮੈਂ ਤੁਹਾਡੀ ਗੱਲ ਦੇ ਵਿੱਚ ਨਹੀਂ ਬੋਲਿਆ। ਤੁਸੀਂ ਯਾਰ ਦਿਸ ਇਜ਼ ਨਾਟ ਫੇਅਰ। ਨਵੰਬਰ ਤੱਕ ਦੀ ਪੈਨਸ਼ਨ ਲੋਕਾਂ ਦੇ ਖਾਤੇ ਜਾ ਚੁੱਕੀ ਹੈ ਸਰ। 6 ਮਹੀਨਿਆਂ ਦਾ ਅਕਤੂਬਰ ਨਵੰਬਰ ਤੱਕ ਦੀ ਪੈਨਸ਼ਨ ਜਾ ਚੁੱਕੀ ਹੈ। ਯਾਰ ਤੁਸੀਂ ਮੈਨੂੰ ਗੱਲ ਕਰ ਲੈਣ ਦਿਓ। ਤੁਸੀਂ ਮੈਨੂੰ ਗੱਲ ਪੂਰੀ ਕਰਨ ਦਿਓ। ਤੁਸੀਂ ਗੱਲ ਪੂਰੀ ਕਰਨ ਦਿਓ। ਤੁਸੀਂ ਮੇਰੀ ਗੱਲ ਪੂਰੀ ਕਰਨ ਦਿਓ। ਸਰ ਤੁਹਾਡੀ ਸਰ ਤੁਸੀਂ ਆਟਾ ਦਾਲ ਸਕੀਮ ਦਿਓ ਸਾਰਿਆਂ ਨੂੰ। ਤੁਸੀਂ ਨੌਕਰੀਆਂ ਦਿਓ। ਤੁਸੀਂ ਸਾਡੇ ਜਿਹੜੇ ਹਸਪਤਾਲਾਂ ਦੇ ਵਿੱਚ ਡਾਕਟਰ ਪੂਰੇ ਕਰੋ, ਸਕੂਲਾਂ ਦੇ ਵਿੱਚ ਮਾਸਟਰ ਪੂਰੇ ਕਰੋ। ਅਸੀਂ ਕਹਾਂਗੇ ਵੈਰੀ ਗੁੱਡ। ਅਸੀਂ ਕਹਾਂਗੇ ਕਾਂਗਰਸ ਦਾ ਬਹੁਤ ਵਧੀਆ ਰਾਜ ਆ। ਪਰ ਜੇ ਤੁਸੀਂ ਇਹ ਨਾ ਕਰੋਗੇ ਤੇ ਅਸੀਂ ਨੱਕ 'ਚ ਦਮ ਕਰ ਦਿਆਂਗੇ। ਰਿਪਲ ਬੇਟਾ, ਇਸ ਚਰਚਾ ਨੂੰ ਸਮਾਪਤ ਕਰਨਾ। ਹੁਣ ਇਸ ਚਰਚਾ ਨੂੰ ਸਮਾਪਤ ਅਸੀਂ ਇਸੇ ਨੋਟ ਤੇ ਕਰੀਏ ਜਿਹੜੀ ਆਮ ਆਦਮੀ ਪਾਰਟੀ ਕਹਿ ਰਹੀ ਹੈ, ਜਾਂ ਕੁਝ ਇਜਲਾਸ ਦਾ ਰੂਪ ਆ ਜਿਹੜਾ ਵੱਖਰਾ ਹੋਊਗਾ?
ਬਿਲਕੁਲ ਜੀ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹੀ ਗੱਲ ਕਹਿਣੀ ਚਾਹਣਾ ਕਿ ਅਸੀਂ ਬਿਲਕੁਲ ਬਜਟ ਜਿਹੜੀ ਹੈ ਉਸ ਦੇ ਵਿੱਚ ਤਿਆਰੀ ਕੀਤੀ ਹੈ। ਮੈਂ ਪਹਿਲਾਂ ਵੀ ਕਿਹਾ, ਅਸੀਂ ਪੰਜਾਬ ਦੇ ਲੋਕਾਂ ਨੂੰ ਜਿਹੜਾ ਉਹਨਾਂ ਦੇ ਜਿਹੜੇ ਐਡੇ ਜ਼ਖਮ ਜਿਹੜੇ ਆ ਗਹਿਰੇ ਹੋ ਗਏ ਸੀ, ਅਸੀਂ ਉਹਨਾਂ ਲਈ ਦਵਾ ਬੂਟੀ ਦਾ ਇੰਤਜ਼ਾਮ ਕੀਤਾ ਔਰ ਇਸ ਲਈ ਸਾਡੇ ਦੇ ਉੱਤੇ ਜੇ ਉਹਨਾਂ ਨੇ ਸਾਡੇ ਤੇ ਭਰੋਸਾ ਪ੍ਰਗਟਾਇਆ ਹੈ ਤਾਂ ਉਹਨਾਂ ਨੂੰ ਸਾਡੇ ਤੋਂ ਜਿਹੜੀ ਆਸ ਹੈ, ਅਸੀਂ ਉਹਨਾਂ ਆਸਾਂ ਉਮੀਦਾਂ ਤੇ ਪੂਰੀ ਤਰ੍ਹਾਂ ਖਰੇ ਉਤਰਾਂਗੇ ਔਰ ਥੋੜਾ ਜਿਹਾ ਸਾਨੂੰ ਬੇਨਤੀ ਹੈ ਸਮਾਂ ਦੇਣਾ ਬਣਦਾ। ਇਹਨਾਂ ਜਿਹੜੇ ਮੈਮੋਰੈਂਡਮ ਦਿੱਤੇ ਆ, ਜਿਹੜੇ ਧਰਨੇ ਦਿੱਤੇ ਆ ਤੁਹਾਡੀ ਸਰਕਾਰ ਦੇ ਖਿਲਾਫ, ਦੇਖੋ ਇਹਨਾਂ ਦੇ ਧਰਨਿਆਂ ਦੀ ਕੀ ਗੱਲ ਕਰੀਏ, ਇਹਨਾਂ ਦੇ ਧਰਨੇ ਤਾਂ ਜਿਵੇਂ ਪੂਰੇ ਪੰਜਾਬ ਦੇ ਵਿੱਚ ਜਿਵੇਂ ਚੋਰ ਰੌਲਾ ਪਾ ਰਹੇ ਹੁਣ ਉਸ ਤਰ੍ਹਾਂ ਦੇ ਧਰਨੇ ਸੀ ਔਰ ਇਸ ਦੇ ਧਰਨਿਆਂ ਦੇ ਵਿੱਚ ਸਭ ਤੋਂ ਇੱਕ ਨਿੰਦਣਯੋਗ ਜਿਹੜੀ ਗੱਲ ਹੋਈ ਉਹ ਇਹ ਹੋਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਉਹਦਾ ਪ੍ਰਧਾਨ ਇਹਨਾਂ ਧਰਨਿਆਂ ਦੇ ਵਿੱਚ ਸ਼ਾਮਲ ਹੋਇਆ। ਅਕਾਲੀ ਦਲ ਦਾ ਕਾਰਕੁਨ ਰਾਜ ਸਭਾ 'ਚ ਵੀ ਰਹੇ ਨੇ ਕਾਰਕੁਨ ਬਣ ਕੇ ਰਾਜਨੀਤੀ 'ਚ ਵੀ ਰਹੇ ਨੇ ਔਰ ਪ੍ਰਧਾਨ ਵੀ ਰਹੇ ਸ਼੍ਰੋਮਣੀ ਕਮੇਟੀ ਦੇ। ਮੈਂ ਇਸ ਦੀ ਵਿਰੋਧੀ ਪਾਰਟੀ ਵਜੋਂ ਵੀ ਇਸ ਦੀ ਨਿਖੇਧੀ ਕਰਦਾ। ਇਹ ਕਬਜ਼ਾ ਕਰਨਾ ਚਾਹੁੰਦੇ ਆ ਹੁਣ ਸ਼੍ਰੋਮਣੀ ਕਮੇਟੀ ਦਾ ਕਮੇਟੀ ਨਿਮਾਣਾ ਸੇਵਕ ਹੋਣ ਦੇ ਨਾਤੇ ਵੀ ਇਹਦੀ ਨਿਖੇਧੀ ਕਰਦਾ ਕਿ ਐਸਜੀਪੀਸੀ ਦੇ ਪ੍ਰਧਾਨ ਨੂੰ ਇਹ ਜੇ ਧਰਨਿਆਂ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਸੀ। ਸਰ ਜੀ, ਮੈਂ ਇੱਕ ਗੱਲ ਕਹਿਣਾ, ਅਕਾਲੀ ਦਲ ਨੇ ਜਿਹੜੇ ਧਰਨੇ ਦਿੱਤੇ ਨਾ, ਉਹ ਸਾਰੇ ਉਹ ਮੁੱਦੇ ਸੀ ਜਿਹੜੇ ਇਹਨਾਂ ਦੀ ਸਰਕਾਰ ਦੇ ਸਮੇਂ ਪੈਦਾ ਹੋਏ। ਇਹਨਾਂ ਨੇ ਬੇਅਦਬੀ ਦੀ ਗੱਲ ਕੀਤੀ, ਉਹਦੇ 'ਚ ਉਦੋਂ ਕੁਝ ਨਹੀਂ ਕੀਤਾ, ਹੁਣ ਇਹਨਾਂ ਦਾ ਕਰਾਉਣਾ ਚਾਹੁੰਦੇ ਆ। ਇਹਨਾਂ ਨੇ ਆ ਰੇਤਾ ਬਜਰੀ ਦੀ ਗੱਲ ਕੀਤੀ, ਉਹ ਸਾਰਾ ਕੁਝ ਉਹ ਕਰਦੇ ਰਹੇ ਆ। ਇਹਨਾਂ ਨੇ ਕਿਸਾਨੀ ਖੁਦਕੁਸ਼ੀਆਂ ਦੀ ਗੱਲ ਕੀਤੀ, ਉਦੋਂ ਤਾਂ 5-5 ਹੁੰਦੀਆਂ ਸੀ, ਉਹ ਹੁਣ ਤਾਂ ਥੋੜਾ ਬਹੁਤ ਸ਼ਾਇਦ ਲੋਕਾਂ ਨੂੰ ਆਸ ਆ ਵੀ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਕਰ ਦੇਵੇ, ਤੇ ਹੁਣ ਦੋ ਹੋ ਰਹੀਆਂ ਡੇਲੀ। ਸੋ ਇਹ ਮਤਲਬ ਬੜੀ ਹਾਸੋਹੀਣੀ ਗੱਲ ਹੈ। ਔਰ ਜਿਹੜੇ ਲੋਕ ਕਹਿੰਦੇ ਸੀ ਵੀ ਧਰਨਿਆਂ ਤੇ ਬੈਠਣ ਵਾਲੇ ਲੋਕ ਵਿਹਲੜ ਹੁੰਦੇ, ਜਿਹੜੀਆਂ ਮਾਈਆਂ ਸਾਡੀਆਂ ਬੀਬੀਆਂ ਸੀ, ਸੁਖਬੀਰ ਬਾਦਲ ਦਾ ਬਿਆਨ ਸੀ ਇਹ ਕਿ ਉਹ ਵਿਹਲੜ ਜਿਨ੍ਹਾਂ ਨੂੰ ਘਰੇ ਨਹੀਂ ਪੁੱਛਦਾ ਉਹ ਧਰਨਿਆਂ ਤੇ ਆ ਕੇ ਬਹਿ ਜਾਂਦੇ, ਕਿ ਹੁਣ ਤੁਸੀਂ ਸਾਰੇ ਵਿਹਲੜ ਹੋ। ਸੋ ਇਹਨਾਂ ਨੂੰ ਧਰਨੇ ਦੀ ਇੰਪੋਰਟੈਂਸ ਹਰੇਕ ਚੀਜ਼ ਨੂੰ ਇੰਪੋਰਟੈਂਸ ਦੇਣੀ ਪੈਣੀ। ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਹ ਲੋਕ ਹੱਕਾਂ ਦੀ ਔਰ ਲੋਕ ਹਿੱਤਾਂ ਦੀ ਗੱਲ ਕਰਦੀ ਆ ਔਰ ਅੱਜ ਤੱਕ ਕਰਦੀ ਰਹੀ ਹੈ। ਔਰ ਜੋ ਇਹਨਾਂ ਨੇ ਕਿਹਾ, ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ 10 ਸਾਲਾਂ ਦੇ ਵਿੱਚ ਜੋ ਡਿਵੈਲਪਮੈਂਟ ਕਰਾਈ ਪੰਜਾਬ ਦੇ ਅੰਦਰ, ਜੋ ਲੋਕਾਂ ਨੂੰ ਸਹੂਲਤਾਂ ਦਿੱਤੀਆਂ, 3 ਮਹੀਨੇ ਦੇ ਵਿੱਚ ਸਾਰਾ ਕੁਝ ਬਦਲ ਗਿਆ। ਨਹੀਂ ਮੈਂ ਵਿਗੜ ਗਿਆ ਸਾਰਾ ਕੁਝ, ਗਣਿਤ ਵਿਗੜ ਗਿਆ। ਲੋਕ ਜਿਹੜੇ ਪੋਲੀਟੀਕਲ ਲੋਕ ਜਿਨ੍ਹਾਂ ਨੇ ਸੱਚ ਦੀ ਗੱਲ ਕਰਦੇ, ਜੋ ਝੂਠ ਤੇ ਆ ਜਾਣ, ਅੱਜ ਇੱਕ ਗੱਲ ਪੰਜਾਬ ਦੀ ਗੱਲ ਕਰਦੇ ਆ, ਇਹਨਾਂ ਨੂੰ ਪੁੱਛਣਾ ਵੀ ਤੁਸੀਂ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਆ, ਕਿਹੜਾ ਸਕੈਮ ਉਹਨਾਂ ਦੀ ਸਰਕਾਰ ਨਹੀਂ, ਕਿਹੜਾ ਮੰਤਰੀ ਉਹਨਾਂ ਅੰਦਰ ਨਹੀਂ ਗਿਆ, ਕਿਹੜਾ ਉਹਨਾਂ ਦਾ ਐਮਐਲਏ ਅੰਦਰ ਨਹੀਂ ਗਿਆ। ਇਹ ਅੱਜ ਪੰਜਾਬ ਨੂੰ ਸੁਧਾਰਨ ਦੀ ਗੱਲ ਕਰਦੇ ਆ। ਆਹੀ ਤਾਂ ਗੱਲ ਹੈ, ਇੱਥੇ ਤੁਹਾਡਾ ਸਰਪੰਚ ਵੀ ਅੰਦਰ ਨਹੀਂ ਜਾਂਦਾ, ਇੱਥੇ ਤੁਹਾਡਾ ਸਰਪੰਚ ਵੀ ਨਹੀਂ ਅੰਦਰ ਨਹੀਂ ਜਾਂਦਾ। ਕਰੋੜਾਂ ਰੁਪਏ ਖਾ ਗਏ ਤੁਹਾਡੇ ਪੰਚਾਇਤਾਂ ਦੇ ਨੁਮਾਇੰਦੇ, ਕਰੋੜਾਂ ਰੁਪਏ ਖਾ ਗਏ ਔਰ ਮੰਤਰੀ ਤੁਹਾਡੇ ਸਜ਼ਾ ਹੋਈ ਹੁੰਦੀ ਆ, ਉਹਨਾਂ ਨੂੰ ਤੁਸੀਂ ਫੇਰ ਮੰਤਰੀ ਬਣਾ ਕੇ ਰੱਖਦੇ ਦਿੰਦੇ ਜੀ। ਤਾਂ ਕੱਢ ਦਿੰਦਾ ਤੁਸੀਂ ਇਲਜ਼ਾਮ ਲਾਓ। ਆਮ ਆਦਮੀ ਪਾਰਟੀ ਦਾ ਕਰੈਕਟਰ ਕੀ ਆ ਉਹ ਇਹ ਦੇਖ ਗੱਲ ਲਓ। ਕਿਉਂ ਨਹੀਂ ਕਰਦੇ ਕਿ ਮੈਂ ਦਰਸ਼ਕਾਂ ਨੂੰ ਕਹਿੰਦਾ ਆਮ ਆਦਮੀ ਪਾਰਟੀ ਦਾ ਕਰੈਕਟਰ ਦੇਖ ਲਓ। ਤੁਸੀਂ ਇਹ ਗੱਲ ਕਹੋ ਆਮ ਆਦਮੀ ਪਾਰਟੀ ਤੁਸੀਂ ਦੇਖੋ ਤਹਿਸੀਲਦਾਰ ਪੈਸੇ ਮੰਗਦਾ ਦਿੱਲੀ ਜਾ। ਅਰੇ ਖਾਲਿਸਤਾਨੀਆਂ ਦੀ ਸਟੇਜ ਤੇ ਤੁਸੀਂ ਬੈਠਦੇ ਹੋ। ਦਿੱਲੀ 'ਚ ਰਿਸ਼ਵਤ ਨਹੀਂ ਹੈ ਔਰ ਤੁਹਾਡਾ ਕਿਹੜਾ ਤਹਿਸੀਲਦਾਰ ਦੀ ਥੋੜੀ ਬਹਿਸ ਹੋਊਗੀ ਵਿਧਾਨ ਸਭਾ ਦੇ ਵਿੱਚ। ਇਹ ਪੰਜਾਬ ਦਾ ਮਾਹੌਲ ਖਰਾਬ ਕਰਦੀ ਹੈ ਆਮ ਆਦਮੀ ਪਾਰਟੀ। ਖਾਲਿਸਤਾਨੀਆਂ ਦੀ ਸਟੇਜ ਤੇ ਬੈਠਦੇ ਨੇ। ਅਸੀਂ ਬੰਦ ਕਰਨੀ ਹੈ ਰਿਸ਼ਵਤਖੋਰੀ, ਅਸੀਂ ਰਿਸ਼ਵਤਖੋਰੀ ਬੰਦ ਕਰਨੀ ਆ। ਦਿੱਲੀ ਜਿਹੜੀ ਬੰਦ ਕਰਤੀ, ਇੱਥੇ ਬੰਦ ਕਰ ਦਿਓ। ਸਾਹਿਬ ਚੁੱਪ ਹੈ ਗਿਆ। ਇਹੋ ਜਿਹੀ ਤਸਵੀਰ ਉੱਥੇ ਪੇਸ਼ ਹੋਵੇਗੀ ਕਿਉਂਕਿ ਧਾਲੀਵਾਲ ਸਾਹਿਬ ਨੇ ਕਿਹਾ ਕਿ ਸਿਆਣੀ ਗੱਲ ਕੋਈ ਸੁਣੂਗਾ ਨਹੀਂ ਤੇ ਸਿਆਣੀ ਗੱਲ ਮੈਂ ਕਰੂੰਗਾ ਵੀ ਨਹੀਂ। ਬਹੁਤ ਧੰਨਵਾਦ।